ਜਿਹੜੇ ਅੱਜ ਰਾਜ ਭਾਗ ਚਲਾਉਣ ਵਾਲੇ ਨੇ, ਅੱਜ ਭਾਰਤੀ ਜਨਤਾ ਪਾਰਟੀ ਆ ਸੈਂਟਰ ਵਿੱਚ ਰਾਜ ਭਾਗ ਚਲਾਉਂਦੀ ਆ, ਕੱਲ੍ਹ ਨੂੰ ਜੇ ਕਾਂਗਰਸ ਆ ਜੇ ਮੁੜ ਕੇ ਉਹਨਾਂ ਨੇ ਲਿਬਰਲਾਈਜੇਸ਼ਨ ਦਾ ਦੌਰ ਸ਼ੁਰੂ ਕੀਤਾ, ਕਾਰਪੋਰੇਟਾਈਜੇਸ਼ਨ ਉਹਨਾਂ ਨੇ ਸ਼ੁਰੂ ਕੀਤੀ, ਇਹਨਾਂ ਨੇ ਫੜ ਲਈ ਅੱਗੇ ਤੋਰਤੀ। ਜੇ ਕਾਰਪੋਰੇਟਾਈਜੇਸ਼ਨ ਨੇ ਕਰਨੀ ਹੈ ਤੁਸੀਂ ਸਾਰੇ ਧੰਦਿਆਂ ਦੀ, ਤੇ ਫਿਰ ਦੇਸ਼ ਦੇ ਵਿੱਚ ਕੁਝ ਕਾਰਪੋਰੇਟਸ ਨੂੰ ਤਾਂ ਲਾਭ ਹੋ ਜਾਏਗਾ, ਆਮ ਲੋਕਾਂ ਨੂੰ ਕੋਈ ਲਾਭ ਨਹੀਂ ਹੋਣਾ। ਜੇ मैं ये कहा बीजेपी और आम आदमी पार्टी फर्क कोई नहीं, दोनों RSS के ऑफशूट्स ने। ये बदलाव लोग चाहते सी, साडा आपो विच ही झगड़ा पै गया, इस करके जे किते साडा झगड़ा ना हुंदा तां स्थिति कुछ होर हुंदी ते पॉसिबली साडी सरकार बन जाती। सारे छड्ड के आपो अपनी पार्टी नाल चले गए, साडा विरोध करता, फिर वोटां कित्थों पैणीआं सी। तो ਅੱਜ ਵੀ ਹੁਣ ਜਦੋਂ ਮੈਨੂੰ ਕਹਿੰਦੇ ਨੇ ਵੀ ਤੁਸੀਂ ਜੀ SSM ਛੱਡ ਦਿਓ, ਮੈਂ ਕਿਹਾ SSM ਤੁਸੀਂ ਬਣਾਇਆ, ਹੁਣ ਮੈਨੂੰ ਜਿੱਦ ਹੈ, ਮੈਂ ਕਿਹੜਾ ਇਲੈਕਸ਼ਨ ਲੜਨੀ, ਹੁਣ 80 ਵਰ੍ਹੇ ਦਾ ਹੋ ਗਿਆ, ਮੇਰੀ ਉਮਰ ਹੈ ਇਲੈਕਸ਼ਨ ਲੜਨ ਨੂੰ, ਤੇ ਮੈਂ ਇਲੈਕਸ਼ਨ ਨਹੀਂ ਲੜਨੀ, ਪਰ ਮੈਂ ਤੁਹਾਡੇ ਕਹਿਣ 'ਤੇ ਹੁਣ ਛੱਡਣਾ ਨਹੀਂ। ਤੁਸੀਂ ਤਾਂ ਇਸ ਗੱਲ ਦੀ ਵੀ ਸ਼ਰਮ ਨਹੀਂ ਤੁਹਾਨੂੰ ਵੀ ਮੈਨੂੰ ਤਾਂ ਚੀਫ ਮਿਨਿਸਟਰੀ ਮਿਲਦੀ ਸੀ, ਜੇ ਮੈਂ ਤੁਹਾਨੂੰ ਛੱਡ ਜਾਂਦਾ ਮੈਨੂੰ ਤਾਂ ਕਹਿੰਦਾ ਸੀ ਇਕੱਲਾ ਵੀ ਆ ਜਾ ਤਾਂ ਵੀ ਤੂੰ ਚੀਫ ਮਿਨਿਸਟਰ ਹੈ। ਹੁਣ ਐਟ ਪ੍ਰੈਜੈਂਟ ਆਹ ਜਿਹੜਾ ਸਿਸਟਮ ਸਾਡੇ ਸਾਹਮਣੇ ਹੁਣ ਦਿਖਾਈ ਦੇ ਰਿਹਾ, ਜਿਹੋ ਜੀ 1 ਸਾਲ ਤੋਂ ਇਹ ਸਰਕਾਰ ਚੱਲ ਰਹੀ ਹੈ ਉਹ ਵੀ ਆਪਣੇ ਸਾਹਮਣੇ ਹੈ, ਜਿਹੋ ਜੀ ਆਪੋਜੀਸ਼ਨ ਦਾ ਰੋਲ ਹੈ ਉਹ ਵੀ ਆਪਣੇ ਸਾਹਮਣੇ ਹੈ। ਤਾਂ ਇਹ ਖੱਪਾ ਕਿਵੇਂ ਭਰਿਆ ਜਾਏਗਾ, ਕੌਣ ਭਰੇਗਾ, ਤੇ ਇਹ ਜੇਕਰ ਨਹੀਂ ਸਿਆਣੇ ਲੋਕ ਕੋਈ ਵੀ ਅੱਗੇ ਆਉਣਗੇ, ਉਹ ਖਲਾ ਹੈਗਾ ਹੀ ਹੈ ਪਿਆ ਹੋਇਆ, ਤਾਂ ਉਹਦਾ ਕੀ ਬਣੂਗਾ ਆਉਣ ਵਾਲੇ ਦਿਨਾਂ 'ਚ। ਅੱਜ ਲੋਕ ਮਾਯੂਸ ਨੇ, ਉਹਨਾਂ ਨੂੰ ਫਿਰ ਨਜ਼ਰ ਨਹੀਂ ਆ ਰਿਹਾ ਭਵਿੱਖ ਵਿੱਚ ਕੀ ਹੈ, ਔਰ ਨਾ ਤਾਂ ਅੱਜ ਉਹ ਅਕਾਲੀ ਦਲ ਤੋਂ ਹੀ ਖੁਸ਼ ਨੇ, ਨਾ ਭਾਜਪਾ ਤੋਂ ਖੁਸ਼ ਨੇ, ਨਾ ਆਮ ਆਦਮੀ ਪਾਰਟੀ ਤੋਂ ਖੁਸ਼ ਨੇ, ਨਾ ਕਾਂਗਰਸ ਤੋਂ ਹੀ ਖੁਸ਼ ਨੇ। ਇਹ ਖੱਪਾ ਜਿਹੜਾ ਭਰਨ ਵਾਸਤੇ ਲੋੜ ਹੈ ਕੁਛ ਠੀਕ ਸੋਚ ਰੱਖਣ ਵਾਲੇ ਲੋਕਾਂ ਨੂੰ ਫਿਰ ਮੈਦਾਨ 'ਚ ਨਿੱਤਰਨਾ ਪਏਗਾ। ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਅੱਜ ਸਾਡੇ ਮਹਿਮਾਨ ਨੇ ਸਰਦਾਰ ਬਲਵੀਰ ਸਿੰਘ ਰਾਜੇਵਾਲ ਜੀ, ਜਿਨ੍ਹਾਂ ਦਾ 5 ਦਹਾਕਿਆਂ ਤੋਂ ਵੱਧ ਦਾ ਜਨਤਕ ਜੀਵਨ ਹੈ। ਕਿਸਾਨੀ ਦਾ ਮਾਮਲਾ ਹੋਵੇ, ਸੂਬੇ ਦੀ ਦੇਸ਼ ਦੀ ਪੋਲਿਟਿਕਸ ਦਾ ਸਵਾਲ ਹੋਵੇ, ਔਰ ਵੱਖ-ਵੱਖ ਸੂਬਿਆਂ ਦੇ ਵਿੱਚ ਜ਼ਿੰਦਗੀ ਕਿਵੇਂ ਵਿਚਰਦੀ ਹੈ, ਕਿਵੇਂ ਤਬਦੀਲੀਆਂ ਹੋਈਆਂ ਨੇ ਅੱਜ ਤੱਕ, ਉਹਨੂੰ ਬੜੀ ਸਰਗਰਮੀ ਦੇ ਨਾਲ, ਨਾ ਕੇਵਲ ਬਾਹਰੋਂ ਦਰਸ਼ਕ ਦੇ ਤੌਰ 'ਤੇ ਬਲਕਿ ਉਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਚਸ਼ਮਦੀਦ ਦੇ ਤੌਰ 'ਤੇ, ਇੱਕ ਐਕਟਿਵ ਸਰਗਰਮ ਕਾਰਕੁਨ ਦੇ ਤੌਰ 'ਤੇ ਵੀ, ਸਰਗਰਮ ਆਗੂ ਦੇ ਤੌਰ 'ਤੇ ਵੀ ਵਿਚਰੇ ਨੇ। ਅੱਜ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਦੇ ਨਾਲ ਜਿਵੇਂ ਜਿਵੇਂ ਓਵਰਆਲ ਘਟਨਾਵਾਂ ਵਾਪਰੀਆਂ ਤੇ ਚੀਜ਼ਾਂ ਬਦਲਦੀਆਂ ਦਿਖਾਈ ਦੇ ਰਹੀਆਂ ਨੇ, ਦ੍ਰਿਸ਼ ਬਦਲਦਾ ਦਿਖਾਈ ਦੇ ਰਿਹਾ, ਉਹਦੇ 'ਤੇ ਗੱਲਬਾਤ ਕਰਾਂਗੇ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਨੂੰ ਬੜਾ ਲੰਮਾ ਸਮਾਂ, ਮਤਲਬ ਪੰਜਾਬ ਦੇ ਨਾਲ ਹੀ ਜੇ ਮੈਂ ਕਹਾਂ, ਤੁਸੀਂ 66 'ਚ ਤਾਂ ਸੂਬਾ ਬਣਿਆ ਆਪਣਾ, ਲਗਭਗ ਉਦੋਂ ਤੋਂ ਤਾਂ ਤੁਸੀਂ ਐਕਟਿਵ ਹੋ, ਨੇੜੇ ਤੇੜੇ ਵੀ ਤੁਸੀਂ ਪੂਰੀ ਤਰ੍ਹਾਂ ਐਕਟਿਵ ਉਸ ਮਾਮਲੇ ਦੇ ਵਿੱਚ। ਔਰ ਇਹ ਸਾਰਿਆਂ ਦੇ ਬਦਲਦੇ, ਪਹਿਲਾਂ ਤਾਂ ਤੁਸੀਂ ਕਿਸਾਨੀ 'ਚ ਆਏ ਕਿ ਕਿਸਾਨੀ ਮੂਵਮੈਂਟ ਨੂੰ ਆਪਾਂ ਔਰਗੇਨਾਈਜ਼ ਕਰਨਾ ਹੈ, ਕਿਸਾਨ ਨੂੰ ਪਹਿਲਾਂ ਤੁਸੀਂ ਕਈ 2-3 ਨਾਮ ਵੱਡੇ ਤੌਰ 'ਤੇ ਜਾਣੇ ਜਾਣ ਲੱਗੇ ਪਹਿਲਾਂ ਕਿਸਾਨ ਮੂਵਮੈਂਟ ਦੇ ਵਿੱਚ, ਤੇ ਉਦੋਂ ਕੀ ਲੱਗ ਰਿਹਾ ਸੀ, ਮਤਲਬ ਉਦੋਂ ਦੀਆਂ ਜਿਹੜੀਆਂ ਪੋਲਿਸੀਜ਼ ਸੀ ਗੌਰਮੈਂਟ ਦੀਆਂ, ਉਦੋਂ ਤੁਹਾਨੂੰ ਕ੍ਰਾਈਸਿਸ ਨਜ਼ਰ ਆਇਆ ਸੀਗਾ ਇਮੀਡੀਏਟ ਕਿ ਹਾਂ ਕਿਸਾਨੀ ਨੂੰ ਇਸ ਢੰਗ ਨਾਲ ਔਰਗੇਨਾਈਜ਼ ਕਰਨਾ ਚਾਹੀਦਾ, ਜਾਂ ਉਦੋਂ ਵੀ ਤੁਹਾਨੂੰ ਨਹੀਂ ਲੱਗਿਆ ਕਿ ਪੋਲਿਟਿਕਸ ਮੇਨ ਸਟ੍ਰੀਮ ਹੁੰਦੀ ਹੈ, ਉਹਦੇ 'ਚ ਜਾ ਕੇ ਸਗੋਂ ਜ਼ਿਆਦਾ ਬਦਲਿਆ ਜਾ ਸਕਦਾ ਹੈ, ਜਾਂ ਕਿਸਾਨੀ ਦੇ ਥਰੂ ਹੀ ਚੀਜ਼ਾਂ ਬਦਲ ਸਕਦੀਆਂ ਸੀ? ਇਹ ਤੁਹਾਡੀ ਧਾਰਨਾ ਸੀ? ਅਸਲ ਵਿੱਚ ਵੀ ਮੈਂ ਕੋਈ ਕਿਸੇ ਪੋਲੀਟੀਕਲ ਪਰਿਵਾਰ 'ਚੋਂ ਨਹੀਂ, ਮੇਰੇ ਪੇਰੈਂਟਸ ਅਨਪੜ੍ਹ ਸੀ, ਮੇਰੇ ਮਦਰ ਥੋੜ੍ਹੇ ਜਿਹੇ ਪੜ੍ਹੇ ਸੀਗੇ, ਉਹ ਪਾਠ ਪੂਠ ਕਰ ਲੈਂਦੇ ਹੁੰਦੇ ਸੀ, ਮੇਰੇ 'ਤੇ ਬਹੁਤ ਅਸਰ ਉਹਨਾਂ ਦਾ ਸੀ, ਇੱਕ ਗੱਲ। ਦੂਸਰਾ, ਜਦੋਂ ਮੈਂ ਪੜ੍ਹਦਾ ਸੀ, ਭਗਤ ਪੂਰਨ ਸਿੰਘ ਮੇਰੇ ਪਿੰਡ ਦੇ ਸੀ, ਪਿੰਗਲਵਾੜੇ ਵਾਲੇ, ਅਤੇ 1960 ਵਿੱਚ ਜਦੋਂ ਟ੍ਰਿਬਿਊਨ ਛਪਦਾ ਹੁੰਦਾ ਸੀ ਅੰਬਾਲੇ ਤੋਂ, ਮੇਰੇ ਕੋਲ ਬਾਈ ਪੋਸਟ ਆਉਂਦਾ ਸੀ, ਅਤੇ ਉਦੋਂ ਪੰਜਾਬੀ ਟ੍ਰਿਬਿਊਨ ਨਹੀਂ ਸੀ ਹੁੰਦਾ, ਅੰਗਰੇਜ਼ੀ ਟ੍ਰਿਬਿਊਨ ਹੁੰਦਾ ਸੀ, ਉਹਨਾਂ ਬਾਰੇ ਫੀਚਰ ਛਪਿਆ, ਅਤੇ ਮੈਂ ਪੜ੍ਹ ਕੇ ਪਿੰਡ 'ਚ ਪੁੱਛਿਆ ਇਹ ਕੌਣ ਹੈ? ਇੱਕ ਸੱਜਣ ਨੇ ਦੱਸਿਆ ਵੀ ਫਲਾਣੇ ਪਰਿਵਾਰ 'ਚੋਂ, ਭਗਤ ਜੀ ਕੋਲ ਗਿਆ ਅੰਮ੍ਰਿਤਸਰ, ਭਗਤ ਜੀ ਭਾਵੁਕ ਹੋ ਕੇ ਮੈਨੂੰ ਜੱਫੀ ਪਾਈ ਜਾਣ, ਰੋਈ ਜਾਣ, ਤੂੰ ਕਿੱਥੋਂ ਆ ਗਿਆ, ਅਤੇ ਮੈਨੂੰ ਪਿੰਡ ਵਾਲੇ ਭੁੱਲ ਗਏ ਸੀ, ਪਿੰਡ ਮੈਨੂੰ ਭੁੱਲ ਗਿਆ ਸੀ, ਅਤੇ ਤੂੰ ਦੁਬਾਰਾ ਆ ਕੇ ਫਿਰ ਕੀ ਛੇੜਤਾ। ਉਹ ਤੋਂ ਬਾਅਦ ਮੈਂ ਪਿੰਡ ਜਾ ਕੇ, ਮੇਰੇ ਪਿੰਡ ਦੇ ਉਸ ਵੇਲੇ ਜਿਹੜੇ ਸਰਪੰਚ ਸੀਗੇ ਵੈਦ ਸ੍ਰੀਨਿਵਾਸ, ਬੜੀ ਰਿਨਾਊਂਡ ਸ਼ਖਸੀਅਤ ਸੀ, ਆਜ਼ਾਦੀ ਘੁਲਾਟੀਏ ਸੀ, ਅਤੇ ਉਹਨਾਂ ਨੂੰ ਜਾ ਕੇ ਕਿਹਾ ਵੀ ਤਾਇਆ ਜੀ ਮੈਂ ਬੱਚਾ, ਤੁਸੀਂ ਜਾਓ, ਜਾ ਕੇ ਭਗਤ ਜੀ ਨੂੰ ਪਿੰਡ ਦੀ ਯਾਦ ਸਤਾਉਂਦੀ ਆ, ਉਹਨਾਂ ਨੂੰ ਲੈ ਕੇ ਆਓ। ਉਹ ਫਿਰ ਇਲਾਕੇ ਦੇ 5-7 ਬੰਦੇ ਗਏ, ਉਹਦੇ ਬਾਅਦ ਭਗਤ ਜੀ ਪਿੰਡ ਆਉਣ ਜਾਣ ਲੱਗੇ, ਅਤੇ ਮੇਰੇ 'ਤੇ ਉਹਨਾਂ ਦੀ ਸ਼ਖਸੀਅਤ ਦਾ ਬਹੁਤ ਅਸਰ ਸੀ।
ਤੇ ਜਦੋਂ 1971 ਵਿੱਚ ਮੈਂ ਪੜ੍ਹ ਲਿਖ ਕੇ ਪਹਿਲਾਂ ਤਾਂ ਮੈਂ ਜਦੋਂ ਕਾਲਜ ਤੋਂ ਪੜ੍ਹ ਕੇ ਨਿਕਲਿਆ ਮੈਨੂੰ PNT ਡਿਪਾਰਟਮੈਂਟ 'ਚ ਨੌਕਰੀ ਮਿਲ ਗਈ। ਉੱਥੋਂ ਮੈਂ ਕੋਈ 5 ਸਾਲ ਨੌਕਰੀ ਕੀਤੀ। ਇਸੇ ਦੌਰਾਨ ਮੈਂ ਟੈਲੀਗ੍ਰਾਫੀ ਦਾ ਜਿਹੜੀ ਮੋਸਟ ਕੀ ਟੈਲੀਗ੍ਰਾਫੀ ਹੈ ਉਹਦਾ ਮੈਂ ਡਿਪਲੋਮਾ ਕੀਤਾ। ਅਤੇ ਮੈਨੂੰ ਇੱਕ ਵਾਰੀ ਐਜ਼ ਅਸਿਸਟੈਂਟ ਏਅਰਕ੍ਰਾਫਟ ਕੰਟਰੋਲਰ ਦੀ ਪੋਸਟ ਮਿਲ ਗਈ ਬੰਗਲੌਰ। ਅਤੇ ਪੁਰਾਣੇ ਬਜ਼ੁਰਗ ਜਿਹੜੇ ਸੀਗੇ ਉਹਨਾਂ ਦਾ ਦਬਦਬਾ ਹੁੰਦਾ ਸੀ, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੁਛ ਨਹੀਂ ਸੀ ਹੁੰਦਾ। ਉਹ ਮੈਨੂੰ ਕਹਿੰਦੇ ਐਡੀ ਦੂਰ ਕਿੱਥੇ ਜਾਏਗਾ ਤੂੰ, ਅਸੀਂ ਤੈਨੂੰ ਜਾਣ ਦੇਣਾ। ਮੈਨੂੰ ਉੱਥੇ ਨਹੀਂ ਜਾਣ ਦਿੱਤਾ। ਖੈਰ ਉਹ ਤੋਂ ਬਾਅਦ ਬਾਈ ਇਲੈਕਸ਼ਨ ਆ ਗਈ ਸਮਰਾਲੇ ਦੀ। ਉੱਥੇ 2 ਕਪੂਰ ਸਿੰਘ ਖੜੇ ਸੀ, ਕਪੂਰ ਸਿੰਘ ICS ਅਤੇ ਇੱਕ ਕਪੂਰ ਸਿੰਘ ਨਸਰਾਲੀ। ਇਹ ਪਹਿਲੀ ਪੀੜ੍ਹੀ ਦੇ ਪੋਲੀਟੀਸ਼ੀਅਨ ਸੀ। ਅਸੈਂਬਲੀ ਦੀ ਬਾਈ ਇਲੈਕਸ਼ਨ ਸੀ। ਦੋਵੇਂ ਪਹਿਲੀ ਪੀੜ੍ਹੀ ਦੇ ਪੋਲੀਟੀਸ਼ੀਅਨ ਸੀ। ਇਸ ਕਰਕੇ ਮੈਨੂੰ ਉਦੋਂ ਦਾ ਤਜਰਬਾ ਹੈ ਵੀ ਉਹਨਾਂ ਲੋਕਾਂ ਦਾ ਇੱਕ ਕਿਰਦਾਰ ਹੁੰਦਾ ਸੀ। ਉਹ ਮੱਡ ਸਲਿੰਗਿੰਗ 'ਚ ਵਿਸ਼ਵਾਸ ਨਹੀਂ ਸੀ ਰੱਖਦੇ। ਇਹ ਜੋ ਗੱਲ ਵੀ ਕਰਦੇ ਸੀ ਲੋਕਾਂ ਕੋਲ ਪਾਲਿਸੀ ਦੀ ਕਰਦੇ ਹੁੰਦੇ ਸੀ। ਮੈਨੂੰ ਯਾਦ ਹੈ ਮੈਂ ਸਰ ਕਪੂਰ ਸਿੰਘ ਨਸਰਾਲੀ ਜਿਹੜੇ ਫਸਟ ਸਪੀਕਰ ਰਹੇ ਪੰਜਾਬ ਵਿਧਾਨ ਸਭਾ ਦੇ, ਉਹਨਾਂ ਦਾ ਮੈਂ ਇਲੈਕਸ਼ਨ ਕੰਪੇਨ ਦਾ ਇੰਚਾਰਜ ਸੀ, ਦਫ਼ਤਰ ਦਾ ਇੰਚਾਰਜ ਸੀ ਮੈਂ। ਅਤੇ ਕਪੂਰ ਸਿੰਘ ICS ਜਿਹੜੇ ਸੀ ਬੜਾ ਸਟੇਟ ਵੇ ਸਿੱਧਾ ਪੇਂਡੂ ਕੰਸਟੀਚੁਐਂਸੀ ਜਾ ਕੇ ਪਿੰਡਾਂ 'ਚ ਕਹਿੰਦੇ ਹੁੰਦੇ ਸੀ ਜੇ ਦਾੜੀ ਕੱਟਾ ਮੈਨੂੰ ਵੋਟ ਨਾ ਪਾਵੇ, ਸਿਗਰਟ ਪੀਣ ਵਾਲਾ ਮੈਨੂੰ ਵੋਟ ਨਾ ਪਾਵੇ। ਜੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਇੱਦਾਂ ਦੀਆਂ ਗੱਲਾਂ ਨਾ ਕਰੋ, ਉਹਨਾਂ ਦੇ ਵਰਕਰਾਂ ਨੇ ਕਹਿਣਾ ਵੀ ਫਿਰ ਵੋਟ ਨਹੀਂ ਪੈਣੀ। ਕਹਿੰਦਾ ਮੈਂ ਥੋੜ੍ਹਾ ਹਾਰੂ, ਪੰਥ ਹਾਰੂ, ਮੈਨੂੰ ਜਿੱਤਣ ਹਾਰਨ ਨਾਲ ਕੋਈ ਮਤਲਬ ਨਹੀਂ, ਮੈਂ ਸਹੀ ਗੱਲ ਕਰਨੀ ਹੈ। ਔਰ 5 ਵਜੇ ਸ਼ਾਮ ਨੂੰ ਉਹਨੇ ਕੰਪੇਨ ਬੰਦ ਕਰ ਦੇਣੀ। ਉਹਨੂੰ ਜੇ ਕਿਸੇ ਨੇ ਕਹਿਣਾ ਵੀ 2 ਪਿੰਡ ਹੋਰ ਕੱਢ ਲਈਏ, ਨਾ ਮੈਂ ਕਿਸ ਦਾ ਨੌਕਰ ਨਹੀਂ। ਅਤੇ ਉਹ ਕੰਪੇਨ ਛੱਡ ਕੇ ਘਰ ਚਲੇ ਜਾਂਦੇ ਸੀ। ਸਵੇਰੇ ਉਹ 9 ਵਜੇ ਘਰੋਂ ਨਿਕਲਦੇ ਸੀ, ਇਦੋਂ ਪਹਿਲਾਂ ਨਹੀਂ ਸੀ ਨਿਕਲਦੇ। 9 ਤੋਂ 5 ਉਹ ਕੰਪੇਨ ਕਰਦੇ ਸੀ ਔਰ ਇਲੈਕਸ਼ਨ ਉਹ ਜਿੱਤ ਗਏ ਸੀ। ਅੱਛਾ, ਫਿਰ ਵੀ ਜਿੱਤ ਗਏ ਸੀ? ਫਿਰ ਵੀ ਜਿੱਤ ਗਏ ਇਲੈਕਸ਼ਨ। ਅਤੇ ਇਹਦਾ ਮਤਲਬ ਸੱਚ ਬੋਲ ਕੇ ਵੀ ਉਦੋਂ ਇਲੈਕਸ਼ਨ ਜਿੱਤਦਾ ਸੀ? ਇਲੈਕਸ਼ਨ ਜਿੱਤ ਗਏ ਸੀ। ਅਤੇ ਸਰ ਕਪੂਰ ਸਿੰਘ ਨਸਰਾਲੀ ਕਿਉਂਕਿ ਮੇਰੇ ਰਿਸ਼ਤੇਦਾਰ ਸੀ, ਉਹਨਾਂ ਨੂੰ ਰਿਸ਼ਤੇਦਾਰਾਂ 'ਚੋਂ ਵੀ ਮੇਰੇ 'ਚ ਪਤਾ ਨਹੀਂ ਕੀ ਸੀ, ਮੇਰੇ 'ਤੇ ਵਿਸ਼ਵਾਸ ਵੱਧ ਸੀਗਾ। ਅਤੇ ਉਹ ਮੈਨੂੰ ਕਈ ਗੱਲਾਂ ਉਹਨਾਂ ਨੇ ਸਿਖਾਈਆਂ। ਉਹ ਮੈਨੂੰ ਕਿਹਾ ਕਰਨ, ਸੁਣ ਕਾਕਾ, ਕਿਸੇ ਦਾ ਬਣਾਇਆ ਕੋਈ ਲੀਡਰ ਨਹੀਂ ਬਣਦਾ। ਜੇ ਅਗਲਾ ਹੇਠੋਂ ਪੌੜੀ ਖਿੱਚ ਲਵੇ ਨਾ, ਕਾਸੇ ਜੋਗਾ ਨਹੀਂ ਰਹਿੰਦਾ। ਲੀਡਰ ਆਪਣੀ ਮਿਹਨਤ ਨਾਲ ਬਣ ਹੁੰਦਾ। ਮਿਹਨਤ ਕਰਕੇ ਜੋ ਮਰਜ਼ੀ ਬਣ ਜਾਈ। ਇੱਕ ਵਾਰੀ ਮੈਨੂੰ ਯਾਦ ਹੈ ਵੀ ਉਹਨਾਂ ਨੇ ਮੇਰੀ ਚੁਆਨੀ ਮੈਂਬਰਸ਼ਿਪ ਹੁੰਦੀ ਸੀ ਕਾਂਗਰਸ ਦੀ, ਉਹਨਾਂ ਨੇ ਮੇਰੀ ਮੈਂਬਰਸ਼ਿਪ ਕਰਕੇ ਜਮ੍ਹਾਂ ਕਰਾ ਦਿੱਤੀ ਕਾਂਗਰਸ ਦੇ ਦਫ਼ਤਰ 'ਚ। ਸਰ ਗੁਰਦਿਆਲ ਸਿੰਘ ਕਟਾਣੀ ਹੁੰਦੇ ਸੀ PPCC ਦੇ ਪ੍ਰਧਾਨ, ਅਤੇ ਸਰ ਪਾਲ ਸਿੰਘ ਰੂਮੀ ਹੁੰਦੇ ਸੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਲੁਧਿਆਣੇ ਦੇ। ਉਹਨਾਂ ਨੂੰ ਕਹਿ ਦਿੱਤਾ ਵੀ ਸਾਡੇ ਮੁੰਡੇ ਨੂੰ 35 ਸੱਟੇ ਜ਼ਿਲ੍ਹੇ ਦਾ ਜਨਰਲ ਸੈਕਟਰੀ ਬਣਾਉਣਾ। ਅਤੇ ਮੇਰਾ ਮਨ ਨਹੀਂ ਸੀ ਵੀ ਮੈਂ ਪੋਲੀਟਿਕਸ ਜੁਆਇਨ ਕਰਾਂ। ਮੈਨੂੰ ਭੇਜਤਾ ਦਫ਼ਤਰ 'ਚ। ਚੋਣ ਸੀ ਜਿੱਦਣ ਮੈਂ ਚਲਾ ਗਿਆ, ਉੱਥੇ ਉਹਨਾਂ 'ਤੇ ਗਲਤੀ ਹੋ ਗਈ। ਇੱਕ ਜਿਹੜੀ ਲਿਸਟ ਸੀਗੀ ਐਕਟਿਵ ਵਰਕਰਸ ਦੀ, ਉਹਦੇ ਵਿੱਚੋਂ ਮੇਰਾ ਨਾਂ ਟਾਈਪ ਕਰਨ ਤੋਂ ਰਹਿ ਗਿਆ। ਮੈਂ ਮਜਮਾ ਲਾ ਲਿਆ ਵੀ ਦੇਖੋ ਜੀ ਮੇਰੀ ਤਾਂ ਮੈਂਬਰਸ਼ਿਪ 'ਤੇ ਖਾ ਗਏ, ਕਹੀ ਜੀ ਪਾਰਟੀ ਹੈ। ਉਹਨਾਂ ਨੇ ਉਹਨੂੰ ਫੋਨ ਕੀਤਾ ਵੀ ਸਰ ਜੀ ਤੁਸੀਂ ਕਹਿੰਦੇ ਇਹਨੂੰ ਜਨਰਲ ਸੈਕਟਰੀ ਬਣਾ ਲਓ। ਤਾਂ ਪਹਿਲੇ ਦਿਨ ਮਜਮਾ ਲਾ ਕੇ ਖੜ੍ਹ ਗਿਆ। ਅਤੇ ਉਹਨਾਂ ਨੇ ਗੱਡੀ ਭੇਜੀ, ਮੈਨੂੰ ਲੈ ਗਏ ਘਰ। ਮੈਨੂੰ ਬੁਰਾ ਭਲਾ ਬੋਲੀ ਜਾਣ, ਮੈਂ ਚੁੱਪ ਕਰਕੇ ਸੁਣੀ ਜਾਵਾਂ। ਮੈਂ ਬੜਾ ਖੁਸ਼ ਵੀ ਮੈਂ ਬਚ ਕੇ ਆ ਗਿਆ। ਉਦੋਂ ਜ਼ਿਲ੍ਹੇ ਦਾ ਜਨਰਲ ਸੈਕਟਰੀ ਹੁੰਦਾ ਤਾਂ ਕਾਂਗਰਸ ਦੇ ਵਿੱਚ ਅੱਜ ਪਤਾ ਨਹੀਂ ਕੀ ਪੋਜੀਸ਼ਨ ਹੁੰਦੀ। ਤਾਂ ਉੱਥੋਂ ਬਚੇ। ਫਿਰ ਉਹਦੇ ਬਾਅਦ 1971 ਵਿੱਚ ਜਾ ਕੇ ਕੀ ਹੋਇਆ ਵੀ ਇੰਦਰਾ ਗਾਂਧੀ ਦੀ ਸਰਕਾਰ ਸੀ। 1971 ਵਿੱਚ ਕਣਕ ਦਾ ਭਾਅ 76 ਰੁਪਏ ਕੁਇੰਟਲ ਸੀ। ਜਿਹੜਾ 72 ਦਾ ਭਾਅ ਸੀ ਉਹ ਬਿਜਾਈ ਵੇਲੇ ਨਵੰਬਰ 'ਚ ਅਨਾਊਂਸ ਹੋਇਆ, ਉਹ 5 ਰੁਪਏ ਘਟਾ ਦਿੱਤਾ। ਆਪ ਮੁਹਾਰਾ ਵਿਰੋਧ ਹੋਇਆ। ਆਪ ਮੁਹਾਰੇ ਵਿਰੋਧ ਦੇ ਵਿੱਚ ਲੋਕਾਂ 'ਚ ਬੜੀ ਹਾਹਾਕਾਰ ਮਚੀ ਵੀ ਭਾਅ ਘਟਾ ਦਿੱਤਾ। ਅਸੀਂ ਜਿਹੜੇ ਇਕੱਠੇ ਪੜ੍ਹਦੇ ਸੀ, ਕੁਛ ਅਸੀਂ 20-30 ਬੰਦੇ ਇਕੱਠੇ ਹੋਏ ਖੰਨੇ, ਅਸੀਂ ਸਾਰੇ ਯੰਗ ਮੁੰਡੇ ਪੜ੍ਹ ਅਸੀਂ 100 ਰੁਪਈਆ ਉਦੋਂ ਕੰਟਰੀਬਿਊਟ ਕੀਤਾ। 100 ਰੁਪਈਆ ਬਹੁਤ ਹੁੰਦਾ ਸੀ। ਸਾਨੂੰ ਕਿਸੇ ਨੂੰ ਕੁਝ ਬੋਲਣਾ ਨਾ ਆਵੇ, ਨਾ ਕੋਈ ਪੋਲੀਟੀਕਲ ਪਰਿਵਾਰਾਂ 'ਚੋਂ। ਅਸੀਂ ਇੱਕ ਹੌਕਰ ਜਿਹੜੇ ਮੁਨਾਦੀ ਕਰਨ ਵਾਲੇ ਸੀ ਉਹ ਹਾਇਰ ਕੀਤਾ ਅਤੇ ਉਹਨੂੰ ਕਿਹਾ ਪਿੰਡਾਂ ਵਿੱਚ ਅਨਾਊਂਸਮੈਂਟ ਕਰ। ਖੰਨੇ ਹਸਪਤਾਲ ਦੇ ਸਾਹਮਣੇ ਫਲੈਗ ਪੋਸਟ ਹੁੰਦੀ ਸੀ, GT ਰੋਡ ਸਿੰਗਲ ਹੁੰਦੀ ਸੀ, ਉੱਥੇ ਹੀ ਮੰਡੀ ਹੁੰਦੀ ਸੀ, ਉੱਥੇ ਕਾਨਫਰੰਸਾਂ ਹੁੰਦੀਆਂ ਸੀ ਵੀ ਉੱਥੇ ਇਕੱਠ ਹੈ। ਉਹ ਖੈਰ ਅਨਾਊਂਸਮੈਂਟ ਹੋ ਗਈ। ਹੁਣ ਸਾਨੂੰ ਕਿਸੇ ਨੂੰ ਨਾ ਬੋਲਣਾ ਆਵੇ, ਨਾ ਕੋਈ ਸਟੇਜ ਚਲਾਉਣੀ ਆਵੇ। ਅਸੀਂ ਸਰ ਜੋਗਿੰਦਰ ਸਿੰਘ ਮਾਨ ਕੋਲ ਆ ਗਏ, ਸਿਮਰਨਜੀਤ ਸਿੰਘ ਮਾਨ ਦੇ ਫਾਦਰ ਕੋਲ। ਉਹਨਾਂ ਨੂੰ ਆ ਕੇ ਕਿਹਾ ਵੀ ਸਰ ਜੀ ਅਸੀਂ ਇੱਕ ਪ੍ਰੋਗਰਾਮ ਰੱਖਿਆ ਕਿਸਾਨਾਂ ਵਾਸਤੇ, ਤੁਸੀਂ ਉੱਥੇ ਆਓ। ਬੜੇ ਖੁਸ਼ ਹੋਏ। ਜਦੋਂ ਉਹਨਾਂ ਨੇ ਕਿਹਾ ਮੈਂ ਆਊਂਗਾ, ਅਸੀਂ ਬਾਹਰ ਆ ਗਏ। ਫਿਰ ਅਸੀਂ ਮੁੜ ਕੇ ਚਲੇ ਗਏ। ਅਸੀਂ ਕਿਹਾ ਜੀ ਸਾਡੇ ਕੋਲ ਕੋਈ ਬੋਲਣ ਵਾਲਾ ਕੋਈ ਨਹੀਂ, ਤੁਸੀਂ 4 ਬੁਲਾਰੇ ਵੀ ਲਿਆਏ। ਉਹ ਬੜੇ ਹੱਸੇ। ਫਿਰ ਤੀਜੀ ਵਾਰੀ ਫਿਰ ਚਲੇ ਗਏ ਵੀ ਸਾਨੂੰ ਤਾਂ ਜੀ ਸਟੇਜ ਵੀ ਨਹੀਂ ਚਲਾਉਣੀ ਹੁੰਦੀ, ਸਟੇਜ ਸੈਕਟਰੀ ਵੀ ਤੁਸੀਂ ਉਹ ਲਿਆਇਓ। ਉਹ
ਬੜੇ ਖੁਸ਼ ਹੋਏ ਔਰ ਆ ਕੇ ਉਹਨਾਂ ਨੇ ਪ੍ਰੋਗਰਾਮ ਸਾਰਾ ਚੱਲਿਆ। ਤੇ ਇੱਕ ਬੰਦੇ ਨੇ ਸਰ ਸਾਧੂ ਸਿੰਘ ਨੇ, ਉਹਨਾਂ ਨੂੰ ਸਾਧੂ ਸਿੰਘ ਸਾਧਾ ਕਰਕੇ ਕਹਿੰਦੇ ਨੇ, ਬੜੇ ਅੱਗਾਂ ਵਧੂ ਕਿਸਾਨ ਸੀ ਉਸ ਵੇਲੇ ਦੇ, ਇਸ ਵੇਲੇ ਇਜ਼ ਮੋਰ ਦੈਨ 90। ਤੇ ਉਹਨਾਂ ਨੇ ਅਨਾਊਂਸ ਕਰਤਾ ਮਾਈਕ ਫੜ ਕੇ ਸਟੇਜ ਖਤਮ ਹੋਣ ਤੋਂ ਬਾਅਦ, ਓਏ ਜੱਟੋ ਟਰੈਕਟਰ ਲਈ ਫਿਰਦੇ ਹੋ, ਉਹ ਜੱਟ ਦਾ ਪੁੱਤ ਨਹੀਂ ਜਿਹੜਾ ਟਰਾਲੀ ਭਰ ਕੇ ਨਾ ਲਿਆਵੇ, ਆਪਣੇ ਆਪ ਹੀ ਤਰੀਕ ਅਨਾਊਂਸ ਕਰਤੀ, ਚੰਡੀਗੜ੍ਹ ਦਾ ਪ੍ਰੋਗਰਾਮ ਅਨਾਊਂਸ ਕਰਤਾ, ਕੋਈ ਕਿਸੇ ਦੀ ਸਲਾਹ ਨਹੀਂ, ਕੋਈ ਬੁਲਾ ਨਹੀਂ, ਕੁਛ ਨਹੀਂ। ਅਸੀਂ ਬੜਾ ਵੱਡਾ ਇਕੱਠ ਇੱਥੇ ਹੋ ਗਿਆ, ਮੈਂ ਦੇਖਿਆ ਐਡਾ ਵੱਡਾ ਰਿਕਾਰਡ ਗੈਦਰਿੰਗ ਇੱਥੇ ਉਹਨਾਂ ਦਿਨਾਂ ਵਿੱਚ ਕਿਤੇ ਨਹੀਂ ਹੋਈ। ਅਸੀਂ ਸੈਕਟਰੀਏਟ ਦੀ ਫਲੈਗ ਪੋਸਟ 'ਤੇ ਚਲੇ ਗਏ। ਉਦੋਂ ਸਾਡਾ ਲੀਡਰ ਕੋਈ ਨਹੀਂ ਸੀ, ਸਾਡੀ ਗੱਲ ਸੁਣਨ ਨਾ ਕੋਈ ਆਵੇ। ਜਦੋਂ ਬਹੁਤ ਜ਼ਿਆਦਾ ਸਖਤ ਨਾਅਰੇ ਲੱਗਣ ਲੱਗੇ ਤਾਂ ਕੈਪਟਨ ਰਤਨ ਸਿੰਘ ਐਗਰੀਕਲਚਰ ਮਿਨਿਸਟਰ ਸੀ। ਉਹਨਾਂ ਦਿਨਾਂ 'ਚ ਜਿਹੜੀਆਂ ਇਹ ਜਥੇਬੰਦੀਆਂ ਤਾਂ ਕਹਿੰਦੇ ਬਣੀਆਂ ਹੋਈਆਂ ਸੀ, CPI CPM ਦੀਆਂ ਕਿਸਾਨ ਸਭਾਵਾਂ ਵਗੈਰਾ, ਨਹੀਂ ਇਹ ਕਿਤੇ ਬਹੁਤੀਆਂ ਐਗਜ਼ਿਸਟ ਨਹੀਂ ਸੀ ਕਰਦੀਆਂ, ਸੀ ਬਣੀਆਂ ਹੋਈਆਂ ਪਰ ਬਹੁਤ ਕੰਮ ਨਹੀਂ ਸੀ ਹੋ ਰਿਹਾ। ਤੇ ਅਸੀਂ ਉੱਥੋਂ ਉਹ ਜਦੋਂ ਆਏ ਉਹ ਸਾਨੂੰ ਕਹਿੰਦੇ ਵੀ ਮੁੰਡਿਓ ਕੋਈ ਮੈਮੋਰੈਂਡਮ ਲਿਖਿਆ। ਅਸੀਂ ਕਿਹਾ ਉਹ ਕੀ ਹੁੰਦਾ? ਤੇ ਉਹ ਬੜਾ ਹੱਸਿਆ, ਉਹਨੇ ਆਪ ਹੀ, ਕਿਉਂਕਿ ਉਹ ਵੀ ਕਿਸਾਨ ਸੀ, ਉਹਨੇ ਆਪ ਹੀ ਕਾਗਜ਼ ਮੰਗਵਾਇਆ, ਇੱਕ ਮੈਮੋਰੈਂਡਮ ਲਿਖਿਆ, ਕਹਿੰਦਾ ਲੀਡਰ ਕੌਣ ਹੈ, ਦਸਤਖਤ ਕਰ ਦਿਓ। ਅਸੀਂ ਕਿਹਾ ਕੋਈ ਲੀਡਰ ਨਹੀਂ, ਸਾਰੇ ਲੀਡਰ ਨੇ। ਸਾਡੇ 8-10 ਜਣੇ ਦੇ ਦਸਤਖਤ ਕਰਾ ਲਏ। ਗਿਆਨੀ ਜ਼ੈਲ ਸਿੰਘ ਨੂੰ ਉਹ ਕੰਬਦਾ ਜਿਹਾ ਵਿਚਾਰਾ ਆਇਆ, ਤੇ ਉਹ ਜਦੋਂ ਉਹਨੇ ਦੇਰ ਕਰਤੀ ਤਾਂ ਫਿਰ ਸਾਧੂ ਸਿੰਘ ਨੇ ਅਨਾਊਂਸ ਕਰਤਾ, ਬੜਾ ਅਜੀਬ ਜੀ ਭਾਸ਼ਾ ਵਰਤ ਕੇ ਵੀ ਜਾਂ ਤਾਂ ਹੇਠਾਂ ਉਤਰਿਆ, ਨਹੀਂ ਫਿਰ ਤੇਰੀ ਆ ਸੈਕਟਰੀਏਟ ਦੀਆਂ ਇੱਟਾਂ ਇੱਟ ਖੜਕਾ ਦਾਂਗੇ। ਮੁਆਰ ਐਡਮਿਨਿਸਟ੍ਰੇਸ਼ਨ ਭੱਜਿਆ ਫਿਰੇ ਵੀ ਪਤਾ ਨਹੀਂ ਕੀ ਹੋ ਜੂ। ਗਿਆਨੀ ਜ਼ੈਲ ਸਿੰਘ ਨੇ ਆ ਕੇ ਮੈਮੋਰੈਂਡਮ ਲਿਆ ਔਰ ਉਹ ਕਹਿ ਕੇ ਚਲਾ ਗਿਆ ਬਈ ਮੇਰੇ ਹੱਥ ਕੁਛ ਨਹੀਂ, ਮੈਂ ਇਹ ਮੈਮੋਰੈਂਡਮ ਤੁਹਾਡਾ ਉੱਥੇ ਪਹੁੰਚਾ ਦੂੰ ਦਿੱਲੀ। ਤੇ ਉਹ ਤੇ ਕੁਛ ਦਿਨਾਂ ਬਾਅਦ ਫਿਰ ਸਾਡਾ ਤਾਲਮੇਲ ਹੋਇਆ। ਮਾਂਗਟ ਬਲਾਕ ਵਿੱਚ ਲੁਧਿਆਣੇ 'ਚ ਯੂਨੀਅਨ ਬਣੀ, ਅਜਮੇਰ ਸਿੰਘ ਲੱਖੋਵਾਲ ਉਹਨਾਂ ਨੇ ਜਿਹੜੀ ਬਣਾਈ ਸੀ। ਫਿਰ ਫੈਸਲਾ ਹੋਇਆ ਵੀ ਦਿੱਲੀ ਜਾ ਕੇ ਇੰਦਰਾ ਗਾਂਧੀ ਨੂੰ ਮੈਮੋਰੈਂਡਮ ਦਿੱਤਾ ਜਾਏ। ਉੱਥੇ ਗਏ ਮੈਮੋਰੈਂਡਮ ਦੇਣ, ਬੱਸਾਂ ਭਰ ਕੇ, ਕੁਛ ਥੋੜ੍ਹੀਆਂ ਜਿਹੀਆਂ ਬੱਸਾਂ, 10-15 ਬੱਸਾਂ ਅਸੀਂ ਲੈ ਕੇ ਗਏ ਕਰਕੇ, ਉਹ ਜਥੇਬੰਦੀ ਤਾਂ ਕੋਈ ਹੈ ਨਹੀਂ ਸੀ। ਤੇ ਉੱਥੇ ਜਾ ਕੇ ਉਹਨੂੰ ਮੈਮੋਰੈਂਡਮ ਦਿੱਤਾ। ਇੰਦਰਾ ਗਾਂਧੀ ਨੇ ਕਿਹਾ ਵੀ ਹੁਣ ਆਏ ਹੋ, ਇਸ ਵਾਰੀ ਤਾਂ ਮੈਂ ਪਾ ਰੱਖ ਦੇਣੀ ਉਹੀ, ਅਗਲੀ ਵਾਰੀ ਕੋਈ ਗਰੰਟੀ ਨਹੀਂ ਬਈ ਭਾਅ ਹੀ ਰਹੂਗਾ, ਤੇ ਤੁਹਾਡੀ ਮਰਜ਼ੀ ਆ, ਕਣਕ ਬੀਜਿਓ ਨਾ ਬੀਜਿਓ। ਇਹ ਗੁੱਸੇ ਸੀ ਕਿਉਂਕਿ ਲੀਡਰ ਕੋਈ ਨਹੀਂ ਸੀ, ਭਾਸ਼ਾ ਵੀ ਨਹੀਂ ਸੀ ਆਉਂਦੀ। ਉਦੋਂ ਤੱਕ ਭੰਡਾਰ ਭਰ ਗਏ ਸੀ। ਮੈਂ ਹੋਰ ਦੱਸਦਾ, ਅਜੀਬ ਗੱਲ ਹੋਈ ਉੱਥੇ, ਉਹਨੂੰ ਉਹਦੇ ਮੂੰਹ ਤੇ ਹੀ ਕਹੇ ਵੀ ਚੰਗਾ ਫਿਰ ਅਸੀਂ ਜਾ ਕੇ ਆਪਣੇ ਭਾਈਚਾਰੇ ਨੂੰ ਦੱਸਾਂਗੇ ਵੀ ਪ੍ਰਧਾਨ ਮੰਤਰੀ ਦਾ ਰਵੱਈਆ ਕੀ ਹੈ, ਔਰ ਤੈਨੂੰ ਇਤਿਹਾਸ ਵਿੱਚ ਪੜ੍ਹੀ ਲਿਖੀ ਬੇਵਕੂਫ ਪ੍ਰਧਾਨ ਮੰਤਰੀ ਕਿਹਾ ਜਾਊਗਾ। ਉਹਦੇ ਮੂੰਹ ਤੇ ਕਹੇ। ਆ ਕੇ ਫਿਰ 5 ਅਪ੍ਰੈਲ 1972 ਨੂੰ ਬਕਾਇਦਾ ਫਿਰ ਇਹਨੂੰ ਖੇਤੀਬਾੜੀ ਯੂਨੀਅਨ ਦੇ ਨਾਂ ਤੇ ਜਥੇਬੰਦੀ ਅਸੀਂ ਬਣਾਈ। ਔਰ ਉਹਦਾ ਸੰਵਿਧਾਨ ਲਿਖਣ ਵਿੱਚ ਫਿਰ ਇੱਕ ਕਮੇਟੀ ਬਣੀ, ਉਹਦੇ 'ਚ ਮੈਂ ਸੀ, ਸਰ ਗੁਰਮੁਖ ਸਿੰਘ ਬਰਵਾਲੀ ਤੋਂ ਸੀ, ਇੱਕ ਸਰ ਜਗਜੀਤ ਸਿੰਘ ਨੌਲੜੀ ਸੀ, BDO ਕਰਤਾਰ ਸਿੰਘ ਸੀ। ਅਸੀਂ ਇਹਦਾ ਸੰਵਿਧਾਨ ਲਿਖਿਆ। ਤੇ ਇੱਕ ਜਰਨੈਲ ਸਿੰਘ ਬਰਵਾਲੀ ਤੋਂ ਸੀ। ਅਸੀਂ 5 ਮੈਂਬਰੀ ਕਮੇਟੀ ਬਣੀ, ਉਹਨੇ ਸੰਵਿਧਾਨ ਲਿਖਿਆ ਜਿਹੜਾ ਫਿਰ ਬਾਅਦ 'ਚ ਅਡਾਪਟ ਕਰ ਲਿਆ। ਫਿਰ ਇੱਥੇ 13 ਜਥੇਬੰਦੀਆਂ ਬਣ ਗਈਆਂ। ਫਿਰ ਇੱਥੇ ਕਨਵੈਨਸ਼ਨ ਹੋਈ, ਉਹਦੇ ਵਿੱਚ ਉਹਨਾਂ ਨੂੰ ਅਸੀਂ ਨਾਲ ਲੈਣ ਵਾਸਤੇ ਜਦੋਂ ਦਬਾਅ ਪਾਇਆ, ਉਹਨਾਂ ਨੇ ਸ਼ਰਤ ਰੱਖਤੀ ਵੀ ਜ਼ਿਮੀਂਦਾਰ ਸ਼ਬਦ ਇਹਦੇ 'ਚ ਪਾਓ। ਅਸੀਂ ਉਹਨਾਂ ਨੂੰ ਬੜਾ ਕਿਹਾ ਵੀ ਬਿਹਾਰ ਵਿੱਚ ਜ਼ਿਮੀਂਦਾਰ ਸ਼ਬਦ ਦੇ ਨਾਲ ਨਫ਼ਰਤ ਹੈ, ਲੋਕਾਂ ਨੂੰ ਨਾ ਕਰੋ। ਉਹ ਨਹੀਂ ਹਟੇ। ਫਿਰ ਮਜਬੂਰੀ ਬਸ ਅਸੀਂ ਉਹਦਾ ਨਾਮ ਬਦਲ ਕੇ ਖੇਤੀਬਾੜੀ ਜ਼ਿਮੀਂਦਾਰਾ ਯੂਨੀਅਨ ਕਰਤਾ। ਹੌਲੀ ਹੌਲੀ ਅੱਗੇ ਵਧੇ। ਫਿਰ ਉਦੋਂ ਜ਼ੋਨਲ ਰਿਸਟ੍ਰਿਕਸ਼ਨਸ ਹੁੰਦੀਆਂ ਸੀ, ਤੁਸੀਂ ਆਪਣੀ ਕਣਕ ਪੰਜਾਬ ਤੋਂ ਬਾਹਰ ਨਹੀਂ ਸੀ ਲਿਜਾ ਸਕਦੇ। ਅਸੀਂ ਜ਼ੋਨ ਤੋੜੂ ਮੋਰਚਾ ਲਾਤਾ। 1 ਮਹੀਨਾ ਸੀ ਪੰਜਾਬ, ਖਾਸ ਤੌਰ 'ਤੇ ਲੁਧਿਆਣਾ ਤੇ ਬਠਿੰਡਾ ਜ਼ਿਲ੍ਹਾ ਤੇ ਅੰਮ੍ਰਿਤਸਰ ਜ਼ਿਲ੍ਹੇ, ਇੱਥੇ ਅਸੀਂ ਪ੍ਰਚਾਰ ਕੀਤਾ। ਬਹੁਤਾ ਕੰਟਰੀਬਿਊਸ਼ਨ ਉਹਦੇ 'ਚ ਲੁਧਿਆਣੇ ਜ਼ਿਲ੍ਹੇ ਦੀ ਰਹੀ। ਅਸੀਂ 5 ਬੰਦੇ ਰੋਜ਼ ਰੋਪੜ ਤੋਂ ਜਿਹੜੀ ਨਾਲਾਗੜ੍ਹ ਨੂੰ ਸੜਕ ਜਾਂਦੀ ਹੈ ਉਹਦੇ 'ਤੇ ਕਣਕ 5 ਕਿਲੋ ਸਿਰ 'ਤੇ ਰੱਖ ਕੇ ਅਸੀਂ ਜਾਂਦੇ ਸੀ ਨਾਲਾਗੜ੍ਹ ਵੱਲ ਨੂੰ, ਤੇ ਪੁਲਿਸ ਸਾਨੂੰ ਫੜ ਕੇ ਕਣਕ ਦੀ ਸਮਗਲਿੰਗ ਦਾ ਕੇਸ ਬਣਾਉਂਦੀ ਸੀ। ਤੇ 30 ਦਿਨ ਕੈਦ ਤੇ ਜੁਰਮਾਨੇ ਵਜੋਂ 10 ਦਿਨ ਹੋਰ ਕੈਦ। 1440 ਕਿਸਾਨਾਂ ਨੇ ਉਸ ਮੋਰਚੇ ਵਿੱਚ ਜੇਲ੍ਹ ਯਾਤਰਾ ਕੀਤੀ, 40-40 ਦਿਨ। 2 ਕਿਸਾਨ ਸ਼ਹੀਦ ਹੋਏ ਜੇਲ੍ਹ 'ਚ। ਔਰ ਉਦੋਂ ਅਸੀਂ ਜਸਟਿਸ ਕੁਲਦੀਪ ਸਿੰਘ ਉਦੋਂ ਵਕਾਲਤ ਕਰਕੇ ਆਏ ਸੀ। ਇਹਨਾਂ ਨੂੰ ਅਸੀਂ ਵਕੀਲ ਕਰ ਲਿਆ, ਹਾਈ ਕੋਰਟ 'ਚ ਇੱਕ ਰਿਟ ਪਾਤੀ। ਹਾਈ ਕੋਰਟ ਉਦੋਂ ਇੰਨੇ ਲੰਬਾ ਨਹੀਂ ਸੀ ਲਮਕਦੇ ਹੁੰਦੇ ਕੇਸ। ਹਾਈ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ। ਹਾਈ ਕੋਰਟ ਨੇ ਕਿਹਾ ਬਈ ਕਿਸਾਨ ਮਿੱਟੀ 'ਚ ਮਿੱਟੀ ਹੋ ਕੇ ਪੈਦਾ ਕਰਦਾ, ਸਰਕਾਰ ਨੂੰ ਕੋਈ ਅਧਿਕਾਰ ਨਹੀਂ ਉਹ 'ਤੇ ਕੋਈ ਪਾਬੰਦੀ ਲਾਏ। ਇਹਨਾਂ ਦਾ ਜਦੋਂ ਜੀ ਚਾਹੇ, ਜਿੰਨੀ ਚਾਹੇ, ਜਿੱਥੇ ਚਾਹੇ, ਜਦੋਂ ਚਾਹੇ ਉਹ ਆਪਣੀ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਆਪਣੀ ਫਸਲ ਲਿਜਾ ਕੇ ਵੇਚ ਸਕਦਾ। ਤੇ ਮੋਰਚਾ ਫਤਿਹ ਹੋ ਗਿਆ। ਉਹ ਤੋਂ ਬਾਅਦ ਫਿਰ
ਅੱਗੇ ਚੱਲਦਾ ਰਿਹਾ। ਫਿਰ ਇਹਨੇ ਬਿਜਲੀ ਦੀ ਐਜੀਟੇਸ਼ਨ ਇੱਕ ਹੋ ਇਹ ਗਈ। ਜਿਹੜੀ ਜਥੇਬੰਦੀ ਚ ਜਿਹਦੇ ਤੁਸੀਂ ਗਏ ਜਦੋਂ ਭਾਰਤੀ ਕਿਸਾਨ ਯੂਨੀਅਨ ਬਣੀ, ਇਹ ਕਦੋਂ ਬਣੀ ਤੇ ਕਿਵੇਂ ਉਹਦੇ ਚ ਆਇਆ? ਫਿਰ ਉਹੀ ਮੈਂ ਦੱਸਣ ਲੱਗਿਆ। ਫਿਰ ਇਹ ਕਿਉਂਕਿ ਜਥੇਬੰਦੀ ਚੱਲਦੀ ਰਹੀ ਖੇਤੀਬਾੜੀ ਜ਼ਿਮੀਂਦਾਰਾਂ ਯੂਨੀਅਨ ਦੇ ਨਾਂ ਨਾਲ, ਪਰ ਸਾਡੀ ਇਹ ਵੀ ਮਨਸ਼ਾ ਸੀ ਵੀ ਇਹ ਸਿਰਫ ਪੰਜਾਬ ਤੱਕ ਸਾਡੇ ਮਸਲੇ ਨਹੀਂ ਸੀਮਤ, ਇਹ ਨੈਸ਼ਨਲ ਲੈਵਲ ਦੇ ਮਸਲੇ ਨੇ, ਇਸ ਕਰਕੇ ਸਾਨੂੰ ਨੈਸ਼ਨਲ ਲੈਵਲ ਦੀ ਜਥੇਬੰਦੀ ਖੜੀ ਕਰਨੀ ਪਏਗੀ। ਤਾਂ 1977 ਵਿੱਚ ਇੱਥੇ ਜਨਤਾ ਪਾਰਟੀ ਦੀ ਸਰਕਾਰ ਬਣੀ, ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਸੀ, ਤੇ ਕੰਝਾਵਲਾ ਪਿੰਡ ਦੇ ਕਿਸਾਨਾਂ ਦਾ ਪ੍ਰਧਾਨ ਮੰਤਰੀ ਨਾਲ ਕਲੈਸ਼ ਹੋ ਗਿਆ। ਉਹਦੇ ਘਰ ਮਿਲਣ ਗਏ, ਕੁਛ ਉਹਨਾਂ ਨੇ ਕਹਿ ਦਿੱਤਾ, ਅੱਗੋਂ ਵੱਧ ਘੱਟ ਹੋ ਗਏ, ਧੱਕੇ ਧੁੱਕੇ ਮਾਰ ਕੇ ਜਦੋਂ ਬਾਹਰ ਕੱਢੇ, ਬਾਹਰਲੇ ਲੋਕ ਵਾਇਲੈਂਟ ਹੋ ਗਏ। ਤੇ ਅਗਲੇ ਦਿਨ 15 ਅਗਸਤ ਨੂੰ, ਇਹ 13 ਅਗਸਤ ਦੀ ਗੱਲ ਹੈ 1977 ਦੀ, 15 ਅਗਸਤ ਨੂੰ ਮੁਰਾਰਜੀ ਦੇਸਾਈ ਨੇ ਲਾਲ ਕਿਲੇ ਤੋਂ ਜਿਹੜਾ ਭਾਸ਼ਣ ਦਿੱਤਾ, 5 ਮਿੰਟ ਉਹ ਇਹੀ ਬੋਲੀ ਗਿਆ, ਕੁਝ ਭੇੜੀਏ ਆਏ ਤੇ ਕੁਝ ਭੇੜੀਏ ਆਏ ਤੇ। ਸਾਰੀ ਦੁਨੀਆ 'ਚ ਰੌਲਾ ਪੈ ਗਿਆ ਵੀ ਪਤਾ ਨਹੀਂ ਕੰਝਾਵਲਾ ਕੋਈ ਸਟੇਟ ਹੈ ਜਿੱਥੇ ਬਗਾਵਤ ਹੋ ਗਈ, ਤੇ ਉੱਥੇ ਅੰਬੈਸੀਆਂ ਭੱਜ ਤੁਰੀਆਂ ਵੀ ਦੇਖੀਏ ਕੀ ਹੋ ਗਿਆ। ਅਸੀਂ ਇੱਧਰੋਂ ਇੱਕ ਟੀਮ ਭੇਜੀ ਵੀ ਜਾ ਕੇ ਦੇਖੋ ਕੰਝਾਵਲੇ ਕੀ ਹੋਇਆ। ਉੱਥੇ ਆ ਕੇ ਅਸੀਂ ਦੇਖਿਆ ਵੀ ਰੌਲਾ ਜਿਹੜਾ ਸੀ ਉੱਥੇ ਹਰੀਜਨ ਵਰਸਸ ਜਾਟ ਸੀਗਾ। ਅਸੀਂ ਮੀਟਿੰਗ 'ਚ ਫੈਸਲਾ ਕੀਤਾ ਵੀ ਸਾਨੂੰ ਇਹਦੇ ਨਾਲ ਕੋਈ ਸਰੋਕਾਰ ਨਹੀਂ, ਪਰ ਇਹਨਾਂ ਨੇ ਮੋਰਚਾ ਲਾਤਾ, ਗ੍ਰਿਫਤਾਰੀਆਂ ਹੁੰਦੀਆਂ, ਇਹਨਾਂ ਦੇ ਨਾਲ ਗ੍ਰਿਫਤਾਰੀਆਂ ਦਿਓ, ਉਹਦੇ ਵਿੱਚੋਂ ਆਪਣੇ ਮਤਲਬ ਦੇ ਬੰਦੇ ਲੱਭੋ ਜਿਹੜੇ ਯੂਪੀ ਤੇ ਹਰਿਆਣੇ ਦੇ ਵਿੱਚ ਜਥੇਬੰਦੀ ਖੜੀ ਹੋ ਸਕੇ। ਉਦੋਂ ਫਿਰ ਅਸੀਂ ਚੌਧਰੀ ਮਹਿੰਦਰ ਸਿੰਘ ਟਕੈਤ ਉੱਥੋਂ ਲੱਭਿਆ, ਹਰਿਆਣੇ ਵਿੱਚੋਂ ਮੰਗੇ ਰਾਮ ਮਲਕ ਔਰ ਰਿਸਾਲਦਾਰ ਬਲਵੀਰ ਸਿੰਘ, ਮਾਸਟਰ ਕੇਰੀ ਸਿੰਘ, ਇਹੋ ਜਿਹੇ ਕੁਝ ਸੱਜਣ ਉੱਥੋਂ ਮਿਲੇ। ਪਰ ਜਦੋਂ ਇੱਕ ਗੱਲ ਕਹੀ ਜਾਂਦੀ ਸੀ ਕਿ ਉਦੋਂ ਚੌਧਰੀ ਚਰਨ ਸਿੰਘ ਵੀ ਬੜੇ ਜਾਟ ਲੀਡਰ ਸੀਗੇ, ਚੌਧਰੀ ਦੇਵੀ ਲਾਲ, ਇੱਧਰ ਪ੍ਰਕਾਸ਼ ਸਿੰਘ ਬਾਦਲ ਹੋਣੀ, ਜਦੋਂ ਇਹ ਕਿਹਾ ਜਾਂਦਾ ਸੀ ਕਿ ਬੜੇ ਪੋਲੀਟੀਕਲ ਲੀਡਰਾਂ ਨੂੰ ਵੀ ਜੋੜਿਆ ਜਾਂਦਾ ਸੀ ਨਾ ਵੀ ਉਹ ਕਿਸਾਨੀ ਚੋਂ ਨੇ, ਚੌਧਰੀ ਚਰਨ ਸਿੰਘ, ਦੇਵੀ ਲਾਲ ਔਰ ਪ੍ਰਕਾਸ਼ ਸਿੰਘ ਬਾਦਲ, ਤਾਂ ਇਹ ਪੋਲੀਟੀਕਲ ਪਾਰਟੀ ਦੀ ਲੜਾਈ ਨਹੀਂ ਸੀ ਬਣਦੀ ਕਿ ਜਾਂ ਉਦੋਂ ਲੜੀ ਨਹੀਂ ਗਈ ਇਸ ਲੈਵਲ ਤੇ? ਨਹੀਂ, ਬਣਦੀ ਸੀ ਲੜਾਈ, ਮੈਂ ਉਹਦਾ ਵੀ ਜ਼ਿਕਰ ਕਰਾਂਗਾ। ਪਹਿਲਾਂ ਤੋਂ ਭਾਰਤੀ ਕਿਸਾਨ ਯੂਨੀਅਨ ਕਿਵੇਂ ਬਣੀ, ਫਿਰ ਉਸ ਜਿਵੇਂ ਮੈਂ ਉਹਦਾ ਜ਼ਿਕਰ ਕਰ ਰਿਹਾ ਸੀ, ਪਹਿਲਾਂ ਤਾਂ ਇਹ ਕੰਝਾਵਲੇ ਐਜੀਟੇਸ਼ਨ 'ਚ ਅਸੀਂ ਜਾ ਕੇ ਦਖਲ ਦੇ ਕੇ ਚੌਧਰੀ ਮਹਿੰਦਰ ਸਿੰਘ ਟਕੈਤ ਉਹਨਾਂ ਨੂੰ ਕੱਢਿਆ। ਇਵੇਂ ਜਿਵੇਂ ਨਾਰਾਇਣਾ ਸਵਾਮੀ ਨਾਇਡੂ ਚੇਨਈ ਦੇ ਵਿੱਚ, ਉਦੋਂ ਮਦਰਾਸ ਕਹਿੰਦੇ ਹੁੰਦੇ ਸੀ, ਉੱਥੇ ਭੁੱਖ ਹੜਤਾਲ 'ਤੇ ਬੈਠੇ ਸੀ ਅਸੀਂ। ਉੱਥੇ ਮੈਂ, ਸਰ ਭੁਪਿੰਦਰ ਸਿੰਘ ਮਾਨ ਤੇ ਗੁਰਬਚਨ ਸਿੰਘ ਭਾਮੀ, ਅਸੀਂ ਉੱਥੇ ਗਏ, ਉਹਨਾਂ ਨਾਲ ਤਾਲਮੇਲ ਕੀਤਾ। ਇਹ ਹੌਲੀ ਹੌਲੀ 14 ਦਸੰਬਰ 1978 ਨੂੰ ਇੰਸਟੀਚਿਊਟ ਆਫ ਇੰਜੀਨੀਅਰਸ ਹੈਦਰਾਬਾਦ 'ਚ ਇੱਕ ਕਨਵੈਨਸ਼ਨ ਹੋਈ, ਸਾਰੇ ਦੇਸ਼ ਦੀਆਂ ਜਥੇਬੰਦੀਆਂ ਇਕੱਠੀਆਂ ਕੀਤੀਆਂ। ਸਰ ਜੋਸ਼ੀ ਉਹਨਾਂ ਨੂੰ ਧੁਲੀਆ 'ਚ ਅਸੀਂ ਜਾ ਕੇ ਮੈਂ ਤੇ ਰਣਜੀਤ ਸਿੰਘ ਪੰਨੂ ਮਿਲੇ, ਇਸੇ ਤਰ੍ਹਾਂ ਪ੍ਰੋਫੈਸਰ ਨੰਜੁੰਦਾ ਸਵਾਮੀ ਨੂੰ ਬੈਂਗਲੌਰ 'ਚ ਮਿਲੇ, ਤੇ ਉਹ ਇੱਕ ਲਾ ਕਾਲਜ ਦੇ ਪ੍ਰਿੰਸੀਪਲ ਸੀ। ਤੇ ਉੱਥੇ ਫਿਰ ਬਣੀ ਇੰਡੀਅਨ ਫਾਰਮਰਸ ਐਸੋਸੀਏਸ਼ਨ, ਜਿਹਦਾ ਨਾਲ ਰੈਜ਼ੋਲੂਸ਼ਨ 'ਚ ਪਾਤਾ ਵੀ ਤੁਸੀਂ ਆਪਣੀ ਰੀਜਨਲ ਲੈਂਗੁਏਜ ਇਹਦਾ ਨਾਂ ਤੁਸੀਂ ਰੱਖ ਸਕਦੇ ਹੋ। ਉੱਥੇ ਫਿਰ ਅਸੀਂ ਨਾਰਥ ਇੰਡੀਆ ਵਾਲੇ, ਯੂਪੀ, ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਵਾਲੇ ਨੇ ਇਕੱਠੇ ਹੋ ਕੇ ਇਹਦਾ ਨਾਂ ਭਾਰਤੀ ਕਿਸਾਨ ਯੂਨੀਅਨ ਰੱਖਿਆ। ਇੱਕ ਤਾਂ ਇਹ ਹੋਇਆ ਉਹਨਾਂ ਦਿਨਾਂ ਵਿੱਚ, ਕਿਉਂਕਿ ਇਹ ਨਾਮਵਰ ਸ਼ਖਸੀਅਤਾਂ ਸੀਗੀਆਂ, ਚੌਧਰੀ ਦੇਵੀ ਲਾਲ ਤੇ ਚੌਧਰੀ ਚਰਨ ਸਿੰਘ। ਇਹ ਪ੍ਰਧਾਨ ਮੰਤਰੀ ਜਦੋਂ ਬਣੇ ਚੌਧਰੀ ਚਰਨ ਸਿੰਘ, ਉਦੋਂ ਵੇਲੇ ਤੱਕ ਅਸੀਂ ਆਮ ਤੌਰ 'ਤੇ ਅਕਾਲੀਆਂ ਨਾਲ ਨੇੜਤਾ ਸੀ ਜ਼ਿਆਦਾ, ਕਿਸਾਨ ਪਰਿਵਾਰਾਂ ਦੀ। ਅਸੀਂ ਉਹਨਾਂ ਨੂੰ ਜਦੋਂ ਵੋਟਾਂ ਆਉਂਦੀਆਂ ਸੀ ਉਹਨਾਂ ਨੂੰ ਸਪੋਰਟ ਕਰਦੇ ਸੀ, ਇਹ ਸਾਡੀ ਪਰਵਾਹ ਕਰਨੋਂ ਹਟ ਗਏ। ਅਸੀਂ ਇੱਕ ਵਾਰੀ ਜਾ ਕੇ ਚੌਧਰੀ ਚਰਨ ਸਿੰਘ ਨੂੰ ਇਨਵਾਈਟ ਕੀਤਾ ਵੀ ਤੁਹਾਡਾ ਤਾਂ ਕੁਝ ਨਹੀਂ ਹੈਗਾ ਪੰਜਾਬ 'ਚ, ਤੇ ਤੁਸੀਂ ਆਓ, ਅਸੀਂ ਤੁਹਾਡਾ ਉੱਥੇ ਨੈਟਵਰਕ ਖੜਾ ਕਰ ਦਾਂਗੇ। ਉਹ ਲੁਧਿਆਣੇ ਆਏ, ਵੱਡੀ ਇੱਕ ਰੈਲੀ ਕੀਤੀ। ਉਦੋਂ ਸਰਕਾਰ ਸੀ, ਸਰਕਾਰ, ਉਹ ਪ੍ਰਾਈਮ ਮਿਨਿਸਟਰ ਸੀਗੇ, ਉਹ ਆਏ, ਇੱਥੇ ਆ ਕੇ ਰੈਲੀ ਨੂੰ ਐਡਰੈਸ ਕੀਤਾ। ਅਸੀਂ ਵੀ ਪੂਰੇ ਕਮਲੇ ਸੀ, ਜਿਹੜੇ ਪੈਸੇ ਇਕੱਠੇ ਹੋਏ ਉਹਨਾਂ ਨੂੰ ਸੈਲੀਬ੍ਰੇਟ ਕਰਤੀ, ਸਾਡੇ ਕੋਲ ਕੁਝ ਬਣਾ ਰਿਹਾ। ਤੇ ਉੱਥੇ ਬਾਅਦ ਜਦੋਂ ਇਲੈਕਸ਼ਨ ਆਈ, ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਅਕਾਲੀਆਂ ਨੂੰ ਸਬਕ ਸਿਖਾਉਣਾ ਹੈ ਤੇ ਤੁਸੀਂ ਸਾਨੂੰ ਕੁਝ ਟਿਕਟਾਂ ਦਿਓ। ਅੱਛਾ, ਉਹਨਾਂ ਨੇ 125 ਟਿਕਟਾਂ, 80 ਦੀ ਇਲੈਕਸ਼ਨ ਆਈ, ਹਾਂ, ਉਹਨਾਂ ਨੇ 125 ਟਿਕਟਾਂ ਸਾਨੂੰ ਫੜਾਤੀਆਂ ਚੱਕ ਕੇ, 117 ਸੀਟਾਂ, ਜਿਹਨੂੰ ਮਰਜ਼ੀ ਦੇ ਦਿਓ। ਜਿਹੜਾ ਅਕਾਲੀ ਰੁੱਸੇ ਉਹਨੂੰ ਟਿਕਟ ਦੇ ਦਈਏ, ਜਿਹੜਾ ਅਕਾਲੀ ਰੁੱਸੇ ਇਹਨੂੰ ਟਿਕਟ ਦੇ ਦਈਏ। ਅੱਛਾ, ਰੁੱਸਿਆਂ ਨੂੰ ਦੋ ਟਿਕਟਾਂ ਦੇ ਦਿੱਤੀਆਂ, ਅਕਾਲੀ ਹਾਰ ਗਏ। ਔਰ ਇਹ ਪਿੱਟਣ ਵੀ ਦੇਖੋ ਜੀ, ਆ ਯੂਨੀਅਨ ਵਾਲੇ ਨੇ ਹਰਾਤਾ। ਅਸੀਂ ਕਿਹਾ ਹੁਣ ਬਾਪੂ ਕਹਿੰਦੇ ਨੇ ਇਹ। ਔਰ ਉਹਨਾਂ ਦਿਨਾਂ ਵਿੱਚ ਅਸੀਂ ਦੇਖਿਆ, ਚੌਧਰੀ ਚਰਨ ਸਿੰਘ ਨਾਲ ਜਦੋਂ ਵੀ ਗੱਲ ਹੁੰਦੀ ਸੀ, ਉਦੋਂ ਉਹ ਕਹਿੰਦੇ ਹੁੰਦੇ ਸੀ ਕਿਸਾਨ ਜਥੇਬੰਦੀ ਦੀ ਲੋੜ ਹੈ, ਪਰ ਪੋਲੀਟਿਕਸ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ। ਇਹ ਦੋਏ ਗੱਲਾਂ ਕਿਹਾ ਕਰਨ। ਤੇ ਚੌਧਰੀ ਦੇਵੀ ਲਾਲ ਦਾ ਇੱਕੋ ਤਕੀਆ ਕਲਾਮ ਸੀ, ਮੈਂ ਆਪਕੋ ਰਾਜ ਦੁਲਾਰੇ ਬਣਾਉਣਾ ਚਾਹਤਾ ਹੂੰ, ਆਪ ਭਾਗ ਭਾਗ ਕੇ ਲਾਠੀਆਂ ਖਾਣੇ ਕੀ ਤਰਫ ਜਾ ਰਹੇ ਹੋ। ਉਹ ਇੱਦਾਂ ਸਾਨੂੰ ਇਸ ਗੱਲੋਂ ਗੁੱਸੇ ਹੁੰਦੇ ਸੀ। ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਸਾਨੂੰ ਪੋਲੀਟਿਕਸ ਵਾਲੇ ਪਾਸੇ ਲਿਜਾਇਆ ਜਾਏ, ਪਰ ਅਸੀਂ ਉਧਰ ਗਏ ਨਹੀਂ। ਚੌਧਰੀ ਸਾਹਿਬ ਦੀ ਉਦੋਂ ਟਿਕਟਾਂ ਲਿਆ ਕੇ ਅਸੀਂ ਉਹ ਵੀ ਲੋਕ ਲੜਾਤੇ, ਆਪ ਉਹਦੇ ਵਿੱਚ ਵੀ ਨਹੀਂ ਇਲੈਕਸ਼ਨ ਨਹੀਂ ਲੜੀ। ਤੇ ਫਿਰ ਭਾਰਤੀ ਕਿਸਾਨ ਯੂਨੀਅਨ ਉਸੇ ਤਰ੍ਹਾਂ ਫਿਰ ਚੱਲਦੀ ਰਹੀ।
ਤੇ ਜਿਹੜੀ ਟਿਕਟਾਂ ਦੀ ਤੁਸੀਂ ਗੱਲ ਕਰਦੇ ਹੋ, ਉਦੋਂ ਜਨਤਾ ਪਾਰਟੀ ਬਣ ਗਈ ਸੀ ਇੱਕ ਲੈਵਲ ਤੇ, ਜਨਸੰਘ ਵੀ ਜਨਤਾ ਪਾਰਟੀ ਨਾਲ ਹੀ ਸੀ, ਅਕਾਲੀ ਦਲ ਤਾਂ ਚਲੋ ਅਲੱਗ ਸੀ, ਤੇ ਉਦੋਂ ਕੰਟਰਡਿਕਸ਼ਨ ਨਹੀਂ ਆਈ ਇਹਨਾਂ ਦੀ ਜਨਸੰਘ ਦੀ ਤੇ ਇਹਨਾਂ ਦੀ? ਨਹੀਂ, ਉਸ ਵੇਲੇ ਪੰਜਾਬ ਵਿੱਚ ਇਹਨਾਂ ਦਾ ਕੋਈ ਬਹੁਤਾ ਵਜੂਦ ਨਹੀਂ ਸੀ। ਅਕਾਲੀਆਂ ਦਾ ਜ਼ਿਆਦਾ ਆਧਾਰ ਸੀ ਜਾਂ ਕਾਂਗਰਸ ਦਾ ਆਧਾਰ ਸੀ। ਇਹਨਾਂ ਨਾਲ ਕੋਈ ਕੰਟਰਡਿਕਸ਼ਨ ਨਹੀਂ ਆਈ। ਹਾਂ, ਇਹ ਠੀਕ ਹੈ, ਚੌਧਰੀ ਬਲਬੀਰ ਸਿੰਘ ਹੁਸ਼ਿਆਰਪੁਰ ਵਾਲੇ ਹੁੰਦੇ ਸੀ, ਉਹ ਉਹਨਾਂ ਦੇ ਚੌਧਰੀ ਚਰਨ ਸਿੰਘ ਦੇ ਨੇੜੇ ਸੀ, ਉਹਨਾਂ ਤੋਂ ਵੀ ਲਾਂਭੇ ਉਹਨਾਂ ਨੇ ਸਾਨੂੰ ਟਿਕਟਾਂ ਫੜਾਤੀਆਂ। ਉਹ ਬੜੇ ਖਫਾ ਹੋਏ ਵੀ ਤੁਸੀਂ ਕੀ ਕਰਦੇ ਹੋ, ਮੈਂ ਜਿਹਨੂੰ ਟਿਕਟ ਦਿੰਦਾ ਤੁਸੀਂ ਦੂਜੇ ਨੂੰ ਦੇ ਦਿੰਦੇ ਹੋ ਲਿਆ ਕੇ। ਇੱਦਾਂ ਦਾ ਕਲੈਸ਼ ਚੱਲਿਆ, ਪਰ ਅਸੀਂ ਸਾਡਾ ਨਿਸ਼ਾਨਾ ਜਿਹੜਾ ਸੀ ਵੀ ਅਕਾਲੀਆਂ ਨੂੰ ਸਾਬਤ ਸਿਖਾਉਣਾ, ਅਸੀਂ ਉਹਨਾਂ ਨੂੰ ਸਿਖਾਤਾ ਉਸ ਵੇਲੇ। 80ਵੇਂ ਦੇ ਬਾਅਦ ਦੀ ਫਿਰ ਮਤਲਬ 80ਵੇਂ ਦਾ ਦੌਰ ਹੀ ਸੀ ਇਹ, ਜਿਹੜਾ ਪੰਜਾਬ ਦੀ ਸਿਆਸਤ ਨੂੰ ਵੀ ਬਦਲਦਾ ਲਗਾਤਾਰ। 78 ਚ ਨਿਰੰਕਾਰੀ ਕਾਂਡ ਹੋ ਜਾਂਦਾ ਹੈ, ਤੇ ਫਿਰ ਉਸ ਤੋਂ ਬਾਅਦ SYL ਦਾ ਮੋਰਚਾ 82 ਚ ਲੱਗ ਜਾਂਦਾ ਆ ਕੇ ਉਸ ਸਾਰੇ ਮਾਮਲੇ ਦੇ ਵਿੱਚ। ਜਿਹੜਾ ਗਵਰਨਰ ਦਾ ਘਰਾਓ ਸੀ, ਇੱਕ ਬੜਾ ਵੱਡਾ ਇੱਕ ਇਵੈਂਟ ਮੰਨਿਆ ਜਾਂਦਾ ਹੈ ਕਿਸਾਨ ਹਿਸਟਰੀ ਦੇ ਵਿੱਚ, ਉਹ ਕਦੋਂ ਸੀ ਤੇ ਕਿਹੜੀਆਂ ਗੱਲਾਂ ਤੇ ਸੀ ਅਸਲ 'ਚ? ਇਸ ਤਰ੍ਹਾਂ ਸੀ, 1982 ਵਿੱਚ ਸਰਕਾਰ ਨੇ ਬਿਜਲੀ ਬੋਰਡ ਵੱਲੋਂ ਇੰਨੇ ਸਰਕੂਲਰ ਜਾਰੀ ਕੀਤੇ ਜਿਹਦੇ ਨਾਲ ਅਸੀਂ ਆਪਣੀ ਮੋਟਰ ਦੇ ਉੱਤੇ, ਜਿਵੇਂ ਪਹਿਲਾਂ ਟੋਕਾ ਮਸ਼ੀਨ ਲਾ ਲੈਂਦੇ ਸੀ, ਕੋਈ ਘਲਾੜੀ ਲਾ ਲੈਂਦਾ ਸੀ, ਅਸੀਂ ਉਹ ਨਹੀਂ ਸੀ ਲਾ ਸਕਦੇ, ਉਹ ਪਾਬੰਦੀ ਲਾਤੀ। ਫਿਰ ਕੁਛ ਇਹ ਕਹਿ ਦਿੱਤਾ ਵੀ ਜਿਹੜਾ ਤੁਹਾਡੀ ਮੋਟਰ ਦਾ ਬੋਰ ਹੈ ਉਹਦਾ ਜਿਹੜੀ ਪਾਈਪਲਾਈਨ ਹੈ ਉਹਦਾ ਇੰਨਾ ਬੈਂਡ ਹੋਊ, ਇਹ ਹੋਊ, ਇੱਕ ਤਰ੍ਹਾਂ ਨਾਲ ਇੰਨੀਆਂ ਸ਼ਰਤਾਂ ਲਾਤੀਆਂ। ਸਾਰੇ ਜਿੰਨੇ ਪੰਜਾਬ ਦੇ ਟਿਊਬਵੈੱਲ ਸੀ ਉਹਨਾਂ ਦੀਆਂ ਮੋਟਰਾਂ ਦੁਬਾਰਾ ਲਾਉਣੀਆਂ ਪੈਣੀਆਂ ਸੀ। ਅਸੀਂ ਦੇਖਿਆ ਵੀ ਇਹ ਤਾਂ ਬਹੁਤ ਵੱਡਾ ਭਾਰ ਪੈ ਜੂ। ਉੱਧਰ ਦੂਸਰੇ ਪਾਸੇ ਇਹਨਾਂ ਨੇ ਬਿਜਲੀ ਦੇ ਬਿੱਲ ਵਧਾ ਕੇ 17 ਤੋਂ 19 ਰੁਪਏ ਹਾਰਸ ਪਾਵਰ ਕੀਤਾ, 2 ਰੁਪਏ ਦਾ ਵਾਧਾ ਕੀਤਾ। ਅਸੀਂ ਬਿਜਲੀ ਬੋਰਡ ਦੇ ਖਿਲਾਫ ਐਜੀਟੇਸ਼ਨ ਕਰਤੀ, ਬਿੱਲ ਦੇਣੇ ਬੰਦ ਕਰਤੇ, ਇਹ ਸਾਡੇ ਕੁਨੈਕਸ਼ਨ ਕੱਟਿਆ ਕਰਨ, ਅਸੀਂ ਕੁਨੈਕਸ਼ਨ ਲਾ ਲਿਆ ਕਰੀਏ, ਜੋੜ ਲਿਆ ਕਰੀਏ। ਅਤੇ ਇੱਕ ਵਾਰੀ ਮੈਨੂੰ ਯਾਦ ਹੈ, ਉਹ ਇੰਸੀਡੈਂਟ ਮੈਨੂੰ ਨਹੀਂ ਭੁੱਲਦੀ, ਕਿਤੇ ਜਦੋਂ ਜਿੱਥੇ ਕੁਨੈਕਸ਼ਨ ਕੱਟਣ ਜਾਂਦੇ ਸੀ ਉੱਥੇ ਲੋਕ ਕਹਿੰਦੇ ਸੀ ਵੀ ਰਾਜੇਵਾਲ ਦਾ ਕੁਨੈਕਸ਼ਨ ਕੱਟ ਕੇ ਆਓ, ਫਿਰ ਸਾਡਾ ਕੱਟਿਓ। ਅਤੇ ਸਰਕਾਰ ਨੇ ਫੈਸਲਾ ਕਰ ਲਿਆ ਵੀ ਰਾਜੇਵਾਲ ਦਾ ਹੀ ਕੁਨੈਕਸ਼ਨ ਕੱਟੋ। ਇਹ ਸੁਮੇਧ ਸਿੰਘ ਸੈਣੀ ਉਦੋਂ ਅੰਡਰ ਟ੍ਰੇਨਿੰਗ ਖੰਨੇ ਗਿਆ ਹੀ ਸੀਗਾ ਐਜ਼ ASP, ਉੱਥੇ ਖੰਨੇ 'ਚ ਇਹਦੀ ਡਿਊਟੀ ਸੀ, ਅਤੇ ਇਹਨੂੰ ਭੇਜਤਾ ਸਾਡੇ ਪਿੰਡ ਸਾਡਾ ਕੁਨੈਕਸ਼ਨ ਕੱਟਣ ਵਾਸਤੇ। ਨਾ ਕੋਈ ਘਰ ਸੀ, ਨਾ ਪਿੰਡ ਵਿੱਚ ਕੋਈ ਬੰਦੇ ਮਿਲੇ। ਮੇਰੇ ਭਾਬੀ ਜੀ ਨੇ ਲੇਡੀਜ਼ ਇਕੱਠੀਆਂ ਕੀਤੀਆਂ, ਇਕੱਠੀਆਂ ਕਰਕੇ ਜਦ ਇਹ ਕੁਨੈਕਸ਼ਨ ਕੱਟ ਕੇ ਆਇਆ, ਇੱਕ ਪਾਸੇ ਤਾਂ ਪਾਣੀ ਦਾ ਨਾਲ ਅਸੀਂ, ਇੱਕ ਪਾਸੇ ਵਾੜ ਗੱਡੀ ਹੋਈ ਸੀ ਰਸਤੇ 'ਚ, ਅਤੇ ਇਹਨਾਂ ਨੇ ਉਹਨੂੰ ਘੇਰ ਲਿਆ, ਨਾਅਰੇ ਲਾਈ ਜਾਣ। ਅਤੇ ਉਹ ਕਹੇ ਬੀਬੀ ਹੁਣ ਬਹੁਤ ਹੋ ਗਏ ਨਾਅਰੇ, ਮੈਨੂੰ ਛੱਡ ਦਿਓ। ਉਹ ਕਹਿਣ ਨਹੀਂ ਤੈਨੂੰ ਨਹੀਂ ਛੱਡਣਾ, ਤੂੰ ਪਾਪ ਕੀਤਾ। ਅਤੇ ਫਿਰ ਉਹਨੇ ਕਿਹਾ ਵੀ ਦੱਸੋ। ਉਹਨਾਂ ਨੇ ਕਿਹਾ ਵੀ ਪਹਿਲਾਂ ਕੁਨੈਕਸ਼ਨ ਲਾ ਕੇ ਆ। ਉਹ ਕੁਨੈਕਸ਼ਨ ਲਾ ਕੇ ਆ ਗਿਆ, ਫਿਰ ਆ ਕੇ ਫਿਰ ਨਾਅਰੇ ਲਾਈ ਜਾਣ। ਉਹ ਕਹਿਣ ਵੀ ਹੁਣ ਕੀ ਹੋ ਗਿਆ? ਉਹ ਕਹਿਣ ਵੀ ਤੂੰ ਪਾਪ ਕੀਤਾ, ਨਾਅਰੇ ਲਾ, ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ। ਉਹਨੂੰ ਨਾਅਰੇ ਲਾਉਣੇ ਪਏ। ਉਹਨੇ ਆ ਕੇ ਰਿਪੋਰਟ ਕੀਤਾ। ਸਰਕਾਰ ਨੇ ਇਹਦਾ ਬੜਾ ਸਖਤ ਨੋਟ ਲਿਆ, ਔਰ 4-5 ਦਿਨ ਬਾਅਦ ਰਾਜੇਵਾਲ ਤੇ ਪਿੰਡ 'ਤੇ ਇੰਨਾ ਅਟੈਕ ਕੀਤਾ। ਅਤੇ ਉਦੋਂ ਪੰਜਾਬੀ ਟ੍ਰਿਬਿਊਨ ਸ਼ੁਰੂ ਹੋਇਆ ਸੀਗਾ, ਫਰੰਟ ਪੇਜ ਪੂਰਾ ਭਰਿਆ ਸੀ ਵੀ ਰਾਜੇਵਾਲ ਪਿੰਡ 'ਤੇ ਇਸ ਤਰ੍ਹਾਂ ਅਟੈਕ ਕੀਤਾ ਜਿਵੇਂ ਕਿਸੇ ਦੁਸ਼ਮਣ ਦੀ ਟੈਰੀਟਰੀ 'ਤੇ ਅਟੈਕ ਕੀਤਾ ਹੁੰਦਾ। ਸਾਰੇ ਪਿੰਡ ਦੇ ਘਰਾਂ ਦੇ ਸੰਦੂਕਾਂ ਦੇ ਪੇਟੀਆਂ ਦੇ ਕੱਪੜੇ ਕੱਢ ਕੇ ਬਾਹਰ ਸਿੱਟਦੇ, ਸਾਰੇ ਅਸਲੇ ਜਿੰਨੇ ਸੀ ਲਾਇਸੈਂਸ ਉਹ ਲੈ ਗਏ, 17 ਬੰਦਿਆਂ ਨੂੰ ਲੈ ਗਏ, ਸਾਡੇ ਸਾਰੇ ਪਰਿਵਾਰ ਨੂੰ, ਸਣੇ ਭਾਬੀ ਜੀ ਨੂੰ, ਸਾਨੂੰ ਸਾਰਿਆਂ ਨੂੰ ਅੰਦਰ ਦੇ ਦਿੱਤਾ। 6 ਮਹੀਨੇ ਇਹ ਸਾਰਾ ਪਰਿਵਾਰ ਅੰਦਰ ਰਹੇ, ਅਤੇ ਜ਼ਮਾਨਤ ਹੋਈ ਨਹੀਂ, ਲੋਕਾਂ ਨੇ ਸਾਡੀ ਖੇਤੀ ਕੀਤੀ। ਤੋ ਉਹ ਇੰਸੀਡੈਂਟ ਨਹੀਂ ਮੈਨੂੰ ਭੁੱਲਦੀ। ਔਰ ਫਿਰ ਉਹ ਤੋਂ ਬਾਅਦ ਜਦੋਂ ਅਸੀਂ ਜੇਲ੍ਹ ਤੋਂ ਬਾਹਰ ਆਏ, ਫਿਰ ਇਹ ਫੈਸਲਾ ਕੀਤਾ ਵੀ ਹੁਣ ਇੱਦਾਂ ਨਹੀਂ ਗੱਲ ਮੁੱਕਣੀ, ਹੁਣ ਤਾਂ ਗਵਰਨਰ ਦਾ ਘਿਰਾਓ ਕੀਤਾ ਜਾਏ। ਫਿਰ 12 ਤੋਂ 19 ਮਾਰਚ 1984 ਨੂੰ 7 ਦਿਨ ਗਵਰਨਰ ਦਾ ਘਿਰਾਓ ਕੀਤਾ। BD ਪਾਂਡੇ ਉਦੋਂ ਗਵਰਨਰ ਹੁੰਦਾ ਸੀ, ਉਹਨੂੰ ਅਸੀਂ 7 ਦਿਨ ਬਾਹਰ ਨਹੀਂ ਨਿਕਲਣ ਦਿੱਤਾ। ਅਤੇ ਉਦੋਂ ਮੈਂ, ਸਰ ਅਜਮੇਰ ਸਿੰਘ ਲੱਖੋਵਾਲ ਅਤੇ ਸਰ ਭੁਪਿੰਦਰ ਸਿੰਘ ਮਾਨ, ਸਾਨੂੰ ਤਿੰਨਾਂ ਨੂੰ ਜਥੇਬੰਦੀ ਦੀ ਤਿੱਖੜੀ ਕਰਕੇ ਮੀਡੀਆ ਜਿਹੜਾ ਸੀ ਉਹ ਕਹਿੰਦਾ ਸੀ, ਅਤੇ ਅਸੀਂ ਉਹ ਸਾਰੀਆਂ ਮੰਗਾਂ ਜਿਹੜੀਆਂ ਮਨਾ ਕੇ ਉੱਠੇ। ਇੱਕ ਗੱਲ ਜਿਹੜੀ ਉਸ ਵੇਲੇ ਐਡਮਿਨਿਸਟ੍ਰੇਸ਼ਨ ਨੂੰ ਸਮਝ ਨਾ ਆਈ, ਅਸੀਂ ਇੱਕ ਜੌਲ ਕਮੇਟੀ ਬਣਵਾ ਲਈ। ਅਸੀਂ ਕਿਹਾ ਵੀ ਸਾਨੂੰ ਤੁਸੀਂ ਦੱਸੋ ਵੀ ਤੁਸੀਂ ਸਾਡਾ ਅਕਾਊਂਟ ਫੋਰ ਨਹੀਂ ਕਰਦੇ ਜੋ ਸਾਡੇ ਕੋਲ ਲੈਂਦੇ ਹੋ, ਅਤੇ ਸਾਬਤ ਕਰੋ ਵੀ ਜਿੰਨਾ ਸਾਤੇ ਲੈਂਦੇ ਹੋ ਉਨਾ ਹੀ ਤੁਸੀਂ ਅਕਾਊਂਟ ਫੋਰ ਕਰਦੇ ਹੋ। ਉਹਨਾਂ ਨੇ ਇੱਕ ਕਮੇਟੀ ਬਣਾਤੀ ਉਹਨੂੰ ਸਟੱਡੀ ਕਰਨ ਵਾਸਤੇ। ਇਹਦੇ ਨਾਲ ਸਾਰਾ ਸਰਕਾਰ ਦਾ ਸਭ ਕੁਝ ਬਾਹਰ ਆਉਂਦਾ ਸੀਗਾ, ਕੋਸਟ ਕੈਲਕੂਲੇਸ਼ਨਸ ਬਾਹਰ ਆਉਂਦੀਆਂ ਸੀ। ਅਤੇ ਜੌਹਲ ਸਾਹਿਬ ਇੱਕ ਮੀਟਿੰਗ 'ਚ ਮੈਨੂੰ ਕਹਿੰਦੇ ਵੀ ਰਾਜੇਵਾਲ ਜੀ ਆਪ ਫੜੇ ਹੋ ਗਏ ਨਾ ਇੱਕ ਡਾਕੂਮੈਂਟ। ਮੈਂ ਕਿਹਾ ਜੀ ਕੀ ਹੈ? ਕੋਸਟ ਕੈਲਕੂਲੇਸ਼ਨਸ ਨੇ। ਮੈਂ ਕਿਹਾ ਇਹ ਰੱਖਿਓ ਆਪਣੇ ਕੋਲ। ਮੈਂ ਆਪਣੇ ਕੋਲੋਂ ਕੱਢਿਆ ਵੀ ਦੇਖੋ ਜੀ ਆਹ ਦੇਖੋ ਇਹੀ ਹੈ। ਉਹ ਕਹਿੰਦੇ ਕੀ ਮਤਲਬ? ਮੈਂ ਕਿਹਾ ਇਹ 'ਤੇ ਮੋਹਰ ਲਾ ਕੇ ਦਿਓ ਵੀ ਸਰਕਾਰੀ ਡਾਕੂਮੈਂਟ ਹੈ ਇਹ, ਅਨਓਫੀਸ਼ੀਅਲੀ ਤਾਂ ਮੇਰੇ ਕੋਲ ਹੈਗਾ। ਉਹ ਕਹਿੰਦਾ ਜੀ ਇਸੇ ਗੱਲ ਵਿੱਚ ਜਿਹੜੇ ਅਫਸਰ ਨੇ ਕਮੇਟੀ ਬਣਾਈ ਉਹਨੂੰ ਅਸਾਮ ਮਾਰਿਆ ਚੱਕ ਕੇ ਵੀ ਤੁਸੀਂ ਸਾਡਾ ਸਾਰਾ ਕੁਝ ਪਾ ਜੂਗੀ ਹੇਠਾਂ ਲੱਗੇ ਆ।
ਤੇ ਫਿਰ ਉਦੋਂ ਜੌਹਲ ਸਾਹਿਬ ਨੇ ਆਪਣੀ ਰਿਪੋਰਟ 'ਚ ਲਿਖਿਆ ਸੀ, ਦੇयर इज़ अ कंटिन्यूअस स्क्वीज ओवर ਰੀਅਲ ਮਾਰਜਨ ਆਫ ਪ੍ਰੋਫਿਟ ਆਫ ਦ ਫਾਰਮਰਸ ਫॉर ਮੋਰ ਦੈਨ ਅ ਡਿਕੇਡ। ਉਹ ਬੜੀ ਵੱਡੀ ਗੱਲ ਸੀ ਜਿਹੜੀ ਉਦੋਂ ਉਹ ਲਿਖ ਗਏ। ਤੇ ਉਹ ਜਿਹੜੀ ਜਿੰਨੀਆਂ ਡਿਮਾਂਡ ਸੀ, ਸਾਰਾ ਜਿਹੜੇ ਰੇਟ ਵਧੇ ਸੀਗੇ ਬਿਜਲੀ ਦੇ, ਉਹ ਵੀ ਵਾਪਸ ਹੋ ਗਏ ਸੀ, ਸਾਰੇ ਸਰਕੂਲਰ ਵਾਪਸ ਹੋ ਗਏ ਸੀ। ਉਹ ਅੰਦੋਲਨ ਅਸੀਂ ਪੂਰੀ ਤਰ੍ਹਾਂ ਸਫਲਤਾ ਨਾਲ ਜਿੱਤੇ। ਔਰ ਇੱਥੇ ਹੀ ਨਹੀਂ, ਉੱਤੇ ਬਾਅਦ ਇੱਕ ਕਮਾਲ ਇਹ ਹੋਇਆ ਵੀ ਇੰਨਾ ਲੋਕੀ ਐਜੀਟੇਸ਼ਨ ਨਾਲ ਜੁੜੇ ਸੀ ਵੀ ਅਸੀਂ ਇੱਕ ਕਾਲ ਦੇਤੀ, ਕਣਕ ਦੀ ਵਾਢੀ ਸੀ ਅਗਲੀ ਵਾਰ ਅਸੀਂ ਨਾਅਰਾ ਦੇਤਾ, ਕਣਕ ਬੰਦ ਕਰਜ਼ਾ ਬੰਦ। ਇੱਕ ਗੀਤ ਸਾਡੇ ਇੱਕ ਸਾਥੀ ਨੇ ਲਿਖਿਆ ਸੀ, ਕਣਕ ਤੇ ਕਰਜ਼ਾ ਨਹੀਂ ਦੇਣਾ ਚੋਰਾਂ ਦੀ ਮਾਸੀ ਨੂੰ, ਕੱਟ ਦਿਆਂਗੇ ਸਾਲ 84 ਵਿੱਚ 84 ਨੂੰ। ਉਹ ਇੰਨਾ ਮਕਬੂਲ ਹੋਇਆ ਵੀ 7 ਦਿਨ ਅਸੀਂ ਕਿਸੇ ਮੰਡੀ ਵਿੱਚ ਨਹੀਂ ਗਏ, ਕਿਤੇ ਖੜ ਕੇ ਨਹੀਂ ਪ੍ਰਚਾਰ ਕੀਤਾ, ਮੀਡੀਆ ਰਾਹੀਂ ਪ੍ਰਚਾਰ ਨਾਲ ਇੱਕ ਦਾਣਾ ਕਣਕ ਦਾ ਨਹੀਂ ਖਰੀਦਿਆ ਗਿਆ। ਤੇ ਫਿਰ ਤੁਸੀਂ ਕਿਤੇ ਨਾ ਜਨਰਲ ਬਰਾੜ ਦੀ ਜਿਹੜੀ ਕਿਤਾਬ ਆਪਰੇਸ਼ਨ ਬਲੂ ਸਟਾਰ 'ਤੇ ਲਿਖੀ, ਉਹਦੇ ਵਿੱਚ ਇੱਕ ਉਹਨੇ ਪਾਸਿੰਗ ਰੈਫਰੈਂਸ ਦਿੱਤਾ ਹੈ। ਉਹ ਕਹਿੰਦਾ ਹੈ ਵੀ ਇਹਦੇ ਪਿੱਛੇ ਕਿਸਾਨ ਅੰਦੋਲਨ ਦਾ ਵੀ ਹੱਥ ਸੀ। ਜਿਹੜੀ ਇਹ ਸਥਿਤੀ ਵਿਗੜੀ, ਸਰਕਾਰ ਘਬਰਾ ਗਈ ਸੀ ਵੀ ਜਿੰਨਾ ਇੱਥੇ ਪੰਜਾਬ ਦਾ ਕਿਸਾਨ ਆਰਗੇਨਾਈਜ਼ ਹੋ ਗਿਆ, ਇਹ ਸਾਡੇ ਲਈ ਕਿਸੇ ਵੇਲੇ ਮੁਸੀਬਤ ਹੋ ਸਕਦਾ ਹੈ। ਉਹਨਾਂ ਨੇ ਫਿਰ ਇਸੇ ਕਰਕੇ ਹਾਲਾਤ ਇੱਦਾਂ ਦੇ ਬਣਾਏ ਵੀ ਇੱਧਰ ਇਹਨਾਂ ਦਾ ਧਰਮ ਯੁੱਧ ਮੋਰਚਾ ਸੀਗਾ ਅਕਾਲੀਆਂ ਦਾ, ਉਹਨੂੰ ਰੰਗਤ, ਧਾਰਮਿਕ ਰੰਗਤ ਦੇ ਕੇ ਹੌਲੀ ਹੌਲੀ ਹਾਲਾਤ ਵਿਗਾੜੇ ਜਿਹਦੇ ਨਾਲ ਆਪਰੇਸ਼ਨ ਬਲੂ ਸਟਾਰ ਹੋਇਆ। ਤੁਹਾਡੀ ਐਜੀਟੇਸ਼ਨ ਤੇ ਧਰਮ ਯੁੱਧ ਕਾਫੀ ਦੇਰ ਪੈਰਲਲ ਵੀ ਚੱਲਦੇ ਰਹੇ, ਲਗਾਤਾਰ ਚੱਲਦੇ ਰਹੇ, ਮਤਲਬ ਉਸ ਰੂਪ SYL ਦੇ ਉੱਤੇ ਮੈਨੂੰ ਹਾਲੇ ਵੀ ਯਾਦ ਹੈ, ਮੈਂ ਤੇ ਅਜਮੇਰ ਸਿੰਘ ਦੋਨੋਂ ਜਣੇ ਅਸੀਂ ਉਸ ਵੇਲੇ ਬਹੁਤ ਬਰੀਕੀ ਨਾਲ, ਹਾਲੇ ਸਿੱਟੇ ਤੇ ਨਹੀਂ ਸੀ ਅੱਪੜੇ, ਪਰ ਇਹਨੂੰ ਸਟੱਡੀ ਕਰਨ ਵਾਸਤੇ ਅਸੀਂ ਪਹਾੜਾਂ ਤੇ ਪੈਂਟਾਂ ਮੋਢਿਆਂ ਤੇ ਰੱਖ ਕੇ ਉਧਰ ਕਿਹੜੀ ਇੱਕरहेल ਖੰਡ ਕੁਛ ਇੱਦਾਂ ਦੀ ਖੱਡ ਹੈ, ਉੱਥੇ ਅਸੀਂ ਪਹਾੜਾਂ ਤੇ ਤੁਰੇ ਫਿਰੀਏ। ਅਸੀਂ ਉਦੋਂ ਡਿਮਾਂਡ ਕਰਦੇ ਸੀ ਵੀ SYL ਦੀ ਜਿਹੜੀ ਅਲਾਈਨਮੈਂਟ ਹੈ ਬਦਲੀ ਕਰੋ, ਅਲਾਈਨਮੈਂਟ ਬਦਲੀ ਕਰਕੇ ਚੰਡੀਗੜ੍ਹ ਦੇ ਉੱਤੇ ਦੀ ਕਰੋ, ਤਾਂ ਕਿ ਜਿਹੜੇ ਹੈਗੇ ਸਾਡੇ ਮੋਹਾਲੀ ਜ਼ਿਲ੍ਹੇ ਦੇ ਆਏ ਪਿੰਡ ਜਿਨ੍ਹਾਂ ਨੂੰ ਪਾਣੀ ਨਹੀਂ ਮਿਲਦਾ, ਇਹਨਾਂ ਨੂੰ ਵੀ ਪਾਣੀ ਮਿਲ ਜੇ। ਉਦੋਂ ਬਹੁਤ ਬਰੀਕੀ 'ਚ ਨਹੀਂ ਸੀ ਘੋਖਿਆ, ਪਰ ਅਲਾਈਨਮੈਂਟ ਬਦਲੀ ਕਰਨ ਦੀ ਲੜਾਈ ਅਸੀਂ ਪਾਈ ਸੀ। ਫਿਰ ਜਦੋਂ ਇਹ ਪਥਰੇੜੀ ਕੋਲੋਂ ਪੱਟਣ ਲੱਗੇ ਅਸੀਂ ਉੱਥੇ ਰੋਕਦੇ, ਉੱਥੇ ਅਸੀਂ ਤੰਬੂ ਲਾ ਲਿਆ। ਫਿਰ ਜਦੋਂ ਇਹ ਇੱਧਰ ਆ ਕੇ ਜਿਹੜੀ ਚੂਨੀ ਰੋਡ 'ਤੇ ਜਿੱਥੇ ਸੜਕ ਕ੍ਰਾਸ ਕਰਦੀ ਆ ਉੱਥੇ ਪੱਟਣ ਲੱਗੇ ਅਸੀਂ ਉੱਥੇ ਰੋਕਤੇ। ਉੱਥੇ ਫਿਰ ਬਰਨਾਲਾ ਸਰਕਾਰ ਸੀ, ਉੱਥੇ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰਤਾ। ਅਤੇ ਉਸੇ ਦੌਰਾਨ ਫਿਰ ਜਿਹੜਾ ਇਹ ਦੂਜਾ ਘਟਨਾ ਵਾਪਰੀ, ਫਿਰ ਉੱਥੇ ਨਹਿਰ ਤੋੜਤੀ, ਕੁਛ ਜਿਹੜੇ ਨੌਜਵਾਨ ਸੀ ਗਰਮ ਖਿਆਲੀ ਸੀ ਉਹਨਾਂ ਨੇ ਨਹਿਰ ਤੋੜਤੀ। ਇੱਦਾਂ ਫਿਰ ਸਥਿਤੀ ਵਿਗੜ ਨਾਰਮਲੀ ਇਹ ਇੱਕ ਹਿਸਟੋਰੀਕਲ ਫੈਕਟ ਹੈ ਕਿ ਜਿਹੜੀਆਂ ਵੀ ਜਨਤਕ ਮੂਵਮੈਂਟਾਂ 'ਚੋਂ ਕੁਛ ਲੀਡਰ ਉੱਭਰਦੇ ਰਹੇ ਨੇ ਤੇ ਉਹਨਾਂ ਨੂੰ ਸਰਕਾਰਾਂ ਨੇ ਜਾਂ ਸੰਬੰਧਿਤ ਪਾਰਟੀਆਂ ਨੇ ਜਾਂ ਤਾਂ ਕੋਸ਼ਿਸ਼ ਕੀਤੀ ਕਿ ਸਾਡੇ ਨਾਲ ਰਲ ਜਾਣ, ਮਤਲਬ ਕੋਈ ਅਹੁਦੇਦਾਰੀਆਂ ਵੀ ਦਿੱਤੀਆਂ ਤੇ ਟਿਕਟਾਂ ਵੀ ਦਿੱਤੀਆਂ। ਕੁਝ ਨੂੰ ਇਹ ਕਿਹਾ ਜਿਹੜੇ ਪੜ੍ਹੇ ਲਿਖੇ ਸੀ ਕਿ ਕਿਤੇ ਨਾ ਕਿਤੇ ਲਵਾ ਦਿੰਦੇ ਆ ਤੁਹਾਨੂੰ ਕੋਈ ਅਫਸਰੀ ਜਾਂ ਹੋਰ, ਜਿਵੇਂ ਐਮਰਜੈਂਸੀ 'ਚ ਕਾਫੀ ਲੋਕ ਜੇਲ੍ਹ ਗਏ ਸੀ। ਐਮਰਜੈਂਸੀ ਜੇਲ੍ਹ ਜਿਹੜੇ ਗਏ, ਸਪੋਜ਼ ਕਰੋ ਜਿਵੇਂ ਆਪਾਂ ਨੂੰ ਪਤਾ PSU 'ਚ ਗਏ ਸੀਗੇ ਵਿਦਿਆਰਥੀ, ਜਿੱਥੇ ਚੰਦੂ ਮਾਜਰੇ ਹੋਣੀ ਇੱਧਰ ਆ ਗਏ, ਯੂਥ ਵਿੰਗ, ਬਾਕੀ ਚੀਜ਼ਾਂ। ਔਰ ਇਸੇ ਤਰ੍ਹਾਂ ਬਹੁਤ ਸਾਰੇ ਮੁੰਡੇ ਜਿਹੜੇ ਗਏ ਸੀ ਵਿਦਿਆਰਥੀ ਜੇਲ੍ਹ 'ਚ, ਉਹਨਾਂ ਨੂੰ ਮੰਡੀ ਬੋਰਡ 'ਚ ਬਹੁਤ ਨੂੰ ਨੌਕਰੀਆਂ ਦਿੱਤੀਆਂ, ਕਿਤੇ ਕਿਸੇ ਨੌਕਰੀਆਂ ਦਿੱਤੀਆਂ। ਤਾਂ ਤੁਹਾਡੇ 'ਚ ਜਿਹੜੇ ਉਸ ਸਮੇਂ ਬੰਦੇ ਐਕਟਿਵ ਹੋਏ ਔਰ ਜਿਨ੍ਹਾਂ ਦਾ ਪ੍ਰਭਾਵ ਲੋਕਾਂ 'ਚ ਸੀ, ਇਹ ਮੌਕੇ ਨਹੀਂ ਕਦੇ ਬਣੇ? ਜਾਂ ਅਕਾਲੀ ਦਲ ਜਿਹਦੇ ਨਾਲ ਤੁਸੀਂ ਜ਼ਿਆਦਾ ਸੰਬੰਧਿਤ ਸੀ, ਜਾਂ ਕੋਈ ਕਾਂਗਰਸੀ ਵੀ, ਇਵਨ ਅਕਾਲੀਆਂ 'ਚੋਂ ਵੀ ਕਾਂਗਰਸ 'ਚ ਜਾਂਦੇ ਰਹੇ ਲੋਕ, ਜਿਹੜੇ ਪੇਸ਼ਕਸ਼ ਕਰਦੇ ਰਹੇ ਹੋਣ ਵੀ ਨਹੀਂ ਤੁਸੀਂ ਇੱਧਰ ਆਓ, ਪੋਲੀਟੀਕਲੀ ਰੋਲ ਪਲੇ ਕਰੋ, ਪੋਲੀਟਿਕਸ 'ਚ ਆ ਕੇ ਕਹਿ ਲਓ ਜੋ ਕਹਿਣਾ? ਨਹੀਂ, ਸਾਡਾ ਜਿਹੜਾ ਪੋਸਚਰ ਸੀ ਨਾ ਸਾਰਿਆਂ ਦਾ ਇੰਨਾ ਸਖਤ ਸੀ, ਐਂਟੀ ਪੋਲੀਟਿਕਸ। ਸਾਨੂੰ ਉਸ ਵੇਲੇ ਇੰਨਾ ਪੜ੍ਹਾਇਆ ਗਿਆ ਸੀ, ਸਾਡੇ ਜਿਹੜੇ ਸਾਨੂੰ ਸਮਝਾਉਣ ਵਾਲੇ ਸਿੱਖ ਸਾਡੇ ਗੁਰੂ ਸੀ। ਭਈ ਪ੍ਰਤਾਪ ਸਿੰਘ ਕਾਦੀਆਂ ਆਏ ਸੀਗੇ ਪੋਲੀਟਿਕਸ 'ਚੋਂ, MLA ਰਹੇ ਸੀ, ਉਹ ਸਾਡੇ ਮੈਂਟਰ ਸੀ। ਬਹੁਤਾ ਸਾਨੂੰ ਉਹਨਾਂ ਨੇ ਸਮਝਾਇਆ ਔਰ ਉਹਨਾਂ ਨੇ ਕਿਹਾ ਰਾਜਨੀਤੀ 'ਚ ਕੁਛ ਨਹੀਂ ਮੈਂ ਦੇਖਿਆ। ਉਹਦਾ ਪ੍ਰਕਾਸ਼ ਸਿੰਘ ਬਾਦਲ ਨਾਲ ਝਗੜਾ ਸੀ ਔਰ ਇੱਕ ਵਾਰੀ ਦੀ ਮਿਨਿਸਟਰੀ ਵੀ ਤੋੜੀ ਸੀ ਜਦੋਂ ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਬਣਿਆ, ਉਹਦੇ ਵਿੱਚ ਰੋਲ ਪ੍ਰਤਾਪ ਸਿੰਘ ਕਾਦੀਆਂ ਦਾ ਸੀ ਬਹੁਤ ਜ਼ਿਆਦਾ। ਉਹਨਾਂ ਨੂੰ ਬਜਟ ਪੇਸ਼ ਨਹੀਂ ਸੀ ਕਰ ਦਿੱਤਾ। ਹਾਂ। ਤੋ ਉਦੋਂ ਫਿਰ ਉਹ ਬੰਦੇ ਲੈ ਕੇ ਸ਼ਿਮਲੇ ਚਲੇ ਗਏ ਸੀ, ਟੁੱਟ ਗਈ ਸੀ ਸਰਕਾਰ। ਫਿਰ ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਬਣੇ ਤੇ ਉਹਨਾਂ ਦਾ ਇਹ ਸੀਗਾ ਵੀ ਰਾਜਨੀਤੀ 'ਚ ਕੁਛ ਨਹੀਂ ਹੈ, ਤੁਸੀਂ ਆਪਣੀ ਕਿਸਾਨੀ ਬਚਾ ਲਓ, ਇਹੀ ਬੜੀ ਗੱਲ ਹੈ। ਤੇ ਅਸੀਂ ਤਾਂ ਰਾਜਨੀਤੀ ਵੱਲ ਕਦੇ ਝਾਕੇ ਹੀ ਨਹੀਂ। ਮੇਰਾ ਖਿਆਲ ਜਦੋਂ ਐਮਰਜੈਂਸੀ ਵੀ ਲੱਗੀ ਹੈ ਸਾਨੂੰ, ਇੱਕ ਵਾਰੀ ਤਾਂ ਮੇਰੇ ਤੇ ਔਰ ਅਜਮੇਰ ਸਿੰਘ ਤੇ ਦੋਹਾਂ ਤੇ NSA ਲਾਤਾ, ਸਾਨੂੰ ਜੇਲ੍ਹ ਭੇਜਤਾ
NSA ਲਾ ਕੇ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਆਪਣੇ ਆਪ ਹੀ ਸਰਕਾਰ ਨੇ ਕੀ ਫੈਸਲਾ ਲੈ ਲਿਆ ਔਰ NSA ਸਾਡੀ 751 'ਚ ਕਨਵਰਟ ਕਰਤੀ। ਫਿਰ ਸਾਨੂੰ ਕੋਈ ਪਤਾ ਨਹੀਂ ਕੀ ਹੋਇਆ, ਸਰਕਾਰ ਨੇ ਆਪਣੇ ਆਪ ਕੁਛ ਮਹੀਨੇ ਕੁ ਦੇ ਬਾਅਦ ਸਾਨੂੰ ਜੇਲ੍ਹ 'ਚੋਂ ਛੱਡਤਾ। ਫਿਰ ਜਿੰਨੇ ਸਾਡੇ ਸਾਥੀ, ਬਹੁਤ ਸਾਰੇ ਸਾਡੇ ਵਰਕਰ ਜਿਹੜੇ ਸੀ ਫੜ ਕੇ ਜੇਲ੍ਹਾਂ 'ਚ ਦਿੱਤੇ ਸੀ ਐਮਰਜੈਂਸੀ ਵੇਲੇ, ਪਰ ਉਹ ਸਾਰੇ ਦੇ ਸਾਰੇ ਹੀ ਸਰਕਾਰ ਨੇ ਛੱਡ ਦਿੱਤੇ ਸੀ। ਫਿਰ ਇੱਕ ਗੱਲ ਇਹ ਵੀ ਵਾਪਰੀ ਸੀ ਕਿ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਪਾਰਟੀ ਰਜਿਸਟਰਡ ਵੀ ਕਰਾਈ ਇੱਕ ਸਮੇਂ ਦੇ ਵਿੱਚ, ਤੇ ਜਦੋਂ ਇਹ ਹੋ ਗਿਆ ਸੀ ਵੀ ਸ਼ਾਇਦ ਵੀ ਇਸ ਕਰਕੇ ਵੀ ਵਿਰੋਧ ਹੋ ਗਿਆ, ਪਾਰਟੀ ਜਥੇਬੰਦੀ 'ਚ ਟੁੱਟ ਵੀ ਪਈ, ਬਾਕੀ ਚੀਜ਼ਾਂ ਹੋਈਆਂ, ਔਰ ਉਹਦਾ ਲੁਧਿਆਣੇ ਵਾਲੇ ਦਫ਼ਤਰ ਦੇ ਉੱਤੇ ਉਹ ਵੀ ਰਿਹਾ ਬੋਰਡ ਲੱਗਿਆ ਹੋਇਆ ਇੱਕ ਪਾਰਟੀ ਦੇ ਤੌਰ ਤੇ, ਪੋਲੀਟੀਕਲ ਪਾਰਟੀ ਦੇ ਤੌਰ ਤੇ। ਨਹੀਂ, ਉਹ ਕਾਫੀ ਲੇਟ ਸੀ ਜਿਸ ਵੇਲੇ ਅਸੀਂ ਇਹਦੇ 'ਚ ਧੜੇਬੰਦੀ ਹੋ ਗਈ ਸੀ, ਜਦੋਂ ਲੱਖੋਵਾਲ ਤੇ ਅਸੀਂ ਅਲੱਗ ਹੋ ਗਏ ਸੀ। ਤੇ ਲੱਖੋਵਾਲ ਸਾਹਿਬ 1988 ਵਿੱਚ ਅਸੀਂ ਉਹਨਾਂ ਨਾਲ ਅਲੱਗ ਹੋਏ। ਉਹਨਾਂ ਨੇ ਫਿਰ ਇਹ ਪਾਰਟੀ, ਲੋਕ ਹਿੱਤ ਪਾਰਟੀ ਨਾਂ ਦੀ ਪਾਰਟੀ ਰਜਿਸਟਰ ਕਰਾਈ ਸੀ, ਤੇ ਉਹ ਚੱਲ ਨਹੀਂ ਸਕੀ, ਐਗਜ਼ਿਸਟ ਨਹੀਂ ਕੀਤੀ। ਪਾਰਟੀਆਂ ਚਲਾਉਣਾ ਔਖਾ ਵੀ ਕੰਮ ਹੁੰਦਾ, ਪਰ ਪਤਾ ਨਹੀਂ ਉਹ ਉਹਨਾਂ ਨੂੰ ਜ਼ਿਆਦਾ ਬਿਹਤਰ ਪਤਾ ਹੋਊ, ਪਰ ਉਹਨਾਂ ਨੇ ਪਾਰਟੀ ਬਣਾਈ ਸੀ ਜਿਹੜੀ ਰਜਿਸਟਰ ਕਰਾਉਣ ਦੇ ਬਾਵਜੂਦ ਫਿਰ ਬੰਦਿਆਂ ਨੇ ਇਲੈਕਸ਼ਨ ਲੜੀ। ਹਾਂ, ਇਲੈਕਸ਼ਨ ਤਾਂ ਜਦੋਂ ਚੌਧਰੀ ਚਰਨ ਸਿੰਘ ਨੇ ਟਿਕਟਾਂ ਦਿੱਤੀਆਂ ਉਦੋਂ ਸਾਰਿਆਂ ਨੇ ਰਲ ਕੇ ਵੀ ਲੜਾਈ, ਉਹਦੇ ਵਿੱਚੋਂ ਵੀ ਕੁਝ ਨਹੀਂ ਨਿਕਲਿਆ। ਕੁਝ ਅਸੀਂ ਬੰਦੇ ਉੱਥੇ ਭੇਜੇ ਵੀ, ਔਰ ਜਿਹੜੇ ਭੇਜ ਦਿੱਤੇ ਉਹਨਾਂ ਨੂੰ ਬਾਅਦ 'ਚ ਅਸੀਂ ਨੇੜੇ ਨਾ ਲੱਗਣ ਦੇਈਏ, ਉਹ ਬੜੇ ਖਫਾ ਵੀ ਤੁਸੀਂ ਉਹ ਸਾਨੂੰ ਭੇਜਿਆ, ਹੁਣ ਤੁਸੀਂ ਸਾਨੂੰ ਨੇੜੇ ਨਹੀਂ ਲੱਗਣ ਦਿੰਦੇ। ਤੇ ਹੌਲੀ ਹੌਲੀ ਉਹ ਫਿਰ ਸਾਡੇ ਵਿੱਚ ਫੇਰ ਆ ਗਏ, ਤੇ ਉਹਦੇ ਕੋਈ ਰਿਜ਼ਲਟਸ ਨਹੀਂ ਆਏ ਜਿਹੜੀ ਅਜਮੇਰ ਸਿੰਘ ਨੇ ਕਰਾਈ ਸੀ ਪਾਰਟੀ। ਤੇ ਜਿਹੜੀ ਜਥੇਬੰਦੀ 'ਚ ਫਿਰ ਫੁੱਟ ਦਰ ਫੁੱਟ ਪੈਣੀ ਸ਼ੁਰੂ ਹੋਈ, ਇਹਦੇ ਰੀਜਨ ਕੀ ਤੁਸੀਂ ਦੇਖਦੇ ਹੋ ਲਗਾਤਾਰ? ਕਿਉਂਕਿ ਇੱਕ ਵਾਰ ਇਹ ਇਕੱਠਾ ਜਿਹਾ ਲੱਗਦਾ ਸੀ ਜਿਹਦੇ 'ਚ ਨਾ ਸਾਰਾ ਮਿਲਗੋਭਾ ਵੀ ਸੀ, ਵੱਖ-ਵੱਖ ਵਿਚਾਰਾਂ ਵਾਲੇ ਬੰਦੇ ਵਿੱਚ ਹੀ, ਖੱਬੇ ਪੱਖੀਆਂ ਦੇ ਵਿੱਚ ਆ ਗਏ, ਵਿੱਚ ਬਾਕੀ ਆ ਗਏ, ਤੇ ਫਿਰ ਉਹ ਐਂ ਕਰਨ ਲੱਗੀਆਂ ਫਟਾਫਟ ਦਰਜਨਾਂ ਹੀ ਬਣ ਗਈਆਂ। ਮਤਲਬ ਦਰਜਨਾਂ ਦੀ ਬਜਾਏ ਹੁਣ ਕਿਸਾਨ ਅੰਦੋਲਨ ਤੱਕ 32 ਤਾਂ ਛੋਟੇ-ਮੋਟੇ ਦਿਖਾਈ ਦਿੱਤੀਆਂ। ਤੇ ਉਹਦੇ ਰੀਜਨ ਕੀ ਸੀਗੇ ਮੇਨ? ਦੇਖੋ, ਮੈਂ ਇੱਦਾਂ, ਮੈਨੂੰ ਇਹ ਚੰਗਾ ਨਹੀਂ ਲੱਗਦਾ, ਮੈਂ ਫਿਰ ਵੀ ਹੁਣ ਤੁਸੀਂ ਸਵਾਲ ਕੀਤਾ, ਮੈਂ ਇਹਦਾ ਜਵਾਬ ਜ਼ਰੂਰ ਦਿਆਂਗਾ। ਜਦੋਂ ਅਸੀਂ ਵੱਖ ਹੋਏ ਤੋਂ ਪਹਿਲਾਂ ਇੱਕ ਆਮ ਤੌਰ ਤੇ, ਮੈਨੂੰ ਨਹੀਂ ਪਤਾ ਮੇਰਾ ਸਾਥੀ ਹੈ ਅਜਮੇਰ ਸਿੰਘ, ਇਹਦੇ ਅੰਦਰ ਕਿਉਂ ਇਨਫੀਰੀਅਰਿਟੀ ਕੰਪਲੈਕਸ ਸੀ, ਉਹ ਆਮ ਕਹਿਣ ਲੱਗ ਪਿਆ ਵੀ ਜਦੋਂ ਗੱਲਬਾਤ ਹੁੰਦੀ ਸੀ ਤਾਂ ਗੱਲਬਾਤ ਆਮ ਤੌਰ ਤੇ ਮੈਂ ਕਰਦਾ ਸੀ ਉਦੋਂ ਵੀ, ਉਹ ਕਹਿਣ ਲੱਗ ਪਿਆ ਯਾਰ ਮੈਨੂੰ ਪਤਾ ਨਹੀਂ ਲੱਗਦਾ, ਇਹ ਰਾਜੇਵਾਲ ਜਦੋਂ ਗੱਲ ਹੁੰਦੀ ਹੈ ਅੰਗਰੇਜ਼ੀ ਜੀ ਬੋਲ ਕੇ ਅਫਸਰਾਂ ਨੂੰ ਆਪਣੇ ਨਾਲ ਲੈ ਲੈਂਦਾ, ਸਾਨੂੰ ਤਾਂ ਕੋਈ ਪੁੱਛਦੇ ਨਹੀਂ। ਮੈਨੂੰ ਬੜਾ ਕਹਿਣਾ ਵੀ ਰਾਜੇਵਾਲ ਆਪਣੇ ਵਾਸਤੇ ਕੁਛ ਨਹੀਂ ਲੈ ਕੇ ਆਉਂਦਾ, ਰਾਜੇਵਾਲ ਜਥੇਬੰਦੀ ਵਾਸਤੇ ਲਿਆਉਂਦਾ, ਸਾਰੇ ਉਹਦੇ 'ਚ ਭਾਗੀਦਾਰ ਆ, ਤੂੰ ਇੱਦਾਂ ਕਿਉਂ ਸੋਚਦਾ ਹੁੰਦਾ, ਤੂੰ ਮੇਰਾ ਭਰਾ ਹੈ, ਤੂੰ ਇੱਦਾਂ ਕਾਹਤੇ ਕਰਦਾ। ਔਰ ਈਵਨ ਇੱਕ ਵਾਰੀ ਦੀ ਕਿਸੇ ਵੇਲੇ ਨਾ ਅਸੀਂ ਅਖਬਾਰ ਕੱਢੀ ਸੀ ਕਿ ਕਿਸਾਨ ਮਸਲੇ, ਪਹਿਲਾਂ ਉਹਦੇ ਹਰਭਜਨ ਸਿੰਘ ਜੰਡੀ ਐਡੀਟਰ ਸੀਗੇ, ਫਿਰ ਬਾਅਦ 'ਚ ਮੈਂ ਉਹਦਾ ਐਡੀਟਰ ਬਣਿਆ। ਉਸ ਵੇਲੇ ਇੱਕ ਫੈਸਲਾ ਹੋਇਆ ਵੀ ਜਥੇਬੰਦੀ ਦੀ ਹਿਸਟਰੀ ਲਿਖੋ। ਹਿਸਟਰੀ ਲਿਖਤੀ ਮੈਂ, ਲਿਖਣ ਤੋਂ ਬਾਅਦ ਇਹਨੇ ਰੌਲਾ ਪਾ ਲਿਆ ਵੀ ਮੇਰਾ ਨਾਂ ਨਾਲ ਲਿਖੋ, ਵੀ ਮੈਂ ਵੀ ਲਿਖੀ ਹੈ ਹਿਸਟਰੀ। ਮੈਂ ਕਿਹਾ ਯਾਰ ਨਾ ਕਲੇਸ਼ ਪਾਓ, ਇਹਦਾ ਵੀ ਨਾਂ ਲਿਖ ਦਿਓ, ਸਾਡਾ ਦੋਹਾਂ ਦਾ ਨਾਂ ਲਿਖਿਆ, ਤਾਂ ਉਹ ਛਪਵਾਈ। ਤਾਂ ਇੱਦਾਂ ਪਤਾ ਨਹੀਂ ਇਹਦੇ ਮਨ ਵਿੱਚ ਹੋਈ ਹੈ ਹੁਣ ਕਿਤੇ, ਉਹ ਪਈ ਉੱਥੇ ਦਫ਼ਤਰ 'ਚ ਜਮੇਰ ਸਿੰਘ ਦੇ, ਮੇਰੇ ਕੋਲ ਨਹੀਂ ਹੈ, ਉਹਦੇ ਕੋਲ ਉਸ ਵੇਲੇ ਤੱਕ ਦੀ ਹਿਸਟਰੀ ਲਿਖੀ ਹੋਈ ਪਈ ਆ ਉਹ। ਤਾਂ ਮੈਨੂੰ ਇਸ ਗੱਲ 'ਤੇ ਅਫਸੋਸ ਹੈ ਵੀ ਇੰਨੀ ਕੁ ਗੱਲ ਨੂੰ ਲੈ ਕੇ ਅਜਮੇਰ ਸਿੰਘ ਹੋਰਾਂ ਨੇ, ਜਦੋਂ 1928 ਦੀ ਸਾਡੀ ਚੋਣ ਆਈ, ਉਹ ਤੋਂ ਪਹਿਲਾਂ ਮੈਂਬਰਸ਼ਿਪ ਵਿੱਚ ਇਹਨਾਂ ਨੇ ਅਲੱਗ ਡੈਲੀਗੇਟ ਇਸ ਨਿਸ਼ਾਨੇ ਨਾਲ ਬਣਾਉਣੇ ਸ਼ੁਰੂ ਕਰਤੇ ਵੀ ਮੈਂ ਪ੍ਰਧਾਨ ਬਣਨਾ। ਅਸੀਂ ਚੋਣ ਤੋਂ ਕੁਝ ਦਿਨ ਪਹਿਲਾਂ ਇਕੱਠੇ ਹੋਏ ਜਟਾਣੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ। ਅਸੀਂ ਇਹਨੂੰ ਕਿਹਾ ਵੀ ਜਮੇਰ ਸਿੰਘ, ਸਾਨੂੰ ਪਤਾ ਲੱਗਿਆ ਵੀ ਤੂੰ ਪ੍ਰਧਾਨ ਬਣਨਾ ਚਾਹੁੰਦਾ ਹੈ, ਪਰ ਤੂੰ ਜੋ ਸਾਡੀ ਰਵਾਇਤ ਆ ਉਹ ਨਾ ਤੋੜ, ਪ੍ਰਧਾਨ ਤੈਨੂੰ ਬਣਾਵਾਂਗੇ। ਸਾਡੀ ਰਵਾਇਤ ਇਹ ਸੀ ਵੀ ਅਸੀਂ ਸਿਲੈਕਸ਼ਨ ਕਰਦੇ ਸੀ, ਇਲੈਕਸ਼ਨ ਨਹੀਂ। ਅਸੀਂ ਕਹਿੰਦੇ ਸੀ ਵੀ ਜਿਹੜਾ ਮੰਗੇ ਉਹਨੂੰ ਅਹੁਦੇਦਾਰੀ ਨਹੀਂ ਦੇਣੀ, ਤੇ ਜਿਹੜਾ ਮੰਗੂਗਾ ਉਹ ਫਿਰ ਗੜਬੜ ਕਰੂਗਾ। ਅਸੀਂ ਉਹਨੂੰ ਕਹਿੰਦੇ ਸੀ ਤੂੰ ਇੱਦਾਂ ਕਰ, ਤੂੰ ਪੋਜ਼ ਕਰ, ਤੂੰ ਨਹੀਂ ਚਾਹੁੰਦਾ, ਗੁਰੂ ਘਰ 'ਚ ਬੈਠੇ ਸਾਡੀ ਡਿਊਟੀ ਲਾ, ਤੇ ਮੇਰੀ ਡਿਊਟੀ ਲਾਏਗਾ ਤਾਂ ਮੈਂ ਨਾਮ ਪੇਸ਼ ਕਰੂੰ, ਦੂਜਾ ਤੇ ਤੈਨੂੰ ਪ੍ਰਪੋਜ਼ ਕਰੂਗਾ, ਤੇ ਪ੍ਰਧਾਨ ਤੂੰ ਹੀ ਹੋਏਗਾ, ਪਰ ਇਸ ਤਰ੍ਹਾਂ ਸਾਡੀ ਰਵਾਇਤ ਨਾ ਤੋੜ। ਇਹ ਸਾਨੂੰ ਹਾਂ ਹੂੰ ਅੱਜ ਕਰਦਾ, ਕੱਲ੍ਹ ਕਰਦਾ, ਫੇਰ ਮਿਲਾਂਗੇ, ਫੇਰ ਮਿਲੇ, ਫਿਰ ਅਖੀਰਲੇ ਦਿਨ ਸਾਨੂੰ ਕਹਿ ਕੇ ਚਲਾ ਗਿਆ ਮੈਂ ਤਾਂ ਡਾਂਗ ਨਾਲ ਬਣਨਾ। ਤੇ ਚਤਰ ਸਿੰਘ ਪਾਰਕ ਵਿੱਚ ਬਹੁਤ ਵੱਡਾ ਇਕੱਠ ਹੋਇਆ, ਡੈਲੀਗੇਟ ਇਕੱਠੇ ਹੋਏ। ਪਿਸ਼ੌਰਾ ਸਿੰਘ ਸਾਡਾ ਉਹਦਾ ਓਬਜ਼ਰਵਰ ਸੀ, ਚੋਣ ਇਹਨੇ ਕਰਾਉਣੀ ਸੀ। ਤੇ ਇਹਦੇ ਨਾਲ ਪਹਿਲੀ ਵਾਰੀ ਦੇਖੇ ਕੋਈ ਹਥਿਆਰਬੰਦ ਬੰਦੇ ਆਏ, ਉਹਨਾਂ ਨੇ ਪਤਾ ਹੀ ਨਹੀਂ ਸਾਨੂੰ ਕਿਹੜੇ ਬੰਦੇ ਸੀ। ਉਹ ਲੱਖੋਵਾਲ ਨਾਲ ਸਾਨੂੰ ਨਹੀਂ ਪਤਾ ਵੀ ਉਹ ਬੰਦੇ ਕਿਹੜੇ ਸੀਗੇ, ਜਿਨ੍ਹਾਂ ਨੇ ਇੱਕ ਨੇ ਨਾਮ ਪ੍ਰਪੋਜ਼ ਕਰਤਾ, ਦੂਜੇ ਨੇ ਸੈਕਿੰਡ ਕਰਕੇ ਹੋ ਗਿਆ ਬਈ, ਹੋ ਗਿਆ। ਅਸੀਂ ਇਹਨੂੰ ਕਿਹਾ ਪਿਸ਼ੌਰਾ ਸਿੰਘ ਨੂੰ ਵੀ ਇਹਨੂੰ ਤੂੰ ਚੋਣ ਕਹਿਣਾ, ਕਹਿੰਦਾ ਗਲਤ ਹੋਇਆ। ਅਸੀਂ ਕਿਹਾ ਫਿਰ ਤੂੰ ਇੱਦਾਂ ਕਰ, ਬਣਾ ਇਹਨੂੰ ਦੇ, ਤੂੰ ਇੱਕ ਵਾਰੀ ਇਹ ਕਹਿ ਦੇ ਵੀ ਇਹ ਚੋਣ ਠੀਕ ਨਹੀਂ, ਮੈਂ ਦੁਬਾਰਾ ਡੈਲੀਗੇਟ ਬੁਲਾਊਂਗਾ, ਫਿਰ ਚੋਣ ਹੋਊ, ਸਾਡਾ ਵਾਅਦਾ ਤੇਰੇ ਨਾਲ ਬਣਾ, ਤੂੰ ਇਹਨੂੰ ਦੇ।
ਕਹਿੰਦਾ ਗੱਲ ਤਾਂ ਤੁਹਾਡੀ ਠੀਕ ਹੈ ਪਰ ਮੈਂ ਕਹਿਣੀ ਨਹੀਂ, ਉਹ ਰਲਿਆ ਹੋਇਆ ਸੀ। ਅਸੀਂ ਉੱਥੋਂ ਤੁਰ ਪਏ। ਜਦੋਂ ਤੁਰਨ ਲੱਗੇ ਸਾਡਾ ਜਿਹੜਾ ਕੇਡਰ ਸੀ ਉਹ ਮਾਯੂਸ ਸੀ, ਕਿਉਂਕਿ ਉਹਨਾਂ ਦੇ ਮਨ ਵਿੱਚ ਇੱਕ ਗੱਲ ਹਮੇਸ਼ਾ ਇਹ ਸੀਗੀ ਹਰ ਵਾਰੀ ਬਈ ਜਦੋਂ ਸਾਡੀ ਚੋਣ ਹੁੰਦੀ ਸੀ ਉਹ ਕਹਿੰਦੇ ਸਾਡੀ ਇਹ ਤਿੱਕੜੀ ਬਿਲਕੁਲ ਫਿੱਟ ਹੈ। ਇਹੀ ਅਹੁਦੇ ਇਹਨਾਂ ਦੇ ਕੋਲ, ਭੁਪਿੰਦਰ ਮਾਨ ਕੋਲ ਪ੍ਰਧਾਨਗੀ ਦਾ, ਅਜਮੇਰ ਸਿੰਘ ਕੋਲ ਜਨਰਲ ਸੈਕਟਰੀ ਦਾ, ਮੇਰੇ ਕੋਲ ਨੈਸ਼ਨਲ ਜਨਰਲ ਸੈਕਟਰੀ ਦਾ, ਰਹਿਣ ਦਿਓ, ਸਾਡੀ ਇਸ ਟੀਮ ਦੇ ਵਿੱਚ ਕੋਈ ਖੋਟ ਨਹੀਂ। ਅਤੇ ਇਹਨੂੰ ਇਹ ਲੱਗਿਆ ਵੀ ਜੇ ਇਹੀ ਕੁਛ ਰਹਿਣਾ ਤਾਂ ਮੈਂ ਤਾਂ ਕਦੇ ਪ੍ਰਧਾਨ ਬਣ ਨਹੀਂ ਸਕਣਾ। ਤੋ ਇਹਨੇ ਇਹ ਸਾਰਾ ਕੁਝ ਕੀਤਾ। ਤਾਂ ਫਿਰ ਅਸੀਂ ਜਦੋਂ ਤੁਰਨ ਲੱਗੇ ਵਾਪਸ, ਸਾਨੂੰ ਸੜਕ 'ਤੇ ਆ ਕੇ ਵਰਕਰਾਂ ਨੇ ਘੇਰ ਲਿਆ, ਕਿੱਥੇ ਚੱਲੇ ਹੋ? ਅਸੀਂ ਕਿਹਾ ਵੀ ਹੁਣ ਚੋਣ ਹੋ ਗਈ, ਹੁਣ ਅਸੀਂ ਆਪਣੇ ਘਰਾਂ ਨੂੰ ਜਾਂਦੇ। ਮੈਨੂੰ ਯਾਦ ਹੈ ਮੈਂ ਉਦਣ ਵੀ ਸਵੇਰ ਵੇਲੇ ਭੁਪਿੰਦਰ ਸਿੰਘ ਮਾਨ ਨੂੰ ਕਿਹਾ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਜਾਬੋਂ ਛੁੱਟੀ, ਛੱਡੋ ਮਾਨ ਸਾਹਿਬ, ਇਹਨੂੰ ਬਣ ਜਾਣ ਦਿਓ ਪ੍ਰਧਾਨ, ਆਪਾਂ ਆਪਣੇ ਬੱਚੇ ਪਾਲੀਏ, ਕੀ ਇੱਥੇ ਕੋਈ ਤਨਖਾਹ ਲੱਗੀ ਹੈ। ਅਸੀਂ ਤਿਆਰ ਹੋ ਕੇ ਗਏ ਸੀ ਵੀ ਚਲੋ ਅਸੀਂ ਕੋਈ ਰੌਲਾ ਨਹੀਂ ਪਾਉਣਾ, ਪਰ ਕੇਡਰ ਨੇ ਘੇਰ ਲਿਆ। ਮੁੰਡਾ ਸਤਨਾਮ ਸਿੰਘ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਦੇ ਦਾਦਾ ਜੀ ਸਾਡੇ ਬੜੇ ਐਕਟਿਵ ਮੀਤ ਪ੍ਰਧਾਨ ਸੀਗੇ ਪੰਜਾਬ ਦੇ, ਸਿਆਣੇ ਬੜੇ ਸੀ। ਉਹਨਾਂ ਨੇ ਸਾਨੂੰ ਆ ਕੇ ਘੇਰ ਲਿਆ, ਕਿੱਧਰ ਚੱਲੇ ਹੋ? ਅਸੀਂ ਕਿਹਾ ਜੀ ਹੁਣ ਘਰਾਂ ਨੂੰ ਚੱਲੇ ਹਾਂ, ਚੋਣ ਹੋ ਗਈ। ਕਹਿੰਦੇ ਜੋ ਉਹਨੇ ਤਾਂ ਜੋ ਕਰਨਾ ਸੀ ਕਰ ਲਿਆ, ਪਰ ਅਸੀਂ ਜਿਹੜੇ ਤੁਹਾਡੇ ਆ ਕੇ ਜੇਲ੍ਹਾਂ ਨੂੰ ਤੁਰ ਪੈਂਦੇ ਹਾਂ, ਸਾਨੂੰ ਛੱਡ ਕੇ ਕਿੱਥੇ ਜਾਓਗੇ? ਅਸੀਂ ਤਾਂ ਉਹਦੇ ਨਾਲ ਜਾਣਾ ਨਹੀਂ। ਫਿਰ ਮੁੜ ਕੇ ਇਕੱਠੇ ਹੋ ਗਏ। ਹੁੱਕਾ ਟੋਕਲੇਸ ਹੋਇਆ, ਕੋਈ ਪ੍ਰਧਾਨ ਬਣਨਾ ਨਾ ਮੰਨੇ। ਬਲਦੇਵ ਸਿੰਘ ਮੀਆਂਪੁਰ ਸਾਡੇ ਖਜ਼ਾਨਚੀ ਹੁੰਦੇ ਸੀ, ਇਹਨੂੰ ਧੱਕੇ ਨਾਲ ਪ੍ਰਧਾਨ ਬਣਾਇਆ ਵੀ ਤੂੰ ਪ੍ਰਧਾਨ ਬਣ ਜਾ, ਕੰਮ ਅਸੀਂ ਕਰਾਂਗੇ। ਉਦੋਂ ਫਿਰ ਅਸੀਂ 2 ਹੋ ਗਏ। 2 ਤੋਂ ਬਾਅਦ ਫਿਰ ਕੁਛ ਦਿਨਾਂ ਬਾਅਦ ਅਜਮੇਰ ਸਿੰਘ ਨੇ ਕੀ ਕੀਤਾ ਵੀ ਇਹ ਪਿਸ਼ੌਰਾ ਸਿੰਘ ਹੋਰਾਂ ਨੂੰ ਕੱਢਤਾ। ਪਿਸ਼ੌਰਾ ਸਿੰਘ ਹੋਰਾਂ ਨੂੰ ਕੱਢਤਾ। ਇਹਨਾਂ ਨੇ ਫਿਰ ਇੱਕ ਏਕਤਾ ਕਮੇਟੀ ਬਣਾ ਲਈ। ਉਹ ਸਾਡੀ ਏਕਤਾ ਕਰਾਉਣ ਵਾਸਤੇ ਮੀਟਿੰਗਾਂ ਕਰਾਉਣ ਲੱਗ ਗਈ। ਕਦੇ ਪਟਿਆਲੇ ਮੀਟਿੰਗ ਹੋ ਰਹੀ ਹੈ, ਰਾੜਾ ਸਾਹਿਬ ਮੀਟਿੰਗ ਹੋ ਰਹੀ ਹੈ, ਲੁਧਿਆਣੇ ਹੋ ਰਹੀ ਹੈ, ਆਲਮਗੀਰ ਹੋ ਰਹੀ ਹੈ। ਉਹ ਪ੍ਰਚਲਿਤ ਹੋ ਗਈ, ਇੱਕ ਖਬਰਾਂ ਲੱਗਣ ਲੱਗ ਗਈਆਂ ਵੀ ਏਕਤਾ ਕਮੇਟੀ ਮੀਟਿੰਗ ਕਰਾ ਰਹੀ ਹੈ, ਏਕਤਾ ਹੋਣ ਵਾਲੀ ਹੈ, ਏਕਤਾ ਹੋਣ ਵਾਲੀ ਹੈ। ਉਦੋਂ ਹੀ ਪਤਾ ਲੱਗਿਆ ਜਦੋਂ ਪਿਸ਼ੌਰਾ ਸਿੰਘ ਨੇ ਅਨਾਊਂਸ ਕਰਤਾ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਬਣ ਗਈ। ਉਹ ਜਦੋਂ ਏਕਤਾ ਬਣ ਗਈ ਫਿਰ ਉਹਦੇ ਵਿੱਚੋਂ ਫਿਰ ਇਹਨਾਂ ਦੀ ਨਾ ਬਣੀ, ਇਹਨਾਂ ਦੇ ਵਿੱਚੋਂ ਉਗਰਾਹਾਂ ਵਾਲੇ ਨਿਕਲ ਗਏ। ਉਹਨਾਂ ਦੇ ਵਿੱਚੋਂ ਜਿਉਂ ਨਿਕਲਣ ਲੱਗੇ ਇੱਕ ਤੋਂ ਬਾਅਦ ਦੂਜੀ, ਤੀਜੀ, ਚੌਥੀ, ਫਿਰ ਕੋਈ ਬਨ ਸੁਭੀ ਨਹੀਂ ਰਿਹਾ। ਫਿਰ ਤਾਂ ਜਥੇਬੰਦੀਆਂ ਦੀ ਗਿਣਤੀ ਉਹ ਕੋਈ ਨਾ ਰਹੀ। ਫਿਰ ਇਸ ਤਰ੍ਹਾਂ ਜਥੇਬੰਦੀਆਂ ਬਣਦੀਆਂ ਚੱਲੀਆਂ। ਤੇ ਉਸੇ ਸਾਰੇ ਮਾਮਲੇ ਦੇ ਵਿੱਚ ਜੇਕਰ ਅਸੀਂ ਆਉਂਦੇ, ਜਿਵੇਂ ਤੁਹਾਡੀ ਆਰਗੇਨਾਈਜੇਸ਼ਨ ਨੇ ਹਮੇਸ਼ਾ ਜਦੋਂ ਚੋਣਾਂ ਆਉਂਦੀਆਂ ਸੀ ਇੱਕ ਲਾਈਨ ਲਈ ਵੀ ਆਪਾਂ ਇਕੱਠ ਸੱਦੋ ਤੇ ਇੱਕ ਮੈਮੋਰੰਡਮ ਰੱਖੋ ਵੀ ਕਿਹੜੀ ਪਾਰਟੀ ਇਹਨੂੰ ਮੰਨਦੀ ਹੈ, ਆਪਾਂ ਉਹਦੀ ਸਪੋਰਟ ਕਰ ਦਾਂਗੇ। ਬਾਕੀ ਕਈ ਜਥੇਬੰਦੀਆਂ ਇਹੋ ਜਿਹੀਆਂ ਨੇ ਵੀ ਆਪਾਂ ਤਾਂ ਬਾਈਕਾਟ ਕਰਾਂਗੇ, ਕਈ ਜਥੇਬੰਦੀਆਂ ਇਹੋ ਜਿਹੀਆਂ ਨੇ ਵੀ ਆਪਾਂ ਕਿਸੇ ਨੂੰ ਕੁਝ ਵੀ ਨਹੀਂ ਕਹਿੰਦੇ, ਨਾ ਬਾਈਕਾਟ ਕਹੀਏ ਤੇ ਨਾ ਕੁਝ ਕਹੀਏ ਤੇ ਨਾ ਕੁਝ ਕਹੀਏ। ਤੁਸੀਂ ਸਮੇਂ-ਸਮੇਂ 'ਤੇ ਵੱਖ-ਵੱਖ ਧਿਰਾਂ ਨੂੰ ਸਪੋਰਟ ਕੀਤੀ ਵੀ, ਔਰ ਉਹਦਾ ਕੀ ਮਤਲਬ, ਇਹਦਾ ਮਤਲਬ ਰਾਜਨੀਤੀ ਵੋਟਾਂ ਦੇ ਸਮੇਂ ਤਾਂ ਇੱਕ ਦੀ ਸਪੋਰਟ ਹੁੰਦੀ ਰਹੀ ਤੇ ਉਹਦੇ ਤੋਂ ਬਿਨਾਂ ਨਹੀਂ ਰਾਜਨੀਤੀ ਨਾਲ ਜਥੇਬੰਦੀ ਦਾ ਕੋਈ ਮਤਲਬ ਰਾਜਨੀਤੀ ਤਾਂ ਹੁੰਦੀ ਹੈ ਪਰ ਪਾਰਟੀ ਨਾਲ ਲਾਗਾ ਦੇਗਾ ਇਹ ਕਿਸੇ ਨਾਲ ਨਹੀਂ ਰਿਹਾ। ਉਦੋਂ ਦੀਆਂ ਜਿਹੜੀਆਂ ਘਟਨਾਵਾਂ ਲਗਾਤਾਰ ਵਾਪਰੀਆਂ ਨੇ, ਤੁਸੀਂ ਉਹਦੇ 'ਚੋਂ ਹੁਣ ਸੈਟਿਸਫਾਈ ਆ ਕਿ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਆਹ ਕਰਾਂਗੇ ਉਹ ਕਿੰਨੇ ਕੁ ਮੁੱਕਰਦੇ ਰਹੇ, ਕਿਹੜੇ-ਕਿਹੜੀਆਂ ਗੱਲਾਂ ਤੇ ਮੇਨ ਮੁੱਕਰੇ ਦੁਆਰਾ ਫਿਰ ਕਹਿ ਕੇ ਵੀ ਬੰਦੇ? ਨਹੀਂ, ਉਹ ਕੁਛ ਇੱਕ ਇਹ ਵੀ ਸੀ ਉਸ ਵੇਲੇ ਸਮਾਂ ਇਹੋ ਜਿਹਾ ਸੀਗਾ ਜਿਹੜਾ ਅਕਾਲੀ ਦਲ ਸੀ ਇਹ ਪਿੰਡਾਂ ਵਿੱਚ ਆਮ ਕਿਸਾਨੀ ਦੇ ਵਿੱਚ ਇਹਦੀਆਂ ਜੜ੍ਹਾਂ ਬੜੀਆਂ ਮਜ਼ਬੂਤ ਸੀ। ਅਤੇ ਸਾਡਾ ਕੇਡਰ ਵੀ ਜਿਹੜਾ ਸੀਗਾ ਬਹੁਤਾ ਇਹਨਾਂ ਨਾਲ ਹਮਦਰਦੀ ਰੱਖਦਾ ਸੀ। ਜਦੋਂ ਕੋਈ ਫੈਸਲਾ ਹੁੰਦਾ ਸੀ ਤਾਂ ਆਮ ਤੌਰ 'ਤੇ ਅਕਾਲੀ ਦਲ ਦੇ ਹੱਕ ਵਿੱਚ ਹੋ ਜਾਂਦਾ ਸੀ। ਅਤੇ ਜਦੋਂ ਇਹ ਫਿਰ ਸਾਡੀ ਕੋਈ ਬਹੁਤੀ ਪਰਵਾਹ ਨਹੀਂ ਸੀ ਕਰਨ ਲੱਗੇ, ਇਹ ਹਟ ਗਏ ਸੀ ਪਰਵਾਹ ਕਰਨੋਂ। ਅਤੇ ਫਿਰ ਅਸੀਂ ਉਸੇ ਰੋਸ ਵਿੱਚ ਅਸੀਂ ਚੌਧਰੀ ਚਰਨ ਸਿੰਘ ਤੋਂ ਲੈ ਕੇ ਟਿਕਟਾਂ ਵੰਡੀਆਂ। ਤੇ ਇੱਕ ਵਾਰੀ ਇਹ ਕੀਤਾ, ਫਿਰ ਉਹਦੇ ਬਾਅਦ ਅਸੀਂ ਇੱਕ ਵਾਰ ਤੁਸੀਂ ਸਰਬਸੰਮਤ ਅਕਾਲੀ ਦਲ ਨਾਲ ਜਥੇਦਾਰ ਟੌੜਾ ਨਾਲ ਵੀ ਤਾਲਮੇਲ 'ਚ ਸੀ 2002 ਦੀ ਇਲੈਕਸ਼ਨ। ਉਹ ਬਾਅਦ 'ਚ ਸੀ। ਉਹ ਜਦੋਂ ਟੌੜਾ ਸਾਹਿਬ ਤੇ ਬਾਦਲ ਅਕਾਲੀ ਦਲ ਅਲੱਗ-ਅਲੱਗ ਹੋ ਗਏ ਸੀ, ਟਕਰਾਅ ਹੋ ਗਿਆ ਸੀ, ਉਦੋਂ ਫਿਰ ਅਸੀਂ ਸਰ ਗੁਰਚਰਨ ਸਿੰਘ ਟੌੜਾ ਦੇ ਅਕਾਲੀ ਦਲ ਦੀ ਸਪੋਰਟ ਕੀਤੀ ਸੀ। ਔਰ ਉਦੋਂ ਭੁਪਿੰਦਰ ਸਿੰਘ ਮਾਨ ਨੇ ਅੰਮ੍ਰਿਤਸਰ ਤੋਂ ਪਾਰਲੀਮੈਂਟ ਦੀ ਚੋਣ ਵੀ ਲੜੀ ਸੀ। ਉਸ ਵਾਰੀ ਅਸੀਂ ਇਹਨਾਂ ਨੂੰ ਸਪੋਰਟ ਕੀਤਾ ਸੀ। ਉਹ ਇਹਨਾਂ ਦੀ ਆਪਸੀ ਲੜਾਈ ਸੀ, ਵਿੱਚ ਅਸੀਂ ਆ ਗਏ, ਉਹਦੇ ਵਿੱਚੋਂ ਨਿਕਲਿਆ ਕੁਛ ਨਹੀਂ ਸੀ। ਅਤੇ ਉਦੋਂ ਬਾਅਦ ਵੀ ਪੋਲੀਟੀਕਲੀ ਫਿਰ ਇਹ ਰਿਹਾ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ 'ਤੇ ਮੋਰਚਾ ਲਿਆ, ਜਥੇਬੰਦੀ ਨੇ ਉਹਨੂੰ ਪਾਣੀਆਂ ਦੇ ਰਾਖੇ ਦਾ ਖਿਤਾਬ ਵੀ ਦਿੱਤਾ ਵੀ ਚਲੋ SYL 'ਤੇ ਇੱਕ 2004 'ਚ 12 ਜੁਲਾਈ ਨੂੰ ਜਿਹੜਾ ਕਾਨੂੰਨ ਬਣਾਤਾ ਸੀਗਾ ਪੰਜਾਬ ਨੇ। ਬਾਅਦ ਦੇ ਵਿੱਚ ਉਹ ਅਲੱਗ ਗੱਲ ਹੈ ਕਿ ਉਹ ਰੱਦ ਹੋ ਗਿਆ ਜਾਂ ਜੋ ਵੀ ਮਰਜ਼ੀ ਹੋ ਗਿਆ। ਅਤੇ ਅਕਾਲੀ ਦਲ ਨੇ ਵੀ ਕਿਹਾ ਸੀਗਾ ਉਦੋਂ ਵੀ ਸਪੋਰਟ ਤਾਂ ਕੀਤੀ, ਪਰ ਜਿਹੜੇ ਧਾਰਾ 5 ਹੈ ਵੀ ਅਸੀਂ ਕੱਢਾਂਗੇ ਉਹਦੇ ਵਿੱਚੋਂ, ਹੈ ਨਾ, ਜਾ ਕੇ ਕੱਢੀ ਉਹਨਾਂ ਤੋਂ ਵੀ ਨਹੀਂ ਗਈ ਅਤੇ ਕੱਢੀ ਉਹਨਾਂ ਤੋਂ ਵੀ ਨਹੀਂ ਗਈ। ਅੱਜ ਪੰਗਾ ਉੱਡਾ ਹੀ ਫਿਰ ਖੜਾ ਹੈ ਉਹ ਸਾਰੇ ਮਾਮਲਿਆਂ ਦੇ ਵਿੱਚ ਜਾ ਕੇ। ਇਹ ਪਾਣੀਆਂ ਦਾ ਮਸਲਾ ਤਾਂ ਬਹੁਤ ਵੱਡਾ ਮਸਲਾ ਅੱਜ ਵੀ ਖੜਾ। ਜੇ ਨਾ ਲੜੇ ਪੰਜਾਬ, ਨਾ ਪਾਣੀਆਂ ਦੇ ਉੱਤੇ ਲੜਿਆ ਤਾਂ ਬਹੁਤ
ਮੈਂ ਸਮਝਦਾ ਪੰਜਾਬ ਬੰਜਰ ਹੋ ਜਾਏਗਾ, ਪੰਜਾਬ ਦੀ ਕਲਚਰ ਤਬਾਹ ਹੋ ਜਾਏਗੀ, ਪੰਜਾਬ ਨਕਸ਼ੇ ਤੇ ਨਹੀਂ ਰਹੇਗਾ। ਇਹ ਤਾਂ ਬਹੁਤ ਗੰਭੀਰ ਮੁੱਦਾ, ਆਪਣੇ ਆਪ 'ਚ ਇੱਕ ਵੱਖਰੀ ਪੂਰੀ ਡਿਬੇਟ ਮੰਗਦਾ ਹੈ, ਐਸਾ ਮੁੱਦਾ ਹੈ। ਪਰ ਮੈਂ ਇੱਕ ਮਹਿਸੂਸ ਕੀਤਾ ਹੈ, ਜਿਹੜੀ ਸ਼ੁਰੂ 'ਚ ਆਪਾਂ ਗੱਲਾਂ ਕਰਦੇ ਸੀ ਬੈਠੇ, ਜਿਹੜੇ ਪਹਿਲੀ ਪੀੜ੍ਹੀ ਦੇ ਪੋਲੀਟੀਸ਼ੀਅਨ ਸੀਗੇ, ਉਹ ਲੋਕ ਸੀਗੇ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਜੇਲ੍ਹਾਂ ਕੱਟੀਆਂ, ਜਾਇਦਾਦਾਂ ਦੀ ਕੁਰਕੀ ਕਰਾਈ, ਡਾਂਗਾਂ ਖਾਧੀਆਂ ਸੀਗੀਆਂ। ਮੈਨੂੰ ਲੱਗਦਾ ਹੈ, ਮੈਂ ਇਹ ਸਾਰੇ ਦੌਰ ਦੇਖੇ ਹੋਏ ਆ, ਮੈਨੂੰ ਲੱਗਦਾ ਵੀ ਉਹ ਪੀੜ੍ਹੀ ਦਾ ਇੱਕ ਕਰੈਕਟਰ ਸੀ, ਉਹਨਾਂ ਦੇ ਅੰਦਰ ਇੱਕ ਭਾਵਨਾ ਸੀ ਵੀ ਦੇਸ਼ ਆਜ਼ਾਦ ਹੋਇਆ, ਇਹਦਾ ਕੁਝ ਕਰਨਾ ਹੈ, ਔਰ ਉਹ ਲੋਕਾਂ ਦੀ ਗੱਲ ਹਮਦਰਦੀ ਨਾਲ ਸੁਣਦੇ ਸੀ, ਔਰ ਇਮਾਨਦਾਰ ਸੀ ਰਾਜਨੀਤੀ ਦੇ ਵਿੱਚ ਉਹ। ਤੇ ਉਹ ਤੋਂ ਬਾਅਦ ਜਿਹੜੀ ਨੈਕਸਟ ਜਨਰੇਸ਼ਨ ਆਈ, ਉਹ ਇਤਫਾਕ ਇਹ ਹੋਇਆ ਵੀ ਜਿਹੜੇ ਪਰਿਵਾਰ ਪੋਲੀਟਿਕਸ ਉਦੋਂ ਆ ਗਏ, ਉਹ ਪਰਿਵਾਰ ਸਥਾਪਿਤ ਹੋ ਗਏ ਪੋਲੀਟਿਕਸ ਦੇ ਵਿੱਚ। ਨੈਕਸਟ ਜਨਰੇਸ਼ਨ ਆਈ, ਉਹਨਾਂ ਦੀ ਔਲਾਦ ਆ ਗਈ, ਉਹ ਥੋੜ੍ਹਾ ਜਿਹਾ ਫਰਕ ਪੈ ਗਿਆ। ਜਿਨ੍ਹਾਂ ਨੂੰ ਡਾਂਗਾਂ ਖਾਧੀਆਂ ਸੀ, ਇਹਨਾਂ ਨੇ ਡਾਂਗਾਂ ਨਹੀਂ ਸੀ ਖਾਧੀਆਂ, ਇਹਨਾਂ ਨੂੰ ਵਿਰਸੇ 'ਚ ਮਿਲੀ ਸੀ ਰਾਜਨੀਤੀ। ਇਹ ਥੋੜ੍ਹਾ ਜਿਹਾ ਉਹਨਾਂ ਦੇ ਰਵੱਈਏ 'ਚ ਤਬਦੀਲੀ ਆ ਗਈ। ਫਿਰ ਜਿਹੜੀ ਉਹ 'ਤੇ ਅਗਲੀ ਜਨਰੇਸ਼ਨ ਆ ਗਈ, ਉਹਦਾ ਕਰੈਕਟਰ ਅਸੈਸੀਨੇਸ਼ਨ ਹੋ ਗਿਆ, ਉਹ ਫਿਰ ਡਿਕਟੇਟਰਾਂ ਵਾਂਗ ਵਰਤਣ ਲੱਗ ਗਈ ਆਮ ਲੋਕਾਂ ਦੇ ਨਾਲ। ਅੱਜ ਅਸੀਂ ਉਹਦੀ ਸਜ਼ਾ ਭੁਗਤ ਰਹੇ ਹਾਂ। ਪੋਲੀਟਿਕਸ ਦੇ ਵਿੱਚ ਅੱਜ ਕੋਈ ਮਿਆਰ ਨਹੀਂ, ਕੋਈ ਕਿਰਦਾਰ ਨਹੀਂ, ਕੋਈ ਅਸੂਲ ਨਹੀਂ, ਕੋਈ ਅਖਲਾਕ ਨਹੀਂ। ਇੱਕ ਵਾਰ ਕਿਹਾ ਜਾਂਦਾ ਕਿ ਅਕਾਲੀ ਦਲ ਨੇ ਤੁਹਾਨੂੰ ਟਰਾਈ ਕੀਤਾ ਸੀ, ਪ੍ਰਕਾਸ਼ ਸਿੰਘ ਬਾਦਲ ਹੋਣੀ ਚਲੋ ਹੁਣ ਚਲੇ ਗਏ ਜਹਾਨ ਤੋਂ, ਵੀ ਤੁਹਾਨੂੰ ਬੁਲਾਇਆ ਸੀ ਕਿ ਤੁਸੀਂ ਕਰੋ, ਚੋਣ ਲੜੋ ਜਾਂ ਕਿਤੇ ਨਾ ਕਿਤੇ ਕੁਛ ਉਹ ਕਰੋ। ਨਹੀਂ, ਸਮਰਾਲੇ ਤੋਂ ਵੀ ਪੇਸ਼ਕਸ਼ ਹੋਈ, ਸਮਰਾਲੇ ਤੋਂ ਪੇਸ਼ਕਸ਼ ਹੋਈ ਸੀ। ਉਹ ਇਸ ਤਰ੍ਹਾਂ ਸੀ ਭਈ, ਪਹਿਲਾਂ ਤਾਂ ਸਰ ਅਜਮੇਰ ਸਿੰਘ ਹੋਰਾਂ ਨੂੰ ਬਣਾਤਾ ਉਹਨਾਂ ਨੇ ਚੇਅਰਮੈਨ ਮੰਡੀ ਬੋਰਡ ਦਾ, ਵਿਦ ਕੈਬਨਿਟ ਮਿਨਿਸਟਰ ਰੈਂਕ। ਉਹ ਤੇ ਕੁਛ ਦੇਰ ਬਾਅਦ ਮੈਂ ਆਪਣੀ ਆਦਤ ਦੇ ਮੁਤਾਬਕ, ਗੱਲ ਮੇਰੀ ਮੂੰਹ ਤੇ ਕਹਿਣ ਦੀ ਜਿਹੜੀ ਆਦਤ ਰਹੀ ਹੈ ਉਹ ਬਦਲੀ ਨਹੀਂ, ਮੈਂ ਮੂੰਹ ਫੱਟ ਰਿਹਾ। ਤੇ ਮੈਂ ਮੂੰਹ ਫੱਟ ਸੀ, ਇਸ ਕਰਕੇ ਮੈਨੂੰ ਉਹਨਾਂ ਨੂੰ ਲੱਗਦਾ ਸੀਗਾ ਵੀ ਨਹੀਂ। ਫਿਰ ਕੁਛ ਦੇਰ ਬਾਅਦ ਮੈਨੂੰ 3 ਸਾਲ ਦੀ ਟਰਮ ਹੁੰਦੀ ਹੈ, ਇੱਕ ਟਰਮ ਦੇ ਬਾਅਦ ਉਹਨਾਂ ਨੇ ਮੈਨੂੰ ਕਿਹਾ ਵੀ ਸਰ ਜੀ ਹੁਣ ਤੁਹਾਡੀ ਵਾਰੀ ਹੈ। ਮੈਂ ਕਿਹਾ ਜੀ ਮੈਂ ਇਹਦੇ ਫਿੱਟ ਨਹੀਂ। ਮੈਨੂੰ ਕਹਿੰਦੇ ਕਿਉਂ? ਮੈਂ ਕਿਹਾ ਮੈਂ ਕੁਛ ਨਾ ਕੁਛ ਕਰਦਾ ਰਹਿਣਾ ਜੀ। ਮੈਂ ਕਿਹਾ ਮੈਂ ਲਿਖੀ ਜਾਂਦਾ ਕੁਛ, ਮੈਨੂੰ ਗੱਲ ਕਹਿਣ ਦੀ ਆਦਤ ਹੈ। ਫਿਰ ਐਵੇਂ ਕੱਲ੍ਹ ਨੂੰ ਹੈ ਤਾਂ ਐਗਰੀਕਲਚਰ ਮਿਨਿਸਟਰ ਨਾਲ ਕੰਮ ਕਰਨਾ, ਕਿਤੇ ਉਹਦੇ ਨਾਲ ਝਗੜਾ ਹੋ ਗਿਆ, ਮੈਂ ਕੀ ਕੱਟਣਾ ਇਹਦੇ 'ਚੋਂ? ਪੈਸਾ ਮੇਰੀ ਕਮਜ਼ੋਰੀ ਹੈ ਨਹੀਂ, ਪੈਸੇ ਪਿੱਛੇ ਮੈਂ ਕੰਮ ਨਹੀਂ ਕਰਨਾ। ਅਤੇ ਮੇਰੇ 'ਤੇ ਕੁਛ ਸਖਤ ਗੱਲਾਂ ਕਹੀਆਂ ਗਈਆਂ, ਜਿਹਦੇ ਕਰਕੇ ਉਹਨਾਂ ਨੇ ਉਹ ਚੁੱਪ ਕਰ ਰਹੇ। ਫਿਰ ਮੈਨੂੰ ਉਹਨਾਂ ਨੇ ਮੁੜ ਕੇ ਚੇਅਰਮੈਨ ਲਾਉਣ ਨੂੰ ਕਿਹਾ ਨਹੀਂ। ਹਾਂ, ਇਹ ਉਹਨਾਂ ਨੂੰ ਜਦੋਂ ਕੋਈ ਪਾਲਿਸੀ ਬਣਾਉਣੀ ਹੁੰਦੀ ਸੀ, ਉਹ ਹਰ ਵਾਰੀ ਮੈਨੂੰ ਬੁਲਾ ਕੇ ਪੁੱਛਦੇ ਹੁੰਦੇ ਸੀ, ਕਦੇ ਬ੍ਰੇਕਫਾਸਟ ਮੀਟਿੰਗ, ਕਦੇ ਲੰਚ 'ਤੇ ਸੱਦ ਲੈਣਾ, ਕਦੇ ਉੱਦਾਂ ਬੁਲਾ ਕੇ ਕਹਿਣਾ ਵੀ ਇਹਦੇ 'ਤੇ ਕੀ ਕਰੀਏ, ਸਲਾਹ ਮਸ਼ਵਰਾ ਉਹ ਮੇਰੇ ਨਾਲ ਕਰਦੇ ਸੀ। ਜਿਵੇਂ ਮੈਂ ਅੱਜ ਕਈ ਜਗ੍ਹਾ ਜ਼ਿਕਰ ਕਰਦਾ ਸੀ, ਜਿਹੜੀ ਕ੍ਰੌਪ ਇੰਸ਼ੋਰੈਂਸ ਦੀ ਪਾਲਿਸੀ ਹੈ, ਉਹਦੇ 'ਤੇ ਇਹਨਾਂ 'ਤੇ ਦਬਾਅ ਪਿਆ ਮੋਦੀ ਸਰਕਾਰ ਵੱਲੋਂ ਵੀ ਪੰਜਾਬ 'ਚ ਕ੍ਰੌਪ ਇੰਸ਼ੋਰੈਂਸ ਲਾਗੂ ਕਰੋ। ਇਹਨਾਂ ਨੇ ਮੈਨੂੰ ਬੁਲਾਇਆ, ਮੈਨੂੰ ਪੁੱਛਿਆ ਵੀ ਕੀ ਹੈ। ਮੈਂ ਕਿਹਾ ਇੱਕ ਨਵਾਂ ਟੈਕਸ ਲੱਗ ਜਾਊ, ਹੋਰ ਇਹ ਤੋਂ ਵੱਧ ਕੁਛ ਨਹੀਂ। ਇੱਕ ਸੈਂਟਰ ਤੋਂ ਟੀਮ ਆਈ ਇਹਦੇ 'ਤੇ ਗੱਲ ਕਰਨ ਵਾਸਤੇ, ਕੋਈ 8-10 ਅਫਸਰ ਸੈਂਟਰਲ ਗਵਰਨਮੈਂਟ ਦੇ ਆਏ, 8-10 ਪੰਜਾਬ ਸਰਕਾਰ ਦੇ ਬੈਠੇ। ਬਾਦਲ ਸਾਹਿਬ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਸਾਡੇ ਇਸ ਬੰਦੇ ਦੀ ਤਸੱਲੀ ਕਰਾ ਦਿਓ, ਫਿਰ ਤਾਂ ਮੈਂ ਲਾਗੂ ਕਰ ਦੂੰ। ਜੇ ਇਹਦੀ ਤਸੱਲੀ ਨਹੀਂ ਹੁੰਦੀ, ਅਸੀਂ ਨਹੀਂ ਲਾਗੂ ਕਰਨੀ। ਸਾਰਾ ਦਿਨ ਸਾਡੀ ਬਹਿਸ ਹੋਈ, ਇਸੇ ਗੱਲ 'ਤੇ ਝਗੜਾ ਪਿਆ ਰਿਹਾ। ਉਹਨਾਂ ਨੇ ਇੱਕ ਪਿੰਡ ਨੂੰ ਯੂਨਿਟ ਪਹਿਲੀ ਪਾਲਿਸੀ 'ਚ ਤਾਂ ਬਲਾਕ ਯੂਨਿਟ ਸੀ, ਫਿਰ ਉਹ ਤੋਂ ਆ ਗਿਆ ਪਿੰਡ ਨੂੰ ਯੂਨਿਟ ਮੰਨਦੇ ਸੀ। ਮੈਂ ਕਹਿੰਦਾ ਸੀ ਜਦ ਹਰ ਏਕੜ ਦਾ ਪ੍ਰੀਮੀਅਮ ਲੈਣਾ ਤਾਂ ਏਕੜ ਨੂੰ ਯੂਨਿਟ ਮੰਨੋ। ਸ਼ਾਮ ਨੂੰ ਮੈਨੂੰ ਕਹਿੰਦੇ ਵੀ ਸਾਧ ਸਾਹਿਬ ਕਿਵੇਂ ਹੈ? ਮੈਂ ਕਿਹਾ ਜੀ ਇਹ ਤਾਂ ਉੱਥੇ ਖੜੇ ਨੇ, ਇਹ ਸਾਨੂੰ ਤਾਂ ਸੂਟ ਨਹੀਂ ਕਰਦੀ, ਇੱਕ ਟੈਕਸ ਲੱਗ ਜੂ, ਕਿਸਾਨਾਂ 'ਤੇ ਕੁਛ ਨਹੀਂ ਮਿਲਣਾ। ਉਹਨਾਂ ਨੇ ਕੋਰਾ ਜਵਾਬ ਦੇ ਦਿੱਤਾ ਉਹਨਾਂ ਨੂੰ ਵੀ ਜੋ ਮਰਜ਼ੀ ਆਖੋ, ਅਸੀਂ ਇਹ ਪਾਲਿਸੀ ਲਾਗੂ ਨਹੀਂ ਕਰਨੀ। ਅੱਜ ਉਹਦਾ ਨਤੀਜਾ ਇਹ ਆ ਵੀ ਸਾਰੇ ਦੇਸ਼ ਵਿੱਚ ਉਹ ਪਾਲਿਸੀ ਲਾਗੂ ਹੈ। ਜਿੱਥੇ ਵੀ ਲਾਗੂ ਹੈ ਉੱਥੇ ਕਿਸਾਨਾਂ ਨੂੰ ਕੁਛ ਨਹੀਂ ਮਿਲਦਾ, ਇੱਕ ਟੈਕਸ ਲੱਗ ਗਿਆ, ਪੰਜਾਬ ਇਕੱਲਾ ਬਚਿਆ। ਤਾਂ ਇਸ ਤਰ੍ਹਾਂ ਉਹ ਮੇਰੇ ਨਾਲ ਗੱਲ ਕਰਦੇ ਹੁੰਦੇ ਸੀ। ਔਰ ਇਸੇ ਤਰ੍ਹਾਂ ਉਹਨਾਂ ਦੇ ਪਤਾ ਨਹੀਂ ਕੀ ਮਨ 'ਚ ਆਇਆ, ਉਹ ਮੈਨੂੰ ਬੁਲਾ ਕੇ ਕਹਿੰਦੇ ਵੀ ਸਮਰਾਲੇ ਤੋਂ ਤੁਸੀਂ ਅਗਲੀ ਵਾਰੀ ਤਿਆਰੀ ਕਰੋ, ਇਲੈਕਸ਼ਨ ਤੁਸੀਂ ਲੜਨੀ ਹੈ। ਇਹ 17 ਦੀ ਗੱਲ ਹੈ। ਹਾਂ, 17 ਦੀ। ਅਤੇ ਨਾ ਤਾਂ ਮੈਂ ਪ੍ਰੀਪੇਅਰਡ ਸੀ ਉਦੋਂ, ਆਲ ਆਫ ਏ ਸਡਨ ਮੈਨੂੰ ਕਹਿ ਦਿੱਤਾ। ਅਤੇ ਉਹਨਾਂ ਨੂੰ ਕੁਛ ਆਪਣੇ ਉੱਥੇ ਲੋਕਲ ਜਿਹੜੇ ਜਥੇਦਾਰ ਸੀ, ਉਹਦੇ ਨਾਲ ਕੁਛ ਗਿਲੇ ਸੀਗੇ, ਕੁਛ ਬਲਕਿ ਜਿਹੜੀ ਉਸ ਵੇਲੇ ਟਿਕਟ ਵੀ ਦਿੱਤੀ SGPC ਦੀ ਇਲੈਕਸ਼ਨ ਵਿੱਚ, ਉਹ ਮੈਂ ਜਿਹਦਾ ਨਾਂ ਪੇਸ਼ ਕੀਤਾ ਉਹਨੂੰ ਟਿਕਟ ਦਿੱਤੀ। ਉਹ ਇੰਨੇ ਔਖੇ ਸੀ, ਆਪਣੇ ਫॉर ਲਾਈਫ ਅਕਾਲੀ ਦਲ 'ਚ ਰਹੇ ਜਥੇਦਾਰ ਕਿਰਪਾਲ ਸਿੰਘ ਖੀਰਨੀਆ, ਉਹਨਾਂ ਦੇ ਨਾਲ ਉਹ ਇੰਨਾ ਮਨੋਂ ਨਾਰਾਜ਼ ਸੀਗੇ। ਨਾਰਾਜ਼ਗੀ ਉਹ ਚਿਹਰੇ 'ਤੇ ਤਾਂ ਲਿਆਉਂਦੇ ਹੀ ਨਹੀਂ ਸੀ ਹੁੰਦੇ। ਅਤੇ ਟਿਕਟ ਜਿਹਨੂੰ ਮੈਂ ਕਿਹਾ ਉਹਨੂੰ ਦਿੱਤੀ। ਫਿਰ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਤਿਆਰ ਹੋ। ਫਿਰ ਉਹਨੂੰ ਅਨਾਊਂਸ ਨਾ ਕਰਨ ਟਿਕਟ ਨੂੰ, ਅਤੇ ਮੈਂ ਜਾ ਕੇ, ਜਿਵੇਂ ਹਾੜੇ ਕੱਢਦੇ ਨੇ ਲੋਕ, ਮੈਂ ਹਾੜੇ ਕੱਢਾਂ ਨਾ, ਉਹ ਕਹਿਣ ਵੀ ਸਾਨੂੰ ਆ ਕੇ ਕਹੋ। ਮੈਂ ਜਾ ਕੇ ਕਿਹਾ ਨਹੀਂ, ਉਹਨਾਂ ਨੇ ਅਨਾਊਂਸ ਕੀਤੀ ਨਹੀਂ। ਮੈਂ ਜਾ ਕੇ 2 ਦਿਨ ਪਹਿਲਾਂ ਕਹਿਆ ਜੀ ਬਾਦਲ ਸਾਹਿਬ ਜਿਹਨੂੰ ਮਰਜ਼ੀ ਲੜਾ ਲਓ, ਮੈਂ ਇਲੈਕਸ਼ਨ ਨਹੀਂ ਲੜਨੀ। ਕੀ ਗੱਲ ਜੀ?
ਮੈਂ ਕਿਹਾ ਵੀ ਮੈਂ ਨਹੀਂ ਲੜ ਸਕਦਾ, ਹੁਣ ਕਿਹੜਾ ਟਾਈਮ ਰਹਿ ਗਿਆ। ਤੋ ਇਸ ਤਰ੍ਹਾਂ ਦੀ ਸਥਿਤੀ ਸੀ, ਕੋਈ ਨਾ ਤਾਂ ਮੈਂ ਉਹ ਮੰਗੀ ਸੀ, ਉਹਨਾਂ ਦਾ ਆਪਣਾ ਹੀ ਇਹ ਮਨ ਸੀਗਾ ਵੀ ਇਹ ਇਲੈਕਸ਼ਨ ਲੜੇ, ਤੇ ਮੈਂ ਉਹ ਜਾ ਕੇ ਜਵਾਬ ਦਿਆ ਔਰ ਟੁੱਟ ਗਈ ਗੱਲ। ਇਹ ਤੋਂ ਬਾਅਦ ਫਿਰ ਇੱਕ ਚੇਂਜ ਆ ਗਈ ਬਹੁਤ ਵੱਡੇ ਪੱਧਰ ਤੇ। ਚਲੋ ਮੈਨੂੰ ਤਾਂ ਲੱਗਦਾ ਮੋਦੀ ਦਾ ਧੰਨਵਾਦ ਕਰਨਾ ਚਾਹੀਦਾ ਕਿ ਮੁੜ ਕੇ ਕਿਸਾਨ ਇਕੱਠੇ ਕਰਦੇ। ਗੱਲ ਤਾਂ ਗਲਤੀ ਹੋਈ, ਮਤਲਬ ਚਾਹੇ ਕਾਨੂੰਨ ਬਣ ਗਏ, ਕਾਨੂੰਨ ਬਣੇ ਤੇ ਪਹਿਲੀ ਵਾਰ ਫਿਰ ਉਹ ਸਾਰੀਆਂ ਟੁੱਟੀਆਂ ਭੱਜੀਆਂ ਖਿੰਡਾ ਜਿਹੜਾ ਸੀ ਮੂਵਮੈਂਟ 'ਚ, ਉਹ ਵੀ ਕਿਸੇ ਹੱਦ ਤੱਕ ਇੱਕ ਹੋ ਗਿਆ, ਔਰ ਉਹ ਇੱਕ ਹੋ ਕੇ ਐਡੀ ਵੱਡੀ ਚਰਮ ਤੇ ਪਹੁੰਚੀ ਮੂਵਮੈਂਟ। ਔਰ ਬਿਨਾਂ ਸ਼ੱਕ ਉਸ ਸਮੇਂ ਤੁਸੀਂ ਇੱਕ ਟਾਈਪ ਦੇ ਅਨਡਿਸਪਿਊਟਡ ਲੀਡਰ ਸੀਗੇ ਨੈਗੋਸ਼ੀਏਸ਼ਨ ਤੇ, ਸਭ ਨੇ ਮੰਨਿਆ, ਕੋਈ ਇਹ ਨਹੀਂ ਸੀ ਕੋਈ ਲਿਖ ਕੇ ਮੰਨਣਾ ਜਾਂ ਬਾਕੀ ਜਿਹੜੀਆਂ ਚੀਜ਼ਾਂ ਉਸ ਲੈਵਲ ਤੇ ਉੱਤੇ ਗਏ। ਤੇ ਉਹ ਅੰਦੋਲਨ ਦੇ ਸ਼ੁਰੂ ਤੋਂ ਅੰਤ ਤੱਕ, ਜਿੱਤ ਤੱਕ, ਇਹਨੂੰ ਅਸੀਂ ਜਿੱਤ ਦੇ ਰੂਪ 'ਚ ਉਹਨਾਂ ਪ੍ਰਭਾਸ਼ਿਤ ਨਹੀਂ ਕਰ ਪਾਏ ਜਾਂ ਲੋਕਾਂ ਦੇ ਵਿੱਚ ਆ ਕੇ ਰੌਲੇ 'ਚ ਹੀ ਫਿਰ ਆ ਕੇ ਵਾਪਸ ਆ ਗਏ ਇਕੱਠੇ ਹੋਏ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਮਾਮਲੇ? ਇੱਕ ਤਾਂ ਗੱਲ ਸਰ ਹਮੀਰ ਸਿੰਘ, ਤੁਸੀਂ ਦੇਖੋ, ਜੇ ਤੁਹਾਡਾ ਕੋਈ ਬੱਚਾ, ਜੇ ਉਹਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਤੁਹਾਨੂੰ ਤਕਲੀਫ ਹੋਏਗੀ। ਇਹ ਮੇਰਾ ਬੱਚਾ ਸੀ। 2017 ਵਿੱਚ ਪਹਿਲੀ ਵਾਰੀ ਮੈਂ ਨੀਤੀ ਆਯੋਗ ਦੀ ਮੀਟਿੰਗ 'ਚ ਗਿਆ ਸੀ, ਜਿੱਥੇ ਮੈਂ ਲੜ ਕੇ ਆ ਗਿਆ ਸੀ। ਉਹਨੂੰ ਬਹੁਤ ਵਾਰੀ ਕਹਾਣੀ ਸੁਣਾਈ ਹੈ। ਉਹ ਤੋਂ ਬਾਅਦ ਲਗਾਤਾਰ 2 ਸਾਲ ਇਹਨੂੰ ਸਟੱਡੀ ਕਰਦਾ ਰਿਹਾ, CACP ਦੀਆਂ ਰਿਪੋਰਟਾਂ, ਸਰਕਾਰ ਕਿੱਧਰ ਨੂੰ ਜਾ ਰਹੀ ਹੈ। ਫਿਰ ਤੁਹਾਨੂੰ ਯਾਦ ਹੈ, ਤੁਸੀਂ ਮੀਡੀਆ 'ਚ ਕਵਰੇਜ ਦਿੰਦੇ ਰਹੇ ਹੋ। ਮੈਂ ਇੱਥੇ ਇੱਕ ਆਲ ਪਾਰਟੀ ਮੀਟਿੰਗ ਸੱਦੀ ਸੀ, ਜਿਹਦੇ ਵਿੱਚ ਸਾਰਿਆਂ ਨੂੰ ਡਾਕੂਮੈਂਟ ਦੇ ਕੇ ਕਿਹਾ ਸੀ ਪੜ੍ਹ ਕੇ ਬੋਲੋ, ਜਿਹਦੇ 'ਚ ਸੁਨੀਲ ਜਾਖੜ ਨੇ ਕਿਹਾ ਸੀਗਾ ਵੀ ਜਿਹੜੇ ਡਾਕੂਮੈਂਟ ਦਿੱਤੇ ਆ ਬੜੀ ਗੰਭੀਰ ਗੱਲ ਹੈ, ਜੇ ਇਕੱਠੇ ਹੋ ਕੇ ਨਾ ਲੜੇ ਤਾਂ ਪੰਜਾਬ ਬਰਬਾਦ ਹੋ ਜਾਊ। ਅਤੇ ਉਹਦੇ 'ਚ ਭੂੰਦੜ ਸਾਹਿਬ ਨੇ ਕਿਹਾ ਸੀਗਾ ਮੈਨੂੰ ਬੇਨਤੀ ਲਾਓ, ਸਾਰਿਆਂ ਨੇ ਕਿਹਾ ਸੀ ਲੜਾਂਗੇ। ਫਿਰ ਉਹ ਤੋਂ ਬਾਅਦ 17 ਫਰਵਰੀ 2020 ਦੀ ਗੱਲ ਹੈ ਇਹ। 24 ਫਰਵਰੀ ਨੂੰ ਇੱਥੇ ਫਿਰ ਇੱਕ ਰੈਲੀ ਰੱਖੀ, ਜਿਹਦੇ 'ਤੇ ਪਹਿਲਾਂ ਮਨਜ਼ੂਰੀ ਦੇ ਦਿੱਤੀ ਸਰਕਾਰ ਨੇ, ਫਿਰ ਉਹ ਵਾਪਸ ਲੈ ਲਈ ਮਨਜ਼ੂਰੀ। ਫਿਰ ਲੋਕਾਂ ਨੂੰ ਰੋਕਿਆ ਗਿਆ, ਉਹਦੇ ਬਾਵਜੂਦ 20,000 ਬੰਦਾ ਪਹੁੰਚ ਗਿਆ। ਮੈਨੂੰ ਯਕੀਨ ਹੋਇਆ ਵੀ ਹੁਣ ਇਹ ਲੜਾਈ ਦਾ ਮਾਹੌਲ ਬਣ ਗਿਆ। ਅਤੇ ਉਹ ਤੋਂ ਬਾਅਦ ਜੂਨ ਮਹੀਨੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਕੀਤੀਆਂ। ਮੈਨੂੰ ਹੁਣ ਮਹਿਸੂਸ ਹੁੰਦਾ ਵੀ ਉਸ ਵੇਲੇ ਮੈਂ ਕੁਝ ਗਲਤੀਆਂ ਕੀਤੀਆਂ ਇਕੱਠੇ ਕਰਨ ਵੇਲੇ। ਨਾ ਤਾਂ ਕਿਸੇ ਜਥੇਬੰਦੀ ਦਾ ਉਹਦੇ ਜਿਹੜੀ ਲੀਡਰਸ਼ਿਪ ਹੈ ਉਹਦੇ ਕਿਰਦਾਰ ਬਾਰੇ ਕੋਈ ਜਾਣਕਾਰੀ ਲਈ, ਨਾ ਕਿਸੇ ਦਾ ਦੇਖਿਆ ਵੀ ਕਿੱਡੀ ਜਥੇਬੰਦੀ ਹੈ, ਜਿਹੜਾ ਆਇਆ ਤੂੰ ਵੀ ਆ ਜਾਵੇ, ਜਿਹੜਾ ਆਇਆ ਤੂੰ ਵੀ ਆ ਜਾਵੇ। 32 ਇਕੱਠੇ ਕਰ ਲਏ, ਜਿਹਦੇ ਵਿੱਚੋਂ ਅੱਧੀਆਂ ਤਾਂ ਐਸੀਆਂ ਸੀਗੀਆਂ ਜਿਨ੍ਹਾਂ ਦੇ ਪੱਲੇ 100 ਬੰਦਾ ਇਕੱਠਾ ਕਰਨ ਦੀ ਕਪੈਸਿਟੀ ਨਹੀਂ ਸੀ, ਪਰ ਉਹ ਵੀ ਸਾਡਾ ਹਿੱਸਾ ਬਣ ਗਏ। ਉਹਨਾਂ ਨੂੰ ਜਦੋਂ ਅੰਦੋਲਨ ਚੱਲਦਾ ਸੀ, ਬਹੁਤ ਕੁਝ ਉੱਥੇ ਆਏ, ਲੰਬੀ ਕਹਾਣੀ ਹੈ। ਮੇਰਾ ਮਨ ਹੈ ਮੈਂ ਇਹਦੇ 'ਤੇ ਕਿਤਾਬ ਲਿਖਾਂਗਾ, ਕਿਉਂਕਿ ਇਸ ਵੇਲੇ ਬਹੁਤ ਲੋਕ ਆਪਣੇ ਤੌਰ 'ਤੇ ਕਿਤਾਬਾਂ ਲਿਖੀ ਜਾਂਦੇ ਨੇ। ਉਹ ਇੱਦਾਂ ਲਿਖਦੇ ਨੇ ਜਿਵੇਂ ਸਭ ਕੁਝ ਉਹਨਾਂ ਨੂੰ ਹੀ ਪਤਾ ਹੁੰਦਾ, ਹਾਲਾਂਕਿ ਉਹਨਾਂ ਦੀ ਉੱਥੇ ਕੋਈ ਉਸ ਲੈਵਲ 'ਤੇ ਕੋਈ ਗੱਲ ਵੀ ਨਹੀਂ ਸੀ, ਨਾ ਕੋਈ ਉਹਨਾਂ ਨੂੰ ਪੁੱਛਦਾ ਸੀ, ਨਾ ਕੋਈ ਸਲਾਹ ਹੁੰਦੀ ਸੀ। ਅਤੇ ਉੱਥੇ ਅੰਦੋਲਨ ਦੇ ਦੌਰਾਨ ਜੋ ਕੁਛ ਹੋਇਆ, ਮੈਂ ਜਦ ਹੁਣ ਇਹ ਖਿੰਡਿਆ ਨਾ, ਤਾਂ ਮੈਂ ਜਿਵੇਂ ਕਿਹਾ ਵੀ ਜਿਹਦਾ ਬੱਚਾ ਉਹਨੂੰ ਤਕਲੀਫ ਹੁੰਦੀ ਹੈ। ਅੰਦੋਲਨ ਦੀ ਸ਼ੁਰੂਆਤ ਮੈਂ ਕੀਤੀ ਸੀ। ਸਭ ਤੋਂ ਜ਼ਿਆਦਾ ਜੇ ਮੈਨੂੰ ਪੁੱਛੇ ਤਾਂ ਕਸ਼ਟ ਮੈਨੂੰ ਹੋਇਆ। ਉਹਨਾਂ ਲੋਕਾਂ ਨੂੰ ਕੋਈ ਤਕਲੀਫ ਨਹੀਂ ਜਿਨ੍ਹਾਂ ਨੇ ਇਹਨੂੰ ਤੋੜਿਆ, ਕਿਉਂਕਿ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਸੀ, ਇਹਦੀ ਸ਼ੁਰੂਆਤ 'ਚ ਨਹੀਂ ਸੀ। ਉਹਨਾਂ ਦੀ ਉੱਥੇ ਬੈਠਿਆਂ ਦੀ ਕੰਟਰੀਬਿਊਸ਼ਨ ਸੀ। ਮੰਨ ਲਓ ਜਿਹੜਾ ਇੱਕ ਐਲੀਗੇਸ਼ਨ ਲੱਗਦਾ ਇਲੈਕਸ਼ਨ ਲੜੀ, ਜੇ ਇਲੈਕਸ਼ਨ ਨਾ ਵੀ ਲੜੀ ਜਾਂਦੀ ਤਾਂ ਵੀ ਇਹ ਖੰਡਾ ਆਉਣਾ ਹੀ ਸੀਗਾ, ਲੱਗਦਾ ਸੀ ਉਹਨਾਂ ਦੇ ਸਾਰੇ ਜਥੇਬੰਦੀਆਂ। ਇਹ ਇਲੈਕਸ਼ਨ ਲੜਨ ਤੋਂ ਪਹਿਲਾਂ ਹੀ ਆ ਗਿਆ ਸੀ ਖੰਡਾ, ਪਹਿਲਾਂ ਹੀ ਆ ਗਿਆ ਸੀ। ਤੁਸੀਂ ਇੱਕ ਸਮਝੋ ਵੀ ਜਦੋਂ ਅਸੀਂ ਉੱਥੇ ਬੈਠੇ ਹਾਂ, ਜਦੋਂ ਮੋਰਚਾ ਫਤਿਹ ਹੋ ਗਿਆ, ਉਸ ਵੇਲੇ ਕੁਝ ਸੱਜਣਾਂ ਨੇ, ਸਰ ਡੱਲੇਵਾਲ ਨੇ ਅਤੇ ਦਰਸ਼ਨਪਾਲ ਹੋਰਾਂ ਨੇ ਕਿਹਾ ਵੀ ਸਾਨੂੰ ਇੱਥੇ ਬੈਠੇ ਰਹਿਣਾ ਚਾਹੀਦਾ। ਅਤੇ ਅਸੀਂ ਇੱਕ ਸਰਵੇ ਕਰਵਾਇਆ। ਸਿੰਘੂ ਬਾਰਡਰ 'ਤੇ 668 ਬੰਦੇ ਰਹਿ ਗਏ ਸੀ, ਜਿੰਦੇ ਲੱਗੇ ਹੋਏ ਸੀਗੇ ਸਾਰੀਆਂ ਟਰਾਲੀਆਂ ਨੇ ਜਿਹੜੀਆਂ ਝੁੱਗੀਆਂ ਸੀ ਉਹਨਾਂ ਨੂੰ। ਅਤੇ ਅਸੀਂ ਕਿਹਾ ਵੀ ਦੇਖੋ ਹੁਣ ਜਿਹੜੇ ਲੋਕ ਆਏ ਨੇ ਆਪਣੀਆਂ ਟਰਾਲੀਆਂ ਵਾਪਸ ਲੈ ਕੇ ਜਾਣ ਨੂੰ ਆਏ ਨੇ, ਇਹਨੂੰ ਤੁਸੀਂ 3 ਕਾਨੂੰਨਾਂ ਦੀ ਲੜਾਈ ਵਾਸਤੇ ਆਏ ਸੀ, ਉਹ 3 ਕਾਨੂੰਨ ਵਾਪਸ ਹੋ ਗਏ, ਤੁਸੀਂ ਲੜਾਈ ਜਿੱਤ ਗਏ। ਬਾਕੀ ਜਿਹੜੀਆਂ ਗੱਲਾਂ ਨੇ, ਕਿਉਂਕਿ ਜਦੋਂ ਅਸੀਂ ਗਏ ਹਾਂ 3 ਕਾਨੂੰਨਾਂ ਦੀ ਲੜਾਈ ਵਾਸਤੇ, ਉੱਥੇ ਪਹਿਲਾਂ ਸਭ ਤੋਂ ਪੰਜਾਬ ਤੇ ਹਰਿਆਣੇ ਵਿੱਚੋਂ ਵੀ ਸਿੱਖ ਪੈਜੈਂਟਰੀ ਗਈ ਸੀ, ਗੁਰਨਾਮ ਸਿੰਘ ਚੜੂਨੀ ਹੋਰੀ। ਉਦੋਂ ਸਾਨੂੰ ਖਾਲਿਸਤਾਨੀ ਕਹਿਣ ਲੱਗ ਪਏ ਸੀ। ਫਿਰ ਅਸੀਂ ਟਕੈਤ ਹੋਰਾਂ ਨੂੰ ਸੱਦਿਆ, ਸਾਡੀ ਲੋੜ ਸੀ। ਫਿਰ ਇਹਨਾਂ ਤੋਂ ਬਾਅਦ ਅਸੀਂ ਦੂਜੀਆਂ ਸਟੇਟਾਂ ਸੱਦੀਆਂ, ਕਿਉਂਕਿ ਖਾਲਿਸਤਾਨੀ ਦਾ ਟੈਗ ਲਾਉਣਾ ਸੀ। ਉਦੋਂ ਫਿਰ ਅਸੀਂ, ਕਿਉਂਕਿ ਪੰਜਾਬ ਤਾਂ ਸਾਡਾ ਜਿਹੜਾ ਮਾਰਕੀਟਿੰਗ ਸਿਸਟਮ ਸਭ ਤੋਂ ਵਧੀਆ, ਸਾਨੂੰ ਤਾਂ MSP ਮਿਲਦੀ ਸੀ। ਫਿਰ ਉੱਥੇ MSP ਜਿੱਥੇ ਨਹੀਂ ਸੀ ਮਿਲਦੀ, ਉਹਨਾਂ ਵਾਸਤੇ ਅਸੀਂ MSP ਦੀ ਮੰਗ ਰੱਖੀ, ਉਹਨੂੰ ਅਸੀਂ ਉੱਥੋਂ ਜੋੜਿਆ। ਅਸੀਂ ਕਿਹਾ ਵੀ ਇਹ ਮੋਰਚਾ ਸਸਪੈਂਡ ਕਰ ਦਿਓ, MSP ਵਾਸਤੇ ਲੜੋ। ਲਖੀਮਪੁਰ ਖੀਰੀ ਜਿਹੜਾ ਕਾਂਡ ਹੋ ਗਿਆ ਉਹਦੇ ਵਾਸਤੇ ਲੜੋ, ਪਰ ਇਹਨੂੰ ਜਿੱਤ ਨੂੰ ਹਾਰ 'ਚ ਕਨਵਰਟ ਨਾ ਕਰੋ। ਫਿਰ ਅਸੀਂ ਕਿਹਾ ਵੀ ਸਰਕਾਰ ਪਾਰਲੀਮੈਂਟ ਦਾ ਸੈਸ਼ਨ ਬੁਲਾ ਕੇ ਇਹ ਕਾਨੂੰਨਾਂ ਨੂੰ ਵਾਪਸ ਲਵੇ। ਸਰਕਾਰ ਨੇ ਉਹ ਵੀ ਕਰਤਾ, ਵਾਪਸ ਲੈ ਲਏ। ਫਿਰ ਸਾਰਿਆਂ ਨੇ ਫੈਸਲਾ ਕੀਤਾ
ਬਹੁਮਤ ਨਾਲ ਜਦੋਂ ਹੋ ਗਿਆ ਫਿਰ ਬਾਕੀ ਦੇ ਨੂੰ ਸਹਿਮਤ ਹੋਣਾ ਪਿਆ ਵੀ ਸਾਨੂੰ ਇੱਥੋਂ ਜਿੱਤ ਦੇ ਡੰਕੇ ਵਜਾ ਕੇ ਜਾਣਾ ਚਾਹੀਦਾ। ਅਸੀਂ ਚਲੇ ਗਏ। ਜਦੋਂ ਅਸੀਂ ਗਏ ਉਸੇ ਉਦਣ ਤਾਂ ਅਸੀਂ ਆ ਗਏ ਤੇ ਫਿਰ ਜਿਹੜਾ ਦਰਬਾਰ ਸਾਹਿਬ ਜਾਣ ਦਾ ਪ੍ਰੋਗਰਾਮ ਸੀ ਉਦੋਂ ਅਸੀਂ ਟੁੱਟ ਗਏ। ਉਦੋਂ ਡੱਲੇਵਾਲ ਸਾਹਿਬ ਨੇ ਕਿਹਾ ਵੀ ਅਸੀਂ ਤਾਂ ਅਲੱਗ ਜਾਵਾਂਗੇ। 4-5 ਦਿਨ ਬਾਅਦ ਚ ਦਰਬਾਰ ਸਾਹਿਬ ਗਏ ਮੱਥਾ ਟੇਕਣ। ਉਦੋਂ ਹੀ ਅੰਦੋਲਨ ਤਾਂ ਖਿੰਡ ਪੁੰਡ ਗਿਆ ਸੀਗਾ। ਇਲੈਕਸ਼ਨ ਤਾਂ ਬਾਅਦ ਦੀ ਗੱਲ ਹੈ। ਫਿਰ ਇਹ ਤੋਂ ਬਿਨਾਂ ਜਦੋਂ ਉੱਥੇ ਮੋਰਚਾ ਚੱਲਦਾ ਸੀ ਉਸ ਵੇਲੇ ਸਾਨੂੰ ਕੋਈ ਯੋਗਿੰਦਰ ਯਾਦਵ ਹੋਰਾਂ ਦੇ ਲਿੰਕ ਸੀ। ਪ੍ਰਸ਼ਾਂਤ ਕਿਸ਼ੋਰ ਨਾਲ ਮੀਟਿੰਗਾਂ ਕਰਾਉਣ ਲੱਗ ਪਏ। ਮੈਂ ਅੱਡ ਕੱਲੇ ਦੀ ਮੇਰੀ ਕਰਾਤੀ, ਡੱਲੇਵਾਲ ਦੀ ਕਰਾਤੀ, ਦਰਸ਼ਨਪਾਲ ਦੀ ਕਰਾਤੀ। ਇੱਦਾਂ ਅਲੱਗ-ਅਲੱਗ ਮੀਟਿੰਗਾਂ ਕਰਾਉਂਦੇ ਸੀ। ਮੈਂ ਕਿਹਾ ਵੀ ਸਾਰਿਆਂ ਦੀ ਇਕੱਠਿਆਂ ਦੀ ਕਿਉਂ ਨਹੀਂ ਕਰਾਉਂਦੇ? ਤੇ ਉਹ ਕਹਿੰਦੇ ਵੀ ਤੁਸੀਂ ਕਰ ਲਓ। ਮੈਨੂੰ ਉਹ ਕਹਿ ਰਿਹਾ ਸੀ ਕਿ ਪ੍ਰਸ਼ਾਂਤ ਕਪੂਰ ਵੀ ਮੈਂ ਪੋਲੀਟੀਕਲ ਪਾਰਟੀ ਬਣਾ ਦਿੰਦਾ, ਤੇਰਾ ਅਕਸ ਹੈ, ਤੂੰ ਹਾਂ ਕਰ, ਮੈਂ ਇਲੈਕਸ਼ਨ ਲੜਾ ਕੇ ਤੁਹਾਨੂੰ ਤੁਹਾਡੀ ਸਰਕਾਰ ਬਣਾ ਦੂੰ। ਮੈਂ ਕਿਹਾ ਵੀ ਨਹੀਂ, ਇੱਦਾਂ ਨਹੀਂ, ਮੈਂ ਤਾਂ ਆਪਣੇ ਸਾਥੀਆਂ ਦੇ ਨਾਲ ਚੱਲੂ। ਮੈਂ ਜਦੋਂ ਇਹਨਾਂ ਨੂੰ ਪੁੱਛਿਆ, ਇਹਨਾਂ ਨੇ ਮੈਨੂੰ ਲੜਨਾ ਫੜਾਇਆ, ਮੈਨੂੰ ਜਵਾਬ ਦਿੱਤਾ ਵੀ ਹੁਣ ਸਾਨੂੰ ਸੱਦੀ, ਅਸੀਂ ਨਹੀਂ ਆਉਣਾ। ਫਿਰ ਇਹ ਆਮ ਆਦਮੀ ਪਾਰਟੀ ਵਾਲੇ ਮਗਰ ਫਿਰਨ ਲੱਗ ਗਏ। ਫਿਰ ਉਸ ਵੇਲੇ ਜਦੋਂ ਚਰਚਾ ਹੋਈ ਫਿਰ ਅਸੀਂ ਫੈਸਲਾ ਕੀਤਾ ਵੀ ਨਾ, ਇੱਦਾਂ ਨਾ ਚਰਚਾ ਕਰੋ, ਸਾਡੀ ਪ੍ਰਾਇਰਟੀ ਮੋਰਚਾ ਹੈ। ਜਿੰਨੀ ਦੇਰ ਮੋਰਚਾ ਨਹੀਂ ਜਿੱਤ ਹੁੰਦਾ ਉਨੀ ਦੇਰ ਤੱਕ ਕੋਈ ਪੋਲੀਟੀਕਲ ਗੱਲ ਨਹੀਂ ਕਰਨੀ, ਬੰਦ ਕਰਤੀ। ਮੋਰਚਾ ਜਿੱਤ ਲਿਆ। ਫਿਰ ਮੀਟਿੰਗਾਂ ਸ਼ੁਰੂ ਹੋ ਗਈਆਂ। ਫਿਰ ਸਾਰਿਆਂ ਨੇ 32 ਵਿੱਚੋਂ ਮੇਰੇ ਖਿਆਲ 'ਚ 25 ਜਾਂ 26 ਜਥੇਬੰਦੀਆਂ ਸੀਗੀਆਂ ਜਿਹੜੀਆਂ ਇਸ ਮੀਟਿੰਗਾਂ 'ਚ ਸ਼ਾਮਲ ਹੋਈਆਂ। ਤੇ ਜਿਹੜੇ ਅਲਟਰਾ ਲੈਫਟ ਵਾਲੇ ਸੀਗੇ ਉਹ 2-4 ਗਾਇਬ ਰਹੇ। ਬਾਕੀ ਦੇ ਨੇ ਫੈਸਲਾ ਕੀਤਾ ਵੀ ਇਲੈਕਸ਼ਨ ਲੜਨੀ ਹੈ। ਤੇ ਫਿਰ ਉਹਨਾਂ ਨੂੰ ਦੱਸਿਆ ਵੀ ਕੇਜਰੀਵਾਲ ਕਹਿੰਦਾ ਬਈ ਮੇਰੇ ਨਾਲ ਆਓ, ਚੀਫ ਮਿਨਿਸਟਰ ਰਾਜੇਵਾਲ ਹੋਏਗਾ ਤੇ ਦੱਸੋ ਸੀਟਾਂ ਕਿੰਨੀਆਂ ਚਾਹੀਦੀਆਂ। ਹਰਮੀਤ ਸਿੰਘ ਕਾਦੀਆਂ ਦੀ ਡਿਊਟੀ ਲਾਤੀ ਸੀਟ ਸ਼ੇਅਰਿੰਗ ਵਾਸਤੇ ਗੱਲ ਕਰਨ ਨੂੰ। 45 ਸੀਟਾਂ ਦੀ ਆਫਰ ਹੋ ਗਈ ਤੇ ਨਾਲ ਇਹ ਹੋ ਗਿਆ ਵੀ ਚੀਫ ਮਿਨਿਸਟਰ ਰਾਜੇਵਾਲ ਹੋਊਗਾ। ਫਿਰ ਜਦੋਂ ਫਿਰ ਵੀ ਸਾਡੇ ਜਿਹੜੇ ਲੈਫਟ ਵਾਲੇ ਸੀਗੇ ਇਹ ਨਾ ਮੰਨੇ ਵੀ ਉਹਦੇ ਨਾਲ ਨਹੀਂ ਫੈਸਲਾ ਕਰਨਾ, ਉਹ ਬੰਦਾ ਨਹੀਂ ਵਧੀਆ। ਤੇ ਫਿਰ ਹੋਇਆ ਫੈਸਲਾ। ਕੇਜਰੀਵਾਲ ਨੇ ਕਿਹਾ ਵੀ ਇਹ ਜਿਹੜੇ 8-7 ਬੰਦੇ ਨਹੀਂ ਮੰਨਦੇ, ਇਹਨਾਂ ਨੂੰ ਅਲੱਗ ਸੀਟਾਂ ਛੱਡ ਦਿੰਦੇ, ਆਪਣੀ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜ ਲੈਣ। ਉਹ ਵੀ ਨਾ ਮੰਨੇ, ਕਹਿੰਦੇ ਸਾਡੀ ਪਾਰਟੀ ਨੂੰ ਤਾਂ ਵੋਟ ਹੀ ਨਹੀਂ ਪੈਣੀ। ਫਿਰ ਫੈਸਲਾ ਹੋ ਗਿਆ। ਮੈਂ ਕਿਹਾ ਚੰਗਾ, ਫਿਰ ਜੇ ਇਹ ਗੱਲ ਹੈ ਤਾਂ ਮੈਂ ਇਲੈਕਸ਼ਨ ਨਹੀਂ ਲੜਨੀ ਤੇ ਮੈਨੂੰ ਨਾ ਕਿਹੋ, ਹੁਣ ਤੁਸੀਂ ਜੋ ਫੈਸਲਾ ਕਰਨਾ ਉਹ ਮੈਨੂੰ ਦੱਸ ਦਿਓ, ਮੈਂ ਉਹਦੇ ਨਾਲ ਸਪੋਰਟ ਕਰੂੰਗਾ। ਫਿਰ ਆਪੋ ਵਿੱਚ ਹੀ ਮੀਟਿੰਗਾਂ ਕਰਦੇ ਰਹੇ। ਮੀਟਿੰਗਾਂ ਕਰਕੇ ਮੈਨੂੰ ਇਹਨਾਂ ਨੇ ਸੱਦਿਆ। ਜਲੰਧਰ ਸੀ ਮੈਂ, ਮੈਨੂੰ ਸੱਦ ਕੇ ਆਉਂਦੇ ਨੂੰ ਇਕੱਠੇ ਹੋਏ ਬੈਠੇ ਨੇ। ਕਹਿੰਦੇ ਅਸੀਂ ਫੈਸਲਾ ਕਰ ਲਿਆ, ਇਲੈਕਸ਼ਨ ਲੜਨੀ ਹੈ। ਮੈਂ ਕਿਹਾ ਲੜੋ, ਮੈਂ ਸਪੋਰਟ ਕਰੂੰ। ਕਹਿੰਦੇ ਨਹੀਂ, ਤੈਨੂੰ ਵੀ ਲੜਨੀ ਪਊ। ਮੈਂ ਅੜ ਗਿਆ। ਬਹੁਤ ਰੌਲਾ ਪਿਆ, ਲੜਾਈ ਝਗੜਾ। ਫਿਰ ਮੈਨੂੰ ਹੁਕਮ ਕਰਤਾ ਵੀ ਤੂੰ ਕੌਣ ਹੈ? ਗੁਰੂ ਗੋਬਿੰਦ ਸਿੰਘ 5 ਬੰਦਿਆਂ ਨੂੰ ਨਹੀਂ ਜਵਾਬ ਦੇ ਸਕਿਆ, ਤੂੰ ਕਿਵੇਂ ਨਾ ਇਲੈਕਸ਼ਨ ਲੜੇਗਾ? ਮੈਂ ਚੁੱਪ ਕਰ ਗਿਆ। ਮੈਨੂੰ ਨਹੀਂ ਪਤਾ ਉਸ ਪੀਸੀ ਦੇ ਵਿੱਚ ਮੇਰੇ ਪਿੱਛੇ ਜਦੋਂ ਬਾਹਰ ਆਏ SSM ਦਾ ਫੱਟਾ ਲਿਆ ਕੇ ਖੜਾ ਕਰਤਾ। ਮੈਂ ਸਾਰੀ ਪੀਸੀ 'ਚ ਨਹੀਂ ਬੋਲਿਆ, ਇਹੀ ਬੋਲਦੇ ਰਹੇ। ਉਹਦੇ ਬਾਅਦ ਇਹਨਾਂ ਨੇ ਐਪਲੀਕੇਸ਼ਨਾਂ ਮੰਗੀਆਂ। ਐਪਲੀਕੇਸ਼ਨਾਂ ਮੰਗ ਕੇ ਫਿਰ ਇਹਨਾਂ ਨੇ ਲੜ ਕੇ ਟਿਕਟਾਂ ਵੰਡੀਆਂ। ਟਿਕਟਾਂ ਵੰਡ ਕੇ ਜਦੋਂ ਦਿਨ ਥੋੜ੍ਹੇ ਰਹਿ ਗਏ, ਮੈਂ ਇਹਨਾਂ ਨੂੰ ਕਿਹਾ 102 ਸੀਟਾਂ ਦੇ ਦਿੱਤੀਆਂ, ਇਹਨਾਂ ਨੂੰ ਕਾਗਜ਼ ਭਰਨ ਨੂੰ ਤਾਂ ਕਹੋ। ਤੇ ਫਿਰ ਟਾਈਮ ਕਿਹੜਾ ਰਹਿ ਗਿਆ? ਤੇ ਫਿਰ 102 ਸੀਟਾਂ ਤੇ ਕਾਗਜ਼ ਭਰਾਤੇ। ਕਾਗਜ਼ ਭਰਾ ਕੇ 10 ਕੁ ਦਿਨ ਬਾਅਦ ਮੈਨੂੰ ਕਹਿੰਦੇ ਨੇ ਹੁਣ ਵਾਪਸ ਲੈ ਲਓ। ਮੈਂ ਕਿਉਂ? ਕਹਿੰਦੇ ਹੁਣ ਇਲੈਕਸ਼ਨ ਨਹੀਂ ਲੜਨੀ। ਮੈਂ ਕਿਹਾ ਤੁਸੀਂ ਕਦੀ ਕੁਛ ਕਹਿ ਦਿੰਦੇ ਹੋ, ਕਦੀ ਕੁਛ ਕਹਿ ਦਿੰਦੇ ਹੋ। ਆਹ ਜਿਹੜੇ 102 ਬੰਦੇ ਖੜੇ ਆ ਮੇਰੇ ਨਾਂ ਤੇ ਖੜੇ ਆ, ਮੈਂ ਇਹਨਾਂ ਨੂੰ ਧੋਖਾ ਨਹੀਂ ਦੇਣਾ। ਉਹ ਕਹਿੰਦੇ ਫਿਰ ਅਸੀਂ ਵਿਰੋਧ ਕਰਾਂਗੇ। ਮੈਂ ਕਿਹਾ ਮੈਂ ਵੋਟਾਂ ਵਾਸਤੇ ਨਹੀਂ ਖੜਾ, ਮੈਂ ਤਾਂ ਆਪਣੀ ਕ੍ਰੈਡੀਬਿਲਿਟੀ ਵਾਸਤੇ ਖੜਾ। ਤੁਸੀਂ ਤੁਹਾਡਾ ਜੀ ਕਰਦਾ ਨਾ ਪਾਇਓ ਵੋਟਾਂ, ਮੈਂ ਵੋਟਾਂ ਵਾਸਤੇ ਨਹੀਂ ਖੜਾ। ਬਿਲਕੁਲ ਵੋਟ ਨਾ ਪਏ, ਪਰ ਮੈਂ ਹੁਣ ਤੁਹਾਡੇ ਕਹੇ ਤੇ ਵਿਡਰਾ ਨਹੀਂ ਕਰਨਾ। ਤੁਸੀਂ ਉਹ ਤਾਂ ਲੜਾਉਣ ਵਾਲੇ, ਤੁਸੀਂ ਉਹ ਟਿਕਟਾਂ ਸਾਰੇ ਆਪੋ ਆਪਣੀ ਪਾਰਟੀ ਨਾਲ ਚਲੇ ਗਏ। ਸਾਰੇ ਛੱਡ ਕੇ ਆਪੋ ਆਪਣੀ ਪਾਰਟੀ ਨਾਲ ਚਲੇ ਗਏ, ਸਾਡਾ ਵਿਰੋਧ ਕਰਤਾ। ਫਿਰ ਵੋਟਾਂ ਕਿੱਥੋਂ ਪੈਣੀਆਂ ਸੀ? ਤੋ ਅੱਜ ਵੀ ਹੁਣ ਜਦੋਂ ਮੈਨੂੰ ਕਹਿੰਦੇ ਨੇ ਵੀ ਤੁਸੀਂ ਜੀ SSM ਛੱਡ ਦਿਓ, ਮੈਂ ਕਿਹਾ SSM ਤੁਸੀਂ ਬਣਾਇਆ, ਹੁਣ ਮੈਨੂੰ ਜਿੱਦ ਹੈ। ਮੈਂ ਕਿਹੜਾ ਇਲੈਕਸ਼ਨ ਲੜਨੀ? ਹੁਣ 80 ਵਰ੍ਹੇ ਦਾ ਹੋ ਗਿਆ, ਮੇਰੀ ਉਮਰ ਹੈ ਇਲੈਕਸ਼ਨ ਲੜਨ ਨੂੰ, ਤੇ ਮੈਂ ਇਲੈਕਸ਼ਨ ਨਹੀਂ ਲੜਨੀ। ਪਰ ਮੈਂ ਤੁਹਾਡੇ ਕਹਿਣ 'ਤੇ ਹੁਣ ਛੱਡਣਾ ਨਹੀਂ। ਤੁਸੀਂ ਤਾਂ ਇਸ ਗੱਲ ਦੀ ਵੀ ਸ਼ਰਮ ਨਹੀਂ ਤੁਹਾਨੂੰ ਵੀ ਮੈਨੂੰ ਤਾਂ ਚੀਫ ਮਿਨਿਸਟਰੀ ਮਿਲਦੀ ਸੀ, ਜੇ ਮੈਂ ਤੁਹਾਨੂੰ ਛੱਡ ਜਾਂਦਾ ਮੈਨੂੰ ਤਾਂ ਕਹਿੰਦਾ ਸੀ ਇਕੱਲਾ ਵੀ ਆ ਜਾ ਤਾਂ ਵੀ ਤੂੰ ਚੀਫ ਮਿਨਿਸਟਰ ਹੈ। ਤੋ ਇਹ ਇੱਕ ਮੈਂ ਸਮਝਦਾ ਲੈਫਟ ਵਾਲਿਆਂ ਦੀ ਚਾਲ ਸੀ। ਮੈਂ ਇਸ ਗੱਲ 'ਚ ਕਦੇ ਪਿਆ ਨਹੀਂ। ਉਹਨਾਂ ਨੂੰ ਲੱਗਦਾ ਸੀ ਮੇਰਾ ਅਕਸ ਵੱਡਾ ਹੋ ਗਿਆ, ਇਹਨੂੰ ਡਾਊਨ ਕਰਨਾ ਜ਼ਰੂਰੀ ਆ, ਉਹਦੇ ਕਰਕੇ ਖੇਡ ਖੇਡੀ ਗਈ। ਇਹਦੇ 'ਚ ਇੱਕ ਗੱਲ ਤੁਸੀਂ ਬੜੀ ਨਾਰਮਲੀ ਕਹਿੰਦੇ ਹੋ ਹਰ ਸਟੇਜ 'ਤੇ ਕਿ ਸਿਆਸਤ ਮਾੜੀ ਹੋ ਗਈ ਹੈ। ਸਿਆਸਤਦਾਨ ਹੁਣ ਲੋਕਾਂ ਦੇ ਨਾਲ ਸਰੋਕਾਰਾਂ ਨਾਲ ਰਿਹਾ ਨਹੀਂ ਹੈ, ਉਹ ਸਾਨੂੰ ਕੱਚਾ ਮਾਲ ਹੀ ਸਮਝਦਾ ਇੱਕ ਟਾਈਪ ਦਾ। ਜਿਸ ਲੈਵਲ ਦਾ ਪੰਜਾਬ 'ਚ ਲਗਾਤਾਰ ਵੈਕਿਊਮ ਹੈ ਸਿਆਸਤ ਦਾ, ਖਲਾਅ ਹੈ। ਜੇ ਕਿਹਾ ਜਾਏ ਕਿ ਆਮ ਆਦਮੀ ਪਾਰਟੀ ਜਿੱਤੀ ਹੈ, ਆਮ ਆਦਮੀ ਪਾਰਟੀ ਨਹੀਂ ਐਕਚੁਅਲੀ ਜਿੱਤੀ, ਕਿਉਂਕਿ ਦੂਜਿਆਂ ਤੋਂ ਨਾਰਾਜ਼ਗੀ ਉਹ ਇੰਨੀ ਸੀ ਜਿਹੜੀ ਲਗਾਤਾਰ।
ਔਰ ਸ਼ਾਇਦ ਪੰਜਾਬ ਦੇ ਲੋਕ ਇਹ ਦੇਖਦੇ ਵੀ ਸੀ ਵੀ ਜੇ ਉਹ ਇਕੱਲੀ ਐਂਟੀ ਕਰਪਸ਼ਨ ਮੂਵਮੈਂਟ ਚੋਂ ਕੋਈ ਧਿਰ ਨਿਕਲ ਸਕਦੀ ਹੈ ਦਿੱਲੀ ਚੋਂ ਆਮ ਆਦਮੀ ਪਾਰਟੀ ਦੀ, ਤਾਂ ਐਡੇ ਵੱਡੇ ਕਿਸਾਨ ਅੰਦੋਲਨ ਚੋਂ ਕਿਉਂ ਨਹੀਂ ਨਿਕਲ ਸਕਦੀ। ਲੋਕਾਂ ਦੀ ਖਾਸ ਤਾਂ ਹੋ ਹੀ ਸਕਦੀ ਹੈ ਨਾ, ਲੋਕ ਕਹਿੰਦੇ ਵੀ ਰਹੇ, ਐਸੀ ਕੋਈ ਗੱਲ ਨਹੀਂ ਸੀ। ਹੁਣ ਐਟ ਪ੍ਰੈਜੈਂਟ ਆਹ ਜਿਹੜਾ ਸਿਸਟਮ ਸਾਡੇ ਸਾਹਮਣੇ ਹੁਣ ਦਿਖਾਈ ਦੇ ਰਿਹਾ ਹੈ, ਜਿਹੋ ਜੀ 1 ਸਾਲ ਤੋਂ ਇਹ ਸਰਕਾਰ ਚੱਲ ਰਹੀ ਹੈ ਉਹ ਵੀ ਆਪਣੇ ਸਾਹਮਣੇ ਹੈ, ਜਿਹੋ ਜੀ ਆਪੋਜੀਸ਼ਨ ਦਾ ਰੋਲ ਹੈ ਉਹ ਵੀ ਆਪਣੇ ਸਾਹਮਣੇ ਹੈ। ਤਾਂ ਇਹ ਖੱਪਾ ਕਿਵੇਂ ਭਰਿਆ ਜਾਏਗਾ, ਕੌਣ ਭਰੇਗਾ, ਤੇ ਇਹ ਜੇਕਰ ਨਹੀਂ ਸਿਆਣੇ ਲੋਕ ਕੋਈ ਵੀ ਅੱਗੇ ਆਉਣਗੇ, ਉਹ ਖਲਾ ਹੈਗਾ ਹੀ ਹੈ ਪਿਆ ਹੋਇਆ, ਤਾਂ ਉਹਦਾ ਕੀ ਬਣੂਗਾ ਆਉਣ ਵਾਲੇ ਦਿਨਾਂ 'ਚ? ਬਿਲਕੁਲ ਦਰੁਸਤ ਹੈ, ਪੰਜਾਬ 'ਚ ਖਲਾ ਹੈ ਔਰ ਇਹਦੇ 'ਚ ਵੀ ਕੋਈ ਭੁਲੇਖਾ ਨਹੀਂ ਪਈ। ਪੋਲੀਟੀਸ਼ੀਅਨ ਜਿਸ ਤਰ੍ਹਾਂ ਦਾ ਅੱਜ ਹੋ ਗਿਆ, ਉਹਦਾ ਕਰੈਕਟਰ ਅਸੈਸੀਨੇਸ਼ਨ ਤਾਂ ਹੋ ਹੀ ਚੁੱਕਾ। ਲੋਕ ਨਿੱਜ ਤੱਕ ਸੀਮਤ ਨੇ, ਇੱਕ ਵਾਰੀ ਕੁਰਸੀ ਮਿਲ ਗਈ ਉਹ ਤੋਂ ਬਾਅਦ ਪੈਸੇ ਬਣਾਉਣ ਵਾਲੇ ਪਾਸੇ ਨੂੰ ਤੁਰ ਪੈਂਦੇ ਨੇ। ਇਹ ਬਦਲਾਅ ਲੋਕ ਚਾਹੁੰਦੇ ਸੀ, ਸਾਡਾ ਆਪੋ ਵਿੱਚ ਹੀ ਝਗੜਾ ਪੈ ਗਿਆ। ਇਸ ਕਰਕੇ ਜੇ ਕਿਤੇ ਸਾਡਾ ਝਗੜਾ ਨਾ ਹੁੰਦਾ ਤਾਂ ਸਥਿਤੀ ਕੁਛ ਹੋਰ ਹੁੰਦੀ ਤੇ ਪੋਸੀਬਲੀ ਸਾਡੀ ਸਰਕਾਰ ਬਣ ਜਾਂਦੀ। ਤੇ ਸਾਡੀ ਲੜਾਈ ਨੇ ਬਦਲਾਅ ਲੋਕ ਚਾਹੁੰਦੇ ਸੀ, ਆਮ ਆਦਮੀ ਪਾਰਟੀ ਲੈ ਆਂਦੀ। ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜੇ ਬੰਦੇ ਆਏ, ਉਹਨਾਂ ਨੂੰ ਬਿਲਕੁਲ ਪਿਓਰਲੀ ਰਾਹ ਹੈਂਡ, ਕਿਸੇ ਨੂੰ ਕੋਈ ਕੰਮ ਦਾ ਨਹੀਂ ਪਤਾ, ਕੋਈ ਆਪਣੀ ਜ਼ਿੰਮੇਵਾਰੀਆਂ ਦਾ ਨਹੀਂ ਪਤਾ। ਔਰ ਫਿਰ ਉਹਨਾਂ ਦੇ ਵਿੱਚੋਂ ਵੀ ਬਹੁਤੇ ਹੁਣ ਉਹੀ ਕੰਮ ਸ਼ੁਰੂ ਹੋ ਗਿਆ ਜਿਹੜਾ ਪੋਲੀਟਿਕਸ ਵਿੱਚ ਪਹਿਲਾਂ ਹੁੰਦਾ ਸੀ। ਅੱਜ ਲੋਕ ਮਾਯੂਸ ਨੇ, ਉਹਨਾਂ ਨੂੰ ਫਿਰ ਨਜ਼ਰ ਨਹੀਂ ਆ ਰਿਹਾ ਭਵਿੱਖ ਵਿੱਚ ਕੀ ਹੈ। ਔਰ ਨਾ ਤਾਂ ਅੱਜ ਉਹ ਅਕਾਲੀ ਦਲ ਤੋਂ ਹੀ ਖੁਸ਼ ਨੇ, ਨਾ ਭਾਜਪਾ ਤੋਂ ਖੁਸ਼ ਨੇ, ਨਾ ਆਮ ਆਦਮੀ ਪਾਰਟੀ ਤੋਂ ਖੁਸ਼ ਨੇ, ਨਾ ਕਾਂਗਰਸ ਤੋਂ ਹੀ ਖੁਸ਼ ਨੇ। ਇਹ ਖੱਪਾ ਜਿਹੜਾ ਭਰਨ ਵਾਸਤੇ ਲੋੜ ਹੈ ਕੁਛ ਠੀਕ ਸੋਚ ਰੱਖਣ ਵਾਲੇ ਲੋਕਾਂ ਨੂੰ ਫਿਰ ਮੈਦਾਨ 'ਚ ਨਿੱਤਰਨਾ ਪਏਗਾ। ਅਸੀਂ ਜਿਹੜੀ SSM ਬਣਾਇਆ ਸੀ ਉਹ ਤੋਂ ਬਾਅਦ ਰਜਿਸਟਰ ਹੋ ਗਿਆ। ਅੱਜ ਜੋ ਰਜਿਸਟਰ ਹੋਈ ਹੈ ਪਾਰਟੀ, ਅਸੀਂ ਇਸ ਵਾਰੀ ਜਲੰਧਰ ਇਲੈਕਸ਼ਨ ਨਹੀਂ ਲੜ ਰਹੇ, ਪਰ ਅਸੀਂ ਕੱਲ੍ਹ ਮੀਟਿੰਗ ਵਿੱਚ ਫੈਸਲਾ ਕੀਤਾ, ਸਾਡੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ, ਭਈ ਅਸੀਂ ਲੋਕਾਂ ਨੂੰ ਐਜੂਕੇਟ ਕਰਨ ਦਾ ਕੰਮ ਕਰਾਂਗੇ ਵੀ ਇਹਨਾਂ ਦਾ ਰੋਲ ਕੀ ਰਿਹਾ। ਇਹਨਾਂ ਨੇ ਜਿਵੇਂ ਸਾਈਲੋ, ਉਹਨਾਂ ਨੂੰ ਮੰਡੀਆਂ ਡਿਕਲੇਅਰ ਕਰ ਦਿੱਤਾ ਔਰ ਫਿਰ ਜਿਹੜਾ ਅਸੀਂ ਜਿੱਤ ਕੇ ਆਏ ਹਾਂ ਮੋਰਚਾ, ਇੱਕ ਤਰ੍ਹਾਂ ਦੀ ਕਾਨੂੰਨ, ਉਸ ਕਾਨੂੰਨ ਨੂੰ ਤਾਂ ਭਾਵੇਂ ਵਾਪਸ ਕਰਾਏ, ਹੁਣ ਟੇਢੇ ਢੰਗ ਨਾਲ ਮੰਡੀਆਂ ਤੋੜਨ ਦਾ ਤਰੀਕਾ ਫਿਰ ਇਹਨਾਂ ਨੇ ਸ਼ੁਰੂ ਕਰਤਾ। ਜਿਹੜਾ ਡੈਮ ਸੇਫਟੀ ਐਕਟ ਇਹਨਾਂ ਨੇ ਮੰਨ ਕੇ ਡੈਮ ਉਹਨਾਂ ਦੇ ਹਵਾਲੇ ਕਰਤੇ, ਉਹਦੀਆਂ ਝੀਲਾਂ ਉਹਨਾਂ ਦੇ ਹਵਾਲੇ ਕਰਤੀਆਂ, ਜਨਰੇਸ਼ਨ ਹਵਾਲੇ ਕਰਤੀ। ਤੇ ਫਿਰ ਤੁਸੀਂ BBMP ਚੋਂ ਕੀ ਭਾਲਦੇ ਹੋ ਜਦੋਂ ਤੁਸੀਂ ਸਾਰਾ ਕੁਛ ਉਹਨਾਂ ਨੂੰ? ਫਿਰ ਪੰਜਾਬ ਦਾ ਜਦੋਂ ਤੁਸੀਂ ਟ੍ਰਿਬਿਊਨਲ ਦੀ ਮੰਗ ਕਰਦੇ ਹੋ, ਇਹਦਾ ਮਤਲਬ ਪਾਣੀ ਹੋਰ ਦੇਣਾ ਚਾਹੁੰਦੇ ਹੋ। ਇਹ ਮੁੱਦੇ ਜਿਹੜੇ ਪੰਜਾਬ ਦੇ ਅਹਿਮ ਨੇ, ਉਹਨਾਂ ਦੇ ਉੱਤੇ ਆਪ ਸਪਸ਼ਟ ਨਹੀਂ, ਔਰ ਜਿੱਧਰ ਨੂੰ ਜਾ ਰਹੇ ਨੇ ਉਹ ਲੱਗਦਾ ਵੀ ਐਂਟੀ ਪੰਜਾਬ ਜਾ ਰਹੇ ਨੇ। ਇਹਦੇ 'ਤੇ ਅਸੀਂ ਲੋਕਾਂ ਨੂੰ ਐਜੂਕੇਟ ਕਰਾਂਗੇ। ਤੇ ਅੱਜ ਮੈਨੂੰ ਇੱਥੇ ਆਉਣ ਤੋਂ ਪਹਿਲਾਂ ਕੁਛ SSM ਦੇ ਕੁਛ ਜਿਹੜੇ ਸੀਰੀਅਸਲੀ ਕੰਮ ਕਰਨ ਲੱਗੇ ਹੋਏ ਨੇ ਮੁੰਡੇ, ਉਹ ਮਿਲੇ ਸੀ। ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਇਸ ਤਰ੍ਹਾਂ ਨਹੀਂ, ਜਾਂ ਤਾਂ ਪੂਰੇ ਜ਼ੋਰ ਨਾਲ ਸ਼ੁਰੂ ਕਰੋ ਕੰਮ, ਨਹੀਂ ਮੇਰੇ ਮੋਢਿਆਂ 'ਤੇ ਨਾ ਚੜੇ ਰਹੋ। ਮੈਨੂੰ ਤੁਸੀਂ ਜੇ ਸਿਰਫ ਵੀ ਰਾਜੇਵਾਲ ਦਾ ਨਾਮ ਵਰਤਣਾ ਹੈ, ਇੰਨੇ ਨਾਲ ਮੈਂ ਤੁਹਾਡੇ ਨਾਲ ਤਿਆਰ ਨਹੀਂ। ਜੇ ਕਰਨਾ ਤਾਂ ਇੱਕ ਟੀਮ ਜਿਹੜੀ ਠੀਕ ਸੋਚ ਵਾਲੇ ਲੋਕਾਂ ਦੀ, ਉਹਦੀ ਇੱਕ ਟੀਮ ਤਿਆਰ ਕਰੋ ਜਿਹੜੀ ਕੋਈ ਪਾਲਿਸੀ ਡਰਾਫਟ ਕਰੇ, ਤੇ ਫਿਰ ਹੁਣ ਤੋਂ ਹੀ ਸੀਰੀਅਸਲੀ ਲੱਗੋ ਅਗਲੀ ਇਲੈਕਸ਼ਨ ਤੱਕ, ਤਾਂ ਕੁਛ ਹੋਏਗਾ। ਬਿਲਕੁਲ, ਜਿਵੇਂ SSM ਹੁਣ ਪੋਲੀਟੀਕਲ ਪਾਰਟੀ ਦੇ ਤੌਰ 'ਤੇ ਹੈ, ਪੋਲੀਟਿਕਸ ਨੂੰ ਪੋਲੀਟਿਕਸ ਕਾਊਂਟਰ ਕਰਦੀ ਹੈ, ਠੀਕ ਹੈ। ਜਨਤਕ ਜਥੇਬੰਦੀਆਂ ਦਾ ਆਪਣਾ ਰੋਲ ਹੁੰਦਾ, ਪ੍ਰੈਸ਼ਰ ਗਰੁੱਪ ਦਾ ਆਪਣਾ ਸਿਸਟਮ ਹੈ, ਤੇ ਉਹਨੇ ਰੋਜ਼ ਵੀ ਕਨਫਰੰਟ ਕਰਨਾ ਹੁੰਦਾ ਨਾ, ਵੀ ਜਿਹੜੀ ਗੱਲ ਗਲਤ ਸਰਕਾਰ ਦੀ ਮੌਕੇ ਤੇ ਬਿਆਨ ਦੇਣਾ, ਕੋਈ ਲੋਕਾਂ ਦੀ ਜਾਗਰੂਕ ਮੁਹਿੰਮ ਉਸ ਲੈਵਲ ਤੇ ਚੱਲਦੀ ਹੈ। ਤੇ ਤੁਸੀਂ ਇਹ ਜਦੋਂ ਦੋ ਗੱਲਾਂ ਨਾਲ ਚੱਲਣਗੀਆਂ, ਜਥੇਬੰਦੀ ਤੇ ਉਹ, ਤਾਂ ਇਹਨੂੰ ਕਿਵੇਂ ਰਨ ਮਤਲਬ ਹੋਏਗੀ? ਤੁਹਾਡੇ ਦਿਮਾਗ 'ਚ ਖਾਕਾ ਕੀ ਹੈ ਕਿ ਉਹ SSM ਤਾਂ ਇੱਕ ਲੋੜ ਤੁਸੀਂ ਮਹਿਸੂਸ ਕਰਦੇ ਹੋ ਕਿ ਉਹਦੇ ਉੱਤੇ ਪੋਲੀਟੀਕਲ ਹੋਣੀ ਚਾਹੀਦੀ ਹੈ, ਇੱਕ ਪੋਲੀਟੀਕਲ ਖਿਲਾਫ ਭਰਨਾ ਚਾਹੀਦਾ ਹੈ। ਜਿਹੜੇ ਉਦੋਂ ਆ ਗਏ, ਹੋਰ ਵੀ ਬਹੁਤ ਲੋਕ ਹੋਣਗੇ ਜਿਹੜੇ ਨਾਲ ਜੁੜਨਾ ਚਾਹਣਗੇ, ਜਿਹੜੇ ਲੋਕਾਂ ਨੂੰ ਐਂ ਲੱਗਦਾ ਹੋਊਗਾ ਵੀ ਹਾਂ ਯਾਰ ਕੁਛ ਕਰਨਾ ਚਾਹੀਦਾ ਹੁਣ, ਜਿਨ੍ਹਾਂ ਨੂੰ ਇਹਨਾਂ ਤੋਂ ਉਮੀਦ ਸੀ ਉਹ ਵੀ ਲੈ ਗਈ ਹੋਏਗੀ, ਇਹੋ ਜਿਹੇ ਵੀ ਬਥੇਰੇ ਹੋਣਗੇ। ਤੇ ਉਹਦੀ ਐਕਟੀਵਿਟੀ ਦੇ ਰੂਪ ਦੇ ਵਿੱਚ ਉਹਦੇ 'ਚੋਂ ਲੀਡਰਸ਼ਿਪ ਵੀ ਅਮਰਜ ਹੋਵੇ ਨਾਲ ਪਹਿਲ ਕਦਮੀ ਵਾਲੀ, ਉਹ ਕੀ ਖਾਕਾ ਹੋਏਗਾ? ਮਤਲਬ ਨਹੀਂ ਤਾਂ ਫਿਰ ਉਹ ਰਜਿਸਟਰਡ ਰਹਿੰਦੀ ਹੈ, ਬਹੁਤ ਰਜਿਸਟਰਡ ਜਥੇਬੰਦੀਆਂ ਨੇ, ਤੇ ਉਹ ਰੋਲ ਨਹੀਂ ਪਲੇ ਕਰ ਸਕਦੀਆਂ। ਜਿਹੜਾ ਏਜੰਡਾ ਤੁਸੀਂ ਲੈ ਕੇ ਚੱਲਦੇ ਹੋ, ਤੁਸੀਂ ਜਥੇਬੰਦੀ ਵੱਲੋਂ ਇੱਕ ਪਿਛਲੇ ਦਿਨਾਂ 'ਚ ਉਹ ਤੁਹਾਡਾ ਡਿਲੇ ਹੋਈ ਜਾਂਦਾ, ਕਦੇ ਮਾਰਚੀ ਹੋ ਗਿਆ, ਹਾਂ 2-3 ਗੱਲਾਂ ਜਿਹੜੀਆਂ ਤੁਸੀਂ ਰੱਖੀਆਂ ਸੀ, ਜਿਹੜਾ ਸੈਮੀਨਾਰ ਸੀ, ਇੱਕ ਫੈਡਰਲ ਸਟਰਕਚਰ ਦਾ, ਇੱਕ ਪਾਣੀਆਂ ਦਾ, ਤੇ ਇੱਕ ਜਿਹੜਾ ਇਨਵਾਇਰਨਮੈਂਟ ਦਾ। ਇਹ ਸਭ ਤੋਂ ਬੇਸਿਕ ਏਜੰਡੇ ਨੇ। ਈਵਨ ਫੈਡਰਲ ਸਟਰਕਚਰ 'ਚ ਹੀ ਸਾਰਾ ਕੁਝ ਵੀ ਆ ਜਾਂਦਾ ਜੇਕਰ ਆਪਾਂ ਇਹ ਸਾਰੀਆਂ ਚੀਜ਼ਾਂ ਦੇਖੀਏ। ਔਰ ਇਹਦੇ ਨਾਲ ਜਿਹੜੀ ਪੋਲੀਟਿਕਸ ਹੁਣ ਚੱਲ ਰਹੀ ਹੈ, ਹਿੰਦੂ ਤਵੀ ਫਲਾਨੀ, ਉਹ ਵੀ ਕਾਊਂਟਰ ਜੇਕਰ ਦੇਖੀਏ, ਦੇਸ਼ ਦੇ ਵਿੱਚ ਵੀ ਤਾਂ ਗੱਲ ਹੋ ਰਹੀ ਹੈ ਫੈਡਰਲ ਸਟਰਕਚਰ ਦੀ।
ਤਾਂ ਏਜੰਡਾ ਤਾਂ ਤੁਹਾਡੇ ਕੋਲ ਆਲਰੇਡੀ ਹੈ, ਉਹਦੇ ਤੇ ਕਿਉਂ ਨਹੀਂ ਕੰਮ ਮਤਲਬ ਕਰ ਸਕਦਾ ਐਸਐਸਐਮ, ਜਾਂ ਉਹਦਾ ਕੋਈ ਸਿਸਟਮ ਬਣਾ ਕੇ? ਪਹਿਲੇ ਦਿਨ ਕੋਈ ਐਜੀਟੇਟ ਨਹੀਂ ਕਰਦਾ, ਐਜੀਟੇਸ਼ਨ ਨਹੀਂ ਕਰਦਾ, ਪਰ ਇੱਕ ਵਿਜੀਬਿਲਟੀ ਤਾਂ ਹੋਵੇ ਨਾ। ਨਹੀਂ, ਮੈਂ ਆਪਣੀ ਲੀਹ ਤੋਂ ਕਦੀ ਲਿਆ ਨਹੀਂ। ਮੈਂ ਬੜਾ ਸੋਚ ਸਮਝ ਕੇ ਮੁੱਦੇ ਜਿਹੜੇ ਨੇ ਉਹ ਹਮੇਸ਼ਾ ਚੁਣੇ ਨੇ, ਔਰ ਜਿਹੜੇ ਮੁੱਦੇ ਦੀ ਮੌਕੇ ਤੇ ਲੋੜ ਹੈ ਉਹ ਚੁਣੇ ਨੇ। ਔਰ ਮੈਨੂੰ ਇਸ ਗੱਲ ਤੇ ਤਸੱਲੀ ਹੈ ਵੀ ਇਹ ਲੜਾਈ ਜੇ ਲੜਦੇ ਹਾਂ ਤਾਂ ਸਾਡੇ ਕੋਲ ਲੌਜਿਕ ਹੈ, ਔਰ ਅਸੀਂ ਸਾਊਂਡ ਫੁਟਿੰਗ ਤੇ ਲੜਾਈ ਲੜਾਂਗੇ। ਔਰ ਉਹਦੇ ਲਈ ਲੜਾਈ ਸ਼ੁਰੂ ਕੀਤੀ ਸੀ। ਅਨਫੋਰਚੂਨੇਟ ਪਹਿਲੂ ਇਹ ਹੈ ਵੀ ਜਦੋਂ ਅਸੀਂ ਲੜਾਈ ਪਿਛਲੇ ਸਾਲ ਅਸੀਂ ਦਿੱਤਾ 5 ਅਗਸਤ ਨੂੰ ਮੈਮੋਰੈਂਡਮ, ਤੁਹਾਨੂੰ ਪਤਾ ਬਹੁਤ ਵੱਡਾ ਇਕੱਠ ਕਰਕੇ ਦਿੱਤਾ, ਤਿਆਰੀ ਪੂਰੀ ਹੋ ਗਈ ਸੀ। ਤੇ ਐਨ ਉਸ ਮੌਕੇ ਜੀਰੇ ਵਾਲਾ ਜਿਹੜਾ ਮੋਰਚਾ ਸੀਗਾ ਉਹਨਾਂ ਨੇ ਸਾਡੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰਤੀਆਂ, ਦੇਖੋ ਜੀ ਸਾਡਾ ਮੋਰਚਾ ਪ੍ਰਭਾਵਿਤ ਹੋਊਗਾ, ਤੁਸੀਂ ਹਾਲੇ ਨਾ ਕਰੋ। ਤੇ ਅਸੀਂ ਅੱਗੇ ਪਾਤਾ। ਫਿਰ ਦਸੰਬਰ ਵਿੱਚ ਅਸੀਂ ਲਾਉਣ ਲੱਗੇ, 30 ਦਸੰਬਰ ਨੂੰ ਉਹਨਾਂ ਨੇ ਫਿਰ ਸਾਡੇ ਤੇ ਪ੍ਰੈਸ਼ਰ ਬਿਲਡ ਕੀਤਾ ਵੀ ਤੁਸੀਂ ਇੱਥੇ ਆਓ, ਨਾ ਲਾਓ। ਅਸੀਂ 30 ਦਸੰਬਰ ਨੂੰ ਉੱਥੇ ਚਲੇ ਗਏ। ਉਹ ਮੋਰਚੇ ਦੇ ਵਿੱਚੋਂ ਅੱਜ ਤੱਕ ਕੁਝ ਨਿਕਲਿਆ ਨਹੀਂ। ਮੇਰਾ ਉਹਨਾਂ ਨੂੰ ਕਹਿਣਾ ਸੀ ਵੀ ਤੁਸੀਂ 40 ਪਿੰਡਾਂ ਨੂੰ ਦੇ ਐਨਵਾਇਰਨਮੈਂਟ ਨੂੰ ਰੋਂਦੇ ਹੋ, ਮੈਂ ਸਾਰੇ ਪੰਜਾਬ ਦੇ ਐਨਵਾਇਰਨਮੈਂਟ ਦੀ ਗੱਲ ਕਰਦਾ। ਸਾਰੇ ਪੰਜਾਬ ਦਾ ਐਨਵਾਇਰਨਮੈਂਟ ਪੋਲਿਊਟ ਹੋ ਗਿਆ, ਇਹ ਸਾਰੇ ਦੀ ਲੋੜ ਹੈ। ਖੈਰ, ਫਿਰ ਉਹ ਤੋਂ ਬਾਅਦ ਹਾਲੇ ਅਸੀਂ ਸੋਚ ਹੀ ਰਹੇ ਸੀਗੇ ਵੀ ਅਸੀਂ ਸ਼ੁਰੂ ਕਰ ਦਈਏ, ਚਾਹੇ ਉਹ ਚੱਲਦਾ ਹੀ ਹੈ। ਤੇ ਇੱਥੇ ਬੰਦੀ ਸਿੰਘਾਂ ਦਾ ਮੋਰਚਾ, ਹੁਣ ਪੰਜਾਬ ਦੇ ਲੋਕ ਜਦੋਂ ਭਾਵੁਕਤਾ ਨਾਲ ਕਰੋਗੇ, ਬਿਨਾਂ ਉਹਦੇ ਨਾਲ ਉਹ ਮੁੱਦੇ ਨੂੰ ਸਮਝੇ, ਸਟੱਡੀ ਕੀਤੇ ਬਿਨਾਂ ਜਦੋਂ ਤੁਸੀਂ ਗੱਲ ਕਰੋਗੇ, ਫਿਰ ਉਹਨੂੰ ਠੀਕ ਢੰਗ ਨਾਲ ਨਹੀਂ ਚਲਾਓਗੇ ਤਾਂ ਮੋਰਚਾ ਸਫਲਤਾ ਉਹਦੀ ਸ਼ੱਕ 'ਚ ਹੋ ਜਾਂਦੀ ਹੈ। ਤੇ ਉੱਥੇ ਫਿਰ ਜਿਹੜਾ ਸੀ ਬੰਦੀ ਸਿੰਘਾਂ ਦਾ ਮੋਰਚਾ, ਉਹਦੇ ਵਿੱਚ ਐਸੇ ਲੋਕ ਆ ਗਏ ਜਿਹੜੇ ਹਰ ਇੱਕ ਦੀ ਦਾੜੀ ਉਹ ਪੱਟਦੇ ਨੇ, ਗਾਲਾਂ ਹੀ ਕੱਢਦੇ ਨੇ। ਮੈਨੂੰ ਵੀ ਕਿਹਾ ਗਿਆ, ਅਸੀਂ ਉਹਦੀ ਹਮਾਇਤ ਕਰਤੀ, ਮੋਰਚੇ ਦੀ ਹਮਾਇਤ ਕਰਕੇ ਜਦੋਂ ਉੱਥੇ ਦੇਖਿਆ ਵੀ ਤਾਂ ਸਿਵਾਏ ਗਾਲਾਂ ਤੋਂ ਉੱਥੇ ਕੁਝ ਨਹੀਂ ਹੈ, ਅਸੀਂ ਉੱਥੇ ਗਏ ਨਹੀਂ। ਹਮਦਰਦੀ ਮੋਰਚੇ ਨਾਲ ਜ਼ਰੂਰ ਸੀ, ਪਰ ਅਸੀਂ ਉੱਥੇ ਜਾ ਕੇ ਉਹਨਾਂ ਦੇ ਨਾਲ ਆਪਣੇ ਕੁਝ ਬੰਦੇ, ਮੋਹਾਲੀ ਜ਼ਿਲ੍ਹੇ ਵਾਲੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਟੈਂਟ ਲਾ ਕੇ ਲੰਗਰ ਦਾ ਪ੍ਰਬੰਧ ਕੀਤਾ, ਉਹ ਸਾਡੇ ਵਰਕਰ ਸੀਗੇ ਮੋਹਾਲੀ ਜ਼ਿਲ੍ਹੇ ਦੇ। ਉਹ ਹੁਣ ਵੀ ਉੱਥੇ ਜਾਂਦੇ ਆਉਂਦੇ ਨੇ, ਬੈਠੇ ਨੇ। ਪਰ ਅਫਸੋਸ ਇਹ ਆ ਵੀ ਉਹ ਇੰਨਾ ਲੰਮ ਗਿਆ ਮੋਰਚਾ ਬੰਦੀ ਸਿੰਘਾਂ ਦਾ, ਰਿਹਾਈ ਦਾ, ਉਹਨੂੰ ਠੀਕ ਢੰਗ ਨਾਲ ਕੋਈ ਹੈਂਡਲ ਨਹੀਂ ਕਰ ਸਕੇ, ਜਾਂ ਕੋਈ ਕਾਰਨ ਹੋਰ ਹੋਣਗੇ ਉਹ ਜਾਣਨ। ਤੇ ਪਰ ਉਹਨੇ ਸਾਡੇ ਮੋਰਚੇ ਨੂੰ ਕਿਸੇ ਕੰਢੇ ਲੱਗਣ, ਸਾਡੇ ਰਸਤੇ 'ਚੋਂ ਇੱਕ ਰੋੜਾ ਬਣ ਗਏ। ਹੁਣ ਨਾ ਤਾਂ ਅਸੀਂ ਮੋਰਚਾ ਲਾਉਣ ਜੋਗੇ ਛੱਡੇ, ਨਾ ਛੱਡਣ ਜੋਗੇ ਛੱਡੇ, ਅਸੀਂ ਉਹਨੂੰ ਸਸਪੈਂਡ ਕਰਤਾ ਮੋਰਚੇ ਨੂੰ। ਵੀ ਹੁਣ ਬਾਰ-ਬਾਰ ਅੱਗੇ ਡੇਟਾ ਪਾ ਕੇ ਲੋਕਾਂ 'ਚ ਬੇਵਿਸ਼ਵਾਸੀ ਹੁੰਦੀ ਹੈ ਵੀ ਇਹਨਾਂ ਤਾਂ ਲੜਨਾ ਹੀ ਨਹੀਂ। ਤੇ ਹੁਣ ਵੀ ਅਸੀਂ ਇਹ ਸੋਚ ਰਹੇ ਹਾਂ ਵੀ ਅਸੀਂ ਬਹੁਤ ਨਾ ਲਮਕਾਈਏ, ਤੇ ਫਿਰ ਜੇ ਕੋਈ ਇੱਦਾਂ ਹੀ ਗੱਲ ਜੂਨ ਜੁਲਾਈ ਤੱਕ ਅਸੀਂ ਕੁਛ ਇਸ ਮੋਰਚੇ 'ਤੇ ਆਰੰਭ ਕਰਾਂਗੇ। ਗੁਜ਼ਾਰਾ ਨਹੀਂ, ਪਾਣੀ ਸਾਡੇ ਕੋਲ ਜਿਸ ਤਰ੍ਹਾਂ ਮੁੱਕਦਾ ਜਾ ਰਿਹਾ ਹੈ, ਜਿਸ ਤਰ੍ਹਾਂ ਫੈਡਰਲ ਸਟਰਕਚਰ ਨੂੰ ਢਾਹ ਲਾਈ ਜਾ ਰਹੀ ਹੈ, ਜਿਸ ਤਰ੍ਹਾਂ ਐਨਵਾਇਰਨਮੈਂਟ ਪੋਲਿਊਟ ਹੋ ਰਿਹਾ, ਇਹ ਤਿੰਨੇ ਮੁੱਦੇ ਏਡੇ ਵੱਡੇ ਨੇ, ਇਹਨਾਂ 'ਤੇ ਲੜਨ ਦੀ ਲੋੜ ਹੈ। ਮੈਂ ਸਮਝਦਾ ਵੀ ਪੋਲੀਟਿਕਸ ਇਹਦੇ ਵਿੱਚੋਂ ਹੀ ਇਮਰਜ ਕਰ ਜਾਏਗੀ। ਤੁਸੀਂ ਲੜੋਗੇ ਤਾਂ ਉਹ ਜਥੇਬੰਦੀਆਂ ਬਣੋ ਨਾ। ਹਾਂ, ਅਸੀਂ ਉਹਦੇ 'ਚ ਐਸਐਸਐਮ ਦਾ ਰੋਲ ਕੀ ਦੇਖਦੇ? ਐਸਐਸਐਮ ਸਪੋਰਟ ਕਰੇਗਾ ਇਹਨੂੰ, ਔਰ ਸਪੋਰਟ ਕਰੇਗਾ। ਲੋਕਾਂ ਦੇ ਵਿੱਚੋਂ ਵੀ ਬੰਦੇ ਨਿਕਲਣਗੇ ਜਿਹੜੇ ਐਸਐਸਐਮ ਵਾਲੇ ਪਾਸੇ ਉਹ ਚੋਣ ਲੜ ਜਾਣਗੇ, ਤੇ ਜਿਹੜੇ ਲੋਕ ਇੱਥੇ ਕੰਮ ਕਰਨਗੇ ਉਹ ਲੋਕਾਂ ਵਿੱਚ ਮਕਬੂਲ ਹੋਣਗੇ। ਜਿਹੜਾ ਸਿਰਫ ਚੋਣ ਲੜਨ ਵਾਸਤੇ ਆਏਗਾ ਉਹ ਮਕਬੂਲ ਨਹੀਂ ਹੋਏਗਾ। ਜਿਹੜਾ ਇਸ ਮੋਰਚੇ ਵਿੱਚ ਲੋਕਾਂ ਲਈ ਲੜਨ ਮਰਨ ਲਈ ਤਿਆਰ ਹੋਏਗਾ, ਜੇਲ੍ਹਾਂ ਜਾਣ ਲਈ ਤਿਆਰ ਹੋਏਗਾ, ਕੁਰਬਾਨੀ ਦੇਵੇਗਾ, ਉਹੀ ਫਿਰ ਜਿਹੜੀ ਅਗਲੀ ਇਲੈਕਸ਼ਨ ਆ ਉਹਦੇ ਵਿੱਚ ਲੋਕਾਂ ਨੂੰ ਮਨਜ਼ੂਰ ਹੋਏਗਾ। ਇਹਦੇ ਵਿੱਚੋਂ ਲੋਕਾਂ ਦਾ ਬਦਲ ਨਿਕਲ ਆਏਗਾ। ਜਿਹੜੀ ਪ੍ਰੈਜੈਂਟ ਪਾਰਟੀ ਸਿਸਟਮ ਹੈ ਜਾਂ ਪ੍ਰੈਜੈਂਟ ਲੀਡਰਸ਼ਿਪ ਓਵਰਆਲ ਹੈ, ਪੋਲੀਟੀਕਲ ਜਾਂ ਬਾਕੀ, ਇਹਨਾਂ 'ਚੋਂ ਕੋਈ ਤੁਸੀਂ ਉਮੀਦ ਦੇਖਦੇ ਹੋ ਕਿਸੇ ਤੋਂ, ਕਿਸੇ ਕੋਈ ਲੀਡਰ 'ਚੋਂ, ਕਿਸੇ ਆਰਗੇਨਾਈਜੇਸ਼ਨ 'ਚੋਂ, ਕਿਸੇ ਦੇ ਏਜੰਡੇ 'ਚੋਂ? ਲੋਕ ਨਾਰਮਲੀ ਕਹਿੰਦੇ ਨੇ ਕਿ ਅਕਾਲੀ ਦਲ ਵਰਗੀ ਰੀਜਨਲ ਪਾਰਟੀ ਤਾਂ ਚਾਹੀਦੀ ਹੈ, ਪਰ ਜੇ ਉਹ ਚੇਂਜ ਹੋ ਜੇ, ਜੇ ਪਰ ਨਾਲ ਲੱਗਦਾ ਵੀ ਜੇ ਉਹ ਤਬਦੀਲ ਹੋ ਜੇ। ਤਬਦੀਲ ਹੋਣ ਦੀ ਉਮੀਦ ਉਸ ਲੈਵਲ ਦੀ ਤਾਂ ਬੜੀ ਦੇਰ ਤੋਂ ਦਿਖਾਈ ਨਹੀਂ ਦੇ ਰਹੀ ਅਸਲ ਦੇ ਵਿੱਚ। ਅਸਲ 'ਚ ਪੋਲੀਟੀਕਲ ਪਾਰਟੀਆਂ 'ਚ ਕੁਝ ਪਰਿਵਾਰਾਂ ਦੇ ਕਬਜ਼ੇ ਹੋ ਗਏ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ। ਜਿਹੜੇ ਪਰਿਵਾਰਕ ਕਬਜ਼ੇ ਨੇ ਉਹ ਜਿੰਨੀ ਦੇਰ ਤੱਕ ਨਹੀਂ ਛੁੱਟਦੇ ਤਾਂ ਲੋਕਾਂ ਦੇ ਜਿਹੜੇ ਸਹੀ ਨੁਮਾਇੰਦੇ ਨੇ, ਜਿਹੜੇ ਨੁਮਾਇੰਦਗੀ ਕਰਨ ਵਾਲੇ ਲੋਕ ਨੇ, ਉਹਨਾਂ ਦੀ ਠੀਕ ਚੋਣ ਨਹੀਂ ਹੋਣੀ। ਫਿਰ ਤਾਂ ਕਿਸੇ ਇੱਕ ਖਾਸ ਪ੍ਰਭਾਵ ਦੇ ਹੇਠ ਤੁਸੀਂ ਕੈਂਡੀਡੇਟ ਚੁਣੋਗੇ ਜਿਹੜੇ ਫਿਰ ਤੁਹਾਡੇ ਤੱਕ ਲਾਇਲ ਹੋਣ, ਲੋਕਾਂ ਨਾਲ ਲਾਇਲਟੀ ਨਾ ਹੋਵੇ, ਉਹਨਾਂ ਦੀਆਂ ਫਿਰ ਪ੍ਰਾਇਰਟੀਜ਼ ਬਦਲ ਜਾਣਗੀਆਂ। ਔਰ ਇਹਨਾਂ ਗੱਲਾਂ ਫਿਰ ਇਹ ਵੀ ਹੈ ਵੀ ਉਹ ਬੰਦੇ ਜਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਵਿਚਰਦੇ ਨੇ, ਜਦੋਂ ਲੋਕਾਂ ਨੂੰ ਪਤਾ ਵੀ ਆ ਇੱਕ ਕਰਪਟ ਬੰਦਾ ਉਹ ਟਿਕਟ ਲੈ ਕੇ ਆ ਗਿਆ, ਤਾਂ ਫਿਰ
ਜਦੋਂ ਮੁਕਾਬਲੇ ਤੇ ਕੋਈ ਹੋਰ ਹੁੰਦਾ ਨਹੀਂ, ਕਿਸੇ ਨੂੰ ਇੱਕ ਨੂੰ ਵੋਟ ਪਾਉਣੀ ਹੁੰਦੀ ਹੈ, ਇੱਦਾਂ ਵੋਟਾਂ ਪੈ ਜਾਂਦੀਆਂ। ਇੱਦਾਂ ਦਾ ਕੋਈ ਸਿਸਟਮ ਹੈ ਨਹੀਂ ਵੀ ਤੁਸੀਂ ਡਿਸਕੁਆਲੀਫਾਈ ਕਰ ਦੋਗੇ ਕਿਸੇ ਨੂੰ। ਤੋ ਅੱਜ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਇਹਦੇ ਵਿੱਚ ਜਾਂ ਤਾਂ ਖਾਨਦਾਨੀ ਪੋਲੀਟੀਸ਼ੀਅਨ ਨੇ, ਉਹ ਆ ਗਏ ਮੈਜੋਰਟੀ। ਆ ਜਿਹੜੇ ਨਵੇਂ ਆਏ ਸੀ ਇਹਨਾਂ ਨੇ ਸਾਰਾ ਕੁਝ ਜਿਹੜਾ ਸੀਗਾ ਲੋਕਾਂ ਦਾ ਵਿਸ਼ਵਾਸ ਨੂੰ ਬਹੁਤ ਵੱਡੀ ਸੱਟ ਮਾਰੀ ਆ। ਨਵੇਂ ਆਏ ਸੀ, ਨਾ ਕੁਛ ਸਿੱਖਣ ਦੀ ਕੋਸ਼ਿਸ਼ ਕੀਤੀ, ਨਾ ਕਿਸੇ ਨੇ ਸਿਖਾਉਣ ਦੀ ਕੋਸ਼ਿਸ਼ ਕੀਤੀ। ਔਰ ਬੇਸਿਕਲੀ ਜੇ ਮੈਂ ਇਹ ਕਹਾਂ ਬੀਜੇਪੀ ਔਰ ਆਮ ਆਦਮੀ ਪਾਰਟੀ 'ਚ ਫਰਕ ਕੋਈ ਨਹੀਂ, ਦੋਨੋਂ RSS ਦੇ ਆਫਸ਼ੂਟਸ ਨੇ। ਉਹ ਦੋਹਾਂ ਨੂੰ ਜਿੱਥੇ ਲੋੜ ਹੁੰਦੀ ਆ ਵਰਤ ਲੈਂਦੇ ਨੇ। ਕਿਤੇ ਬੀਜੇਪੀ ਨੂੰ ਨੁਕਸਾਨ ਹੁੰਦਾ ਉੱਥੇ ਆਪ ਨੂੰ ਭੇਜ ਦਿੰਦੇ ਨੇ, ਤੁਸੀਂ ਜਾ ਕੇ ਵੋਟ ਉਹਨਾਂ ਦੀ, ਕਾਂਗਰਸ ਵਾਲਿਆਂ ਦੀ ਤੁਸੀਂ ਤੋੜੋਗੇ ਕੁਛ, ਬੀਜੇਪੀ ਜਿੱਤ ਜੂ। ਉਹ ਇੱਦਾਂ ਵਰਤਦੇ ਨੇ। ਤੋ ਲੋੜ ਹੈਗੀ ਆ, ਮੈਂ ਸਮਝਦਾ ਵੀ ਲੋਕਾਂ ਦੀ ਲੜਾਈ ਲੜੋਗੇ, ਲੋਕ ਆਪਣੇ ਨੁਮਾਇੰਦੇ ਉਹਦੇ ਵਿੱਚੋਂ ਹੀ ਚੁਣ ਲੈਣਗੇ, ਲੱਭ ਲੈਣਗੇ, ਤੇ ਫਿਰ SSM ਦਾ ਕੋਈ ਵਜੂਦ ਖੜਾ ਹੋ ਜਾਏਗਾ। ਤੇ ਕਿਸਾਨ ਜਥੇਬੰਦੀਆਂ ਦਾ ਇਨ ਫਿਊਚਰ ਕ੍ਰਾਈਸਿਸ ਦਾ ਕਿਸਾਨੀ ਦਾ ਉਦੋਂ ਵੀ ਜ਼ਿਆਦਾ ਕੋਈ ਦੁਬਾਰਾ ਯੂਨਿਟੀ ਦੀ ਜਾਂ ਕੋਈ ਪ੍ਰੋਸੈਸ ਮਿਨੀਮਮ ਏਜੰਡੇ ਤੇ ਬਣਦੀ ਹੈ? ਦੇਖੋ ਪਹਿਲਾਂ ਵੀ ਏਜੰਡੇ ਤੇ ਮੈਂ ਜੋ ਸਮਝਦਾ ਸਰ ਹਰਮੀਤ ਸਿੰਘ, ਕਿਸਾਨ ਜਥੇਬੰਦੀਆਂ ਨੂੰ ਔਰ ਕਿਸਾਨ ਨੂੰ ਸਮਝਣਾ ਪਏਗਾ। ਕਿਸਾਨ ਦੇ ਨਾਲ ਮਜ਼ਦੂਰ ਨੂੰ ਜੇ ਛੱਡ ਦੋਗੇ ਫਿਰ ਵੀ ਗੱਲ ਨਹੀਂ ਬਣਨੀ। ਸਾਡੇ ਵਿੱਚ ਜਿਸ ਤਰ੍ਹਾਂ ਦਾ ਬਖੇੜੇ ਖੜੇ ਕੀਤੇ ਜਾ ਰਹੇ ਨੇ ਪੋਲੀਟੀਕਲ ਪਾਰਟੀਆਂ ਵੱਲੋਂ, ਆਪੋ ਵਿੱਚ ਹੀ ਕਿਸਾਨਾਂ ਦੀ ਔਰ ਮਜ਼ਦੂਰਾਂ ਦੀ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਨਾ ਤਾਂ ਉਹਨਾਂ ਦੇ ਹਿੱਤ 'ਚ ਹੈ, ਨਾ ਸਟੇਟ ਦੇ ਹਿੱਤ 'ਚ ਹੈ। ਇਹ ਇੱਕ ਤਾਂ ਇਹ ਬੜੀ ਵੱਡੀ ਲੜਾਈ ਹੈ। ਇਹਨੂੰ ਕਿਵੇਂ ਕਾਊਂਟਰ ਕਰੋਗੇ, ਬੜਾ ਵੱਡਾ ਸਵਾਲ ਹੈ ਅੱਜ ਸਾਹਮਣੇ। ਦੂਸਰਾ, ਜਦੋਂ ਇਹ ਦੋਵੇਂ ਵਰਗ ਇਕੱਠੇ ਹੋ ਗਏ, ਵਰਕਿੰਗ ਕਲਾਸ ਇਕੱਠੀ ਹੋ ਗਈ, ਫਿਰ ਤੁਹਾਨੂੰ ਇਲੈਕਸ਼ਨ ਜਿੱਤਣ ਵਿੱਚ ਕੋਈ ਮੁਸ਼ਕਲ ਨਹੀਂ ਆਉਣੀ। ਸਭ ਤੋਂ ਵੱਡਾ ਤਬਕਾ ਇਹੀ ਹੈ, ਕਿਸਾਨ ਤੇ ਮਜ਼ਦੂਰ। ਥਰਡਲੀ, ਅੱਜ ਹੋ ਕੀ ਰਿਹਾ ਹੈ, ਜਿਹੜੇ ਅੱਜ ਰਾਜ ਭਾਗ ਚਲਾਉਣ ਵਾਲੇ ਨੇ, ਅੱਜ ਭਾਰਤੀ ਜਨਤਾ ਪਾਰਟੀ ਆ ਸੈਂਟਰ ਵਿੱਚ ਰਾਜ ਭਾਗ ਚਲਾਉਂਦੀ ਹੈ, ਕੱਲ੍ਹ ਨੂੰ ਜੇ ਕਾਂਗਰਸ ਆ ਜੇ ਮੁੜ ਕੇ, ਉਹਨਾਂ ਨੇ ਲਿਬਰਲਾਈਜੇਸ਼ਨ ਦਾ ਦੌਰ ਸ਼ੁਰੂ ਕੀਤਾ, ਕਾਰਪੋਰੇਟਾਈਜੇਸ਼ਨ ਉਹਨਾਂ ਨੇ ਸ਼ੁਰੂ ਕੀਤੀ, ਇਹਨਾਂ ਨੇ ਫੜ ਲਈ, ਅੱਗੇ ਤੋਰਤੀ। ਜੇ ਕਾਰਪੋਰੇਟਾਈਜੇਸ਼ਨ ਇਹ ਕਰਨੀ ਹੈ ਤੁਸੀਂ ਸਾਰੇ ਧੰਦਿਆਂ ਦੀ, ਤੇ ਫਿਰ ਦੇਸ਼ ਦੇ ਵਿੱਚ ਕੁਝ ਕਾਰਪੋਰੇਟਸ ਨੂੰ ਤਾਂ ਲਾਭ ਹੋ ਜਾਏਗਾ, ਆਮ ਲੋਕਾਂ ਨੂੰ ਕੋਈ ਲਾਭ ਨਹੀਂ ਹੋਣਾ। ਤੁਹਾਨੂੰ ਕਾਰਪੋਰੇਟਾਈਜੇਸ਼ਨ ਦੇ ਖਿਲਾਫ ਖੜੇ ਹੋਣਾ ਪਏਗਾ। ਹੁਣ ਹੋ ਕੀ ਰਿਹਾ, ਤੁਸੀਂ ਵਾਲਮਾਰਟ ਨੂੰ ਇਜਾਜ਼ਤ ਦੇ ਦਿੱਤੀ ਜੀ ਮੋਦੀ ਸਰਕਾਰ ਨੇ, ਵੀ ਤੁਸੀਂ ਆਓ ਇੱਥੇ, ਤੁਸੀਂ ਵੱਡੇ ਵੱਡੇ ਮਾਲ ਖੋਲ੍ਹੋ। ਜੇ ਮਾਲ ਖੋਲ੍ਹਣਗੇ ਤਾਂ ਇਹ ਜਿਹੜੇ ਛੋਟਾ ਦੁਕਾਨਦਾਰ ਉਹ ਕਿੱਥੇ ਬਚੇਗਾ? ਉਹਨਾਂ ਨੂੰ ਮੁੜ ਕੇ ਇਹਦੇ ਕੋਲ ਨੌਕਰੀ ਕਰਨੀ ਪਏਗੀ, ਵਾਲਮਾਰਟ ਦੇ ਮਾਲ ਦੇ ਉੱਤੇ ਕਰਨੀ ਪਏਗੀ। ਛੋਟਾ ਦੁਕਾਨਦਾਰ ਵੀ ਜਾਏਗਾ, ਮਜ਼ਦੂਰ ਵੀ ਜਾਏਗਾ। ਔਰ ਜੇ ਜਿਹੜੀਆਂ ਤੁਸੀਂ ਅਡਾਨੀ ਦੇ ਸਾਈਲੋਜ਼ ਨੇ, ਉਹਨਾਂ ਨੂੰ ਜਿਵੇਂ ਹੁਣ ਇਹਨਾਂ ਨੇ ਇਜਾਜ਼ਤ ਦੇ ਦਿੱਤੀ, ਮੰਡੀਆਂ ਡਿਕਲੇਅਰ ਕਰਤੀਆਂ, ਤਾਂ ਜਿਹੜੀ ਆਹ ਮੰਡੀ ਹੈ, ਜਿਹੜੀ ਯੂ ਹੈਵ ਵਨ ਆਫ ਦ ਬੈਸਟ ਮਾਰਕੀਟਿੰਗ ਸਿਸਟਮ ਇਨ ਦਾ ਵਰਲਡ। ਮੈਂ ਸਾਰੀ ਦੁਨੀਆ 'ਚ ਘੁੰਮਿਆ, ਮੈਂ ਅਮਰੀਕਾ 'ਚ ਦੇਖਿਆ, ਮੇਰੇ ਉੱਥੇ ਰਿਸ਼ਤੇਦਾਰ ਵੱਡੇ ਵੱਡੇ ਲੈਂਡਲੌਰਡ ਨੇ, ਉਹਨਾਂ ਦੇ ਕੋਲ ਲੋਕੀ ਮੈਂ ਸੌਗੀ ਤੇ ਬਦਾਮ ਵੇਚਦੇ ਦੇਖਿਆ, ਜਿਨ੍ਹਾਂ ਦੇ 2-2 ਹਜ਼ਾਰ ਏਕੜ ਵਾਲੇ ਵੀ ਸਾਡਾ ਵੀ ਵੇਚਦੇ ਜੀ, ਤੁਹਾਡੇ ਕੋਲ 50-50 ਹਜ਼ਾਰ ਏਕੜ ਜ਼ਮੀਨ ਹੈ, ਉਹਨਾਂ ਦੇ ਆਪਣੇ ਮਾਰਕੇ ਦੇ ਵਿੱਚੋਂ ਵੇਚਦੇ ਨੇ। ਮੰਡੀ ਹੈ ਹੀ ਨਹੀਂ। ਤੁਹਾਡਾ ਇੱਥੇ ਸਭ ਤੋਂ ਬੈਸਟ ਮਾਰਕੀਟਿੰਗ ਸਿਸਟਮ ਜਿਹੜਾ ਤੁਸੀਂ ਡਿਵੈਲਪ ਕੀਤਾ, ਇਹਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ। ਵੀ ਕਾਰਪੋਰੇਟਸ ਦੇ ਹੱਥ ਚਲਾ ਜੇ ਮਾਰਕੀਟਿੰਗ ਕਾਰਪੋਰੇਟਸ ਦੇ ਹੱਥ ਚਲੀ ਗਈ ਤਾਂ ਹਿਮਾਚਲ ਵਾਲਾ ਹਾਲ ਹੋਏਗਾ। ਹਿਮਾਚਲ ਸੇਬਾਂ 'ਚ ਅਡਾਨੀ ਐਂਟਰ ਕੀਤਾ ਸੀ, 2 ਸਾਲ ਤਾਂ ਪਾ ਦੇਂਗੇ ਬਹੁਤ, ਤੀਜੇ ਸਾਲ ਕੱਚੇ ਲਾਤੇ ਤੇ ਵਪਾਰੀ ਆਊਟ ਹੋ ਗਿਆ ਸੀ। ਤੇ ਇੱਥੇ ਵੀ ਅੱਜ 5 ਰੁਪਏ ਦੇ ਲਾਲਚ ਨੂੰ ਅਸੀਂ ਅੱਜ ਅਡਾਨੀ ਦੇ ਸਾਈਲੋ ਤੇ ਲਿਜਾਈ ਜਾ ਰਹੇ ਹਾਂ ਨਾ। ਉਹਨਾਂ ਨੂੰ ਇਹ ਨਹੀਂ ਪਤਾ ਵੀ 2 ਸਾਲ 3 ਸਾਲ ਲੈ ਕੇ ਫਿਰ ਜਦ ਇੱਥੋਂ ਮੰਡੀ ਵਾਲਾ ਸਫਾ ਬਲੇਟ ਜਾਊ, ਫਿਰ ਮੁੜ ਕੇ ਉਹਦੀ ਮੋਨੋਪੋਲੀ ਹੋ ਜਾਏਗੀ, ਫਿਰ ਉਹ ਆਪਣੇ ਗਜੀ ਨਾਪੇਗਾ। ਤੇ ਜਦੋਂ ਆਪਣੇ ਗਜੀ ਨਾਪੇਗਾ ਤੁਹਾਡੇ ਤਾਂ ਬੱਚਿਆਂ ਨੂੰ ਐਸਾ ਲਾਤਾ, ਇੱਥੇ ਉਹਨਾਂ ਦੇ ਵਿੱਚ ਮਾਹੌਲ ਪੈਦਾ ਕਰਤਾ, ਉਹਨਾਂ ਨੂੰ ਆਪਣਾ ਫਿਊਚਰ ਇੱਥੇ ਨਜ਼ਰ ਨਹੀਂ ਆ ਰਿਹਾ, ਸਾਰੇ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਨੇ। ਉਹ ਈਵਨ ਛੋਟੇ ਮੁਲਕਾਂ ਨੂੰ, ਇਟਲੀ ਵਰਗੇ ਦੇਸ਼ਾਂ ਨੂੰ, ਮਸਕਟ ਨੂੰ, ਉੱਥੇ ਨੂੰ ਭੱਜੇ ਜਾ ਰਹੇ ਨੇ। ਉਹਨਾਂ ਨੂੰ ਲੱਗਦਾ ਹੀ ਨਹੀਂ ਵੀ ਇੱਥੇ ਕੁਝ ਬਚ ਸਕਦਾ। ਤੇ ਪਾਲਿਸੀਜ਼ ਜਿਹੜੀਆਂ ਨੇ, ਜਿਨ੍ਹਾਂ ਨੇ ਠੀਕ ਡਰਾਫਟ ਕਰਨੀਆਂ ਹੁੰਦੀਆਂ, ਲਾਗੂ ਕਰਨੀਆਂ ਹੁੰਦੀਆਂ ਸਰਕਾਰਾਂ ਵਾਲਿਆਂ ਨੇ ਜਾਂ ਪੋਲੀਟੀਸ਼ੀਅਨ ਨੇ, ਉਹ ਕੋਈ ਕਰਦਾ ਨਹੀਂ। ਉਹਦੇ 'ਤੇ ਕੋਈ ਹੋਮਵਰਕ ਨਹੀਂ ਕਰਦਾ, ਉਹਦੇ 'ਤੇ ਕੋਈ ਬਹਿਸ ਨਹੀਂ ਕਰਦਾ। ਤੇ ਤੁਸੀਂ ਇਹੋ ਜਿਹੀ ਸਥਿਤੀ ਵਿੱਚ ਫਿਰ ਪੰਜਾਬ ਦਾ ਫਿਊਚਰ ਕਿੱਦਾਂ? ਇਹਦੇ ਲਈ ਮੈਂ ਸਮਝਦਾ ਜਿੱਦਣ ਸਾਡਾ ਇਹ ਮੋਰਚਾ ਲੱਗ ਗਿਆ, ਇਹ ਬਹੁਤ ਛਾਣਾ ਲਾਊ, ਬਹੁਤ ਠੀਕ ਸੋਚ ਵਾਲੇ ਲੋਕ ਅੱਗੇ ਆਉਣਗੇ ਔਰ ਉਹਨਾਂ ਦੇ ਵਿੱਚੋਂ ਫਿਊਚਰ ਪੋਲੀਟਿਕਸ ਨਿਕਲੇਗਾ। ਗੱਲਾਂ ਤਾਂ ਚਾਹੇ ਹੋਰ ਵੀ ਬਹੁਤ ਕਰਦੇ ਜਾਈਏ, ਕਿਉਂਕਿ ਰਾਜੇਵਾਲ ਜੀ ਦਾ ਤਜਰਬਾ ਵੀ ਬਥੇਰਾ ਤੇ ਪੰਜਾਬ ਦੇ ਹਾਲਾਤ ਵੀ ਆਪਣੇ ਸਾਹਮਣੇ ਦੇ ਕਿੰਨੇ ਵਿਗੜੇ ਹੋਏ ਨੇ, ਤੇ ਜਿੰਨੀਆਂ ਮਰਜ਼ੀ ਕਰੋ, ਪਰ ਕਾਫੀ ਸਮਾਂ ਹੋ ਚੁੱਕਿਆ। ਫਿਰ ਗੱਲਬਾਤ ਦੁਬਾਰਾ ਦੂਜੇ ਪੜਾਅ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ। ਤੁਸੀਂ ਦੇਖਦੇ ਰਹੋ ਪੰਜਾਬ ਟੈਲੀਵਿਜ਼ਨ।
ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ, ਤੁਹਾਡੇ ਬਹੁਤ ਬਹੁਤ ਧੰਨਵਾਦ।